400 एक सेकेंड जी 479 अंग तो ज्ञान शुरू करांगे जी 30 तक 80 तक जा रहा कबीर जी की बाणी लै रहे हैं आस्था राग दे विच। जे सीरियल वाइज किसी ने शब्द कढ़ना है 16वां शब्द हैगा आसा काहू दीने पाठ पटंबर काहू पलंग निवारा काहू गरी गोदरी नाही काहू खान परारा। ਇਹਦੇ ਵਿੱਚ ਕਬੀਰ ਜੀ ਕਹਿੰਦੇ ਆ ਕਿ ਦੁਨੀਆ ਜਿਹੜੀ ਹੈਗੀ ਹੈ ਇਹ ਕਰਮਾਂ ਦੇ ਉੱਤੇ ਚੱਲਦੀ ਹੈ। ਦੁਨੀਆ ਜੋ ਕਰਮ ਕਰਦੇ ਆ ਆਪਾਂ ਉਹ ਕਰਮਾਂ ਦਾ ਫਲ ਮਿਲਦਾ ਹੈ। ਤਮੋ ਰਜੋ ਸਤੋ ਤ੍ਰਿਗੁਣੀ ਹੈਗੀ 3 ਗੁਣਾਂ 'ਚ ਕਰਮ ਕਰਦੇ ਆ ਤੇ ਇਹ 3 ਗੁਣਾਂ ਦੇ ਅਨੁਸਾਰ ਜਿਹੜੇ ਹੈਗੇ ਭਾਂਤ ਭਾਂਤ ਦੇ ਲੋਕੀ ਕੋਈ ਅਮੀਰ ਹੁੰਦਾ ਹੈ ਕੋਈ ਗਰੀਬ ਹੁੰਦਾ ਹੈ ਕੋਈ ਵਿਚਾਰਲੇ ਮੇਲ ਦਾ ਹੁੰਦਾ ਹੈ ਕੋਈ ਰੋਗੀ ਹੁੰਦਾ ਹੈ ਕੋਈ ਸਰੀਰਕ ਕਸ਼ਟ ਹੁੰਦਾ ਹੈ ਕੋਈ ਮਾਨਸਿਕ ਕਸ਼ਟ ਹੁੰਦਾ ਹੈ। ਕਾਹੂ ਦੀਨੇ ਪਾਠ ਪਟੰਬਰ ਕਿਸੇ ਨੂੰ ਜਿਹੜਾ ਹੈਗੇ ਵਧੀਆ ਅਮੀਰ ਹੈਗਾ ਰੇਸ਼ਮੀ ਜਿਹੜੇ ਹੈਗੇ ਕੱਪੜੇ ਲੱਤੇ ਰੇਸ਼ਮੀ ਹੈਗੇ ਸਾਰਾ ਘਰ ਕਾਟ ਜਿਹੜਾ ਹੈਗਾ ਅਮੀਰੀ ਦਾ ਹੈਗਾ। ਕਾਹੂ ਪਲੰਗ ਨਿਵਾਰਾ ਔਰ ਨਵਾਰ ਦੇ ਪਲੰਗ ਦੇ ਉੱਤੇ ਸੌਂਦੇ ਆ ਅਰਥਾਤ ਬਹੁਤ ਅਮੀਰ ਹੈਗੇ। ਕਾਹੂ ਗਰੀ ਗੋਦਰੀ ਨਾਹੀ ਕਿਸੇ ਕੋਲ ਜਿਹੜੀ ਹੈਗੀ ਆ ਗਲੀ ਸੜੀ ਜਿਹੜੀ ਹੈਗੀ ਆ ਉਹ ਤਲਾਈ ਨਹੀਂ ਥੱਲੇ ਵਿਛਾਉਣ ਵਾਸਤੇ। ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ਔਰ ਕਿਸੇ ਕੋਲ ਵਿਚਾਰੇ ਕੋਲ ਜਿਹੜੀ ਹੈਗੀ ਆ ਖਾਨ ਕਹਿੰਦੇ ਆ ਉਹਦੇ ਖਾਨ ਘਰ ਦੇ ਵਾਸਤੇ ਜਿਹੜੀ ਹੈਗੀ ਆ ਪਰਾਲੀ ਵੀ ਹੈ ਨਹੀਂ ਗੀ ਵਿਚਾਰੇ ਦੇ ਥੱਲੇ ਵਿਛਾਉਣ ਵਾਸਤੇ ਪਰਾਲੀ ਵੀ ਨਹੀਂ ਹੈ। ਇਹ ਮਾਲਕ ਪਰਮਾਤਮਾ ਦੀ ਐਸੀ ਖੇਡ ਹੈ ਦੁਨੀਆ ਦੇ ਵਿੱਚ। ਇਸ ਤਰ੍ਹਾਂ ਜਿਹੜਾ ਹੈਗਾ ਗਰੀਬ ਤੋਂ ਗਰੀਬ ਤੇ ਅਮੀਰ ਤੋਂ ਅਮੀਰ ਇਹਦੇ ਵਿਚਾਲੇ ਜਿਹੜੇ ਹੈਗੇ ਸਾਰੀ ਦੁਨੀਆ ਜਿਹੜੀ ਹੈਗੀ ਹੈ ਸਾਰੇ ਜੀ ਇਨਸਾਨ ਜਿਹੜੇ ਹੈਗੇ ਇਹਦੇ ਵਿਚਾਲੇ ਹੈਗੇ। ਇਹ ਮਾਲਕ ਪਰਮਾਤਮਾ ਦੀ ਖੇਡ ਹੈਗੀ ਆ। ਇਹ ਉਹਨੇ ਤ੍ਰਿਗੁਣੀ ਖੇਡ ਮਾਇਆ ਜੋ ਪਾਈ ਹੋਈ ਆ ਉਹਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਕੋਈ ਅਮੀਰ ਹੈਗਾ ਕੋਈ ਗਰੀਬ ਹੈਗਾ ਕੋਈ ਅੱਤ ਦਾ ਗਰੀਬ ਹੈ ਕੋਈ ਅੱਤ ਦਾ ਅਮੀਰ ਹੈ। ਇਸ ਕਰਕੇ ਅਹਰਖਵਾਦ ਨਾ ਕੀਜੈ ਰੇ ਮਨ ਹੇ ਮੇਰੇ ਮਨਾ ਤੂੰ ਸਾੜੂ ਨਾ ਕਰ ਕਿਸੇ ਦੇ ਨਾਲ ਈਰਖਾ ਨਾ ਕਰ। ਅਹਰਖ ਕਹਿੰਦੇ ਹਰਖ ਕਿਸੇ ਦੇ ਨਾਲ ਅਹਰਖਵਾਦ ਨਾ ਕੀਜੈ ਰੇ ਮਨ ਵੀ ਇਹਨੂੰ ਕਿਉਂ ਦਿੱਤਾ ਇਹ ਕਿਉਂ ਅਮੀਰ ਹੈਗਾ ਇਹ ਕਾਹਦੇ ਵਾਸਤੇ ਇਸ ਤਰ੍ਹਾਂ ਹੈ ਮੈਂ ਕਿਉਂ ਗਰੀਬ ਹੈਗਾ ਇਹਦੇ ਕਿਉਂ 4 ਮੁੰਡੇ ਹੈਗੇ ਮੇਰੇ ਕਿਉਂ ਇੱਕ ਵੀ ਮੁੰਡਾ ਨਹੀਂ ਹੈਗਾ। ਅਹਰਖਵਾਦ ਨਾ ਕੀਜੈ ਰੇ ਮਨ ਸੁਕ੍ਰਿਤ ਕਰ ਲੀਜੈ ਰੇ ਮਨ ਰਹਾਓ। ਦੇਖ ਮੇਰੇ ਮਨਾ ਜੇ ਤੈਨੂੰ ਕੋਈ ਚੀਜ਼ ਚਾਹੀਦੀ ਹੈ ਤੇ ਚੰਗੇ ਕਰਮ ਕਰ ਸੁਕ੍ਰਿਤ ਕਰਮ ਕਰ। ਉਹਨੇ ਕੀਤੇ ਹੈ ਸੁਕ੍ਰਿਤ ਕਰਮ ਤੇ ਉਹਦਾ ਫਲ ਮਿਲ ਰਿਹਾ ਉਹਨੂੰ। ਤੂੰ ਕਰਮ ਕੀਤੇ ਹੁੰਦੇ ਤੇ ਤੈਨੂੰ ਮਿਲ ਜਾਂਦਾ। ਇਹ ਤਾਂ ਕਰਮਾਂ ਦੇ ਉੱਪਰ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਹੈ। ਤੂੰ ਨਹੀਂ ਕੀਤਾ ਤੇ ਤੈਨੂੰ ਨਹੀਂ ਮਿਲ ਰਿਹਾ। ਇਸ ਕਰਕੇ ਕਿਸੇ ਦੇ ਨਾਲ ਵੀ ਜਿਹੜਾ ਹੈਗਾ ਵਾਦ ਵਿਵਾਦ ਈਰਖਾ ਨਾ ਕਰੋ। ਆਪਣੇ ਮਨ ਨੂੰ ਕਹਿ ਰਹੇ ਕਬੀਰ ਜੀ ਆਪਾਂ ਆਪਣੇ ਮਨ ਨੂੰ ਸਮਝਾਈਏ। ਅਹਰਖਵਾਦ ਨਾ ਕੀਜੈ ਰੇ ਮਨ ਸੁਕ੍ਰਿਤ ਕਰ ਲੀਜੈ ਰੇ ਮਨ। ਤੂੰ ਵੀ ਲੈ ਲਾ ਤੂੰ ਵੀ ਸੁਕ੍ਰਿਤ ਕਰ ਲਾ ਤੂੰ ਵੀ ਸਤੋਗੁਣੀ ਕਰਮ ਕਰ ਲਾ ਤੈਨੂੰ ਵੀ ਫਲ ਮਿਲ ਜੂਗਾ। ਰਹਾਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਇਹ ਕਬੀਰ ਜੀ ਫੇਰ ਇੱਕ ਵੱਡਾ ਟੌਪਿਕ ਛੇੜਿਆ ਸੰਸਾਰ ਦੇ ਉੱਤੇ। ਆਪਾਂ ਜਦੋਂ ਦੇਖਦੇ ਹਾਂ ਆਪ ਦੀ ਜਸਟ ਨਜ਼ਰ ਮਾਰੋ ਇੱਕ ਬੰਦਾ ਹੈ और को पता ही नहीं कितनी का प्रॉपर्टी है और को औलाद नहीं हैगी। एक बंदा घर च रोटी खान नहीं हैगी इन्ने बच्चे ਉਹਦੇ ਘਰ ਆ पता ही कुछ नहीं। ਤੁਸੀਂ ਦੇਖੋ ਜਾ ਕੇ ਝੁੱਗੀਆਂ ਚੌਂਕੀਆਂ ਚ ਕਿੰਨੇ ਬੱਚੇ ਕਈ ਬੰਦੇ ਤਰਲੇ ਲੈਂਦੇ ਫਿਰਦੇ ਉਹਨਾਂ ਕੋਲ ਬੱਚਾ ਹੀ ਨਹੀਂ ਹੁੰਦਾ। ਹਾਂ ਇਹ ਜਸਟ ਸਾਡੇ ਕਰਮ ਨੇ ਕਿੱਦਾਂ ਦੇ ਕਰਮ ਕੀਤੇ ਉਦਾਂ ਦਾ ਉਹ ਸੰਸਕਾਰ ਬਣੇ ਨੇ ਉਦਾਂ ਦੇ ਫਲ ਮਿਲਦੇ ਨੇ। ਹੁਣ ਇੱਕ ਤੁਕ ਆਉਂਦੀ ਹੈ ਬਾਣੀ ਦੀ ਆਪ ਨੇ ਜੈਸਾ ਬੋਲਦੇ ਜਿਹੜਾ ਤਤਾ ਦੋਸ਼ ਨਾ ਦਿਓ लज्जा दोष न देऊं किसे दोष कर्मा अपने जो मैं किया सो मैं पाया दोष न दीजिए अवर्जना। ਅੱਜ ਤਾਂ ਕਹਿੰਦੇ ਨਾ ਕਿ ਮੈਂ ਤੇਰੇ ਕਰਕੇ ਗਰੀਬ ਆ ਉਹ ਗਰੀਬ ਕਿਸੇ ਦੇ ਕਰਕੇ ਨਹੀਂ ਆਪਾਂ ਗਰੀਬ ਹੋਏ। ਇਹ ਜਿੱਦਾਂ ਦਾ ਆਪਾਂ ਕਰਮ ਕਰਦੇ ਉਸੇ ਤਰ੍ਹਾਂ ਦਾ ਹੀ ਫਲ ਸਾਨੂੰ ਮਿਲ ਜਾਂਦਾ। ਨਹੀਂ ਜੇ ਕੋਈ ਬੰਦਾ ਮਾੜਾ ਕਰਮ ਕਰਦਾ ਹੈ ਤੇ ਇਹਦੀ ਉਹਦੀ ਪਾਤਰਤਾ ਬਣ ਰਹੀ ਆ ਉਸ ਨੂੰ
ਉਸ ਚੀਜ਼ ਨੂੰ ਭੋਗਣਾ ਪਊਗਾ। ਬਿਲਕੁਲ। ਇਦਾਂ ਪ੍ਰਕਿਰਤੀ ਉਦਾਂ ਕਿੱਦਾਂ ਚੱਲੇਗੀ? ਹੁਣ ਦੇਖੋ ਆਪ ਕਿਸੇ ਵੀ ਚੀਜ਼ ਦੀ ਤੁਸੀਂ ਵਰਤੋਂ ਕਰ ਰਹੇ ਜੋ ਜਾਂ ਦੁਰਵਰਤੋਂ ਕਰ ਰਹੇ ਜੋ, ਇਹ ਸਾਰੀ ਤੁਹਾਡੀ ਚਿੱਤਰ ਜਿਹੜਾ ਤੁਹਾਡਾ ਚਿੱਤ ਆ ਉਹਦੇ ਅੰਦਰ ਲਿਖੀ ਜਾ ਰਹੀ ਹੈ। ਇੱਕ ਇੱਕ ਬੰਦੇ ਦਾ ਸਿਸਟਮ ਚੱਲ ਰਿਹਾ ਔਰ ਉਹ ਬੰਦਾ ਉਸੇ ਹਿਸਾਬ ਨਾਲ ਚੱਲ ਰਿਹਾ। ਹੁਣ ਜੇ ਕੋਈ ਸੁਖੀ ਹੈਗਾ ਉਹਦੇ ਪਿੱਛੇ ਉਹਦਾ ਕਾਰਨ ਹੈਗੇ ਆ, ਉਹ ਉਹਦੇ ਅੰਦਰ ਇਮਾਨਦਾਰੀ ਆ। ਹੁਣ ਵੀ ਉਧਰ ਮੈਂ ਡਿਸਕਵਰੀ ਤੇ ਵੇਖਣ ਦਿਆ ਸਾਂ, ਕੋਈ ਗੋਰੇ ਕੀ ਕਰ ਰਹੇ ਸੀ, ਉਹ ਨਿੱਜਰ ਸਾਹਿਬ ਉਦਾਂ ਹੀ ਉਹ ਮਤਲਬ ਵੀਡੀਓ ਬਣਾਉਂਦੇ ਸੀ ਲੋਕਾਂ ਨੂੰ। ਇੱਕ ਔਰਤ ਕਾਫੀ ਦੇ ਵਿੱਚ ਟੌਪ 'ਚ ਬੈਠੀ ਆ ਤੇ ਕਾਫੀ ਪਿਆਉਂਦੀ ਆ, ਉਹ $20 ਐਕਸਟਰਾ ਦੇ ਰਹੀ ਹੈ ਤੇ ਉਹ ਬੜੀ ਨਾਈਸ ਬੋਲਦੀ ਆ, ਸਵੀਟ ਬੋਲਦੀ ਆ, ਤੇ ਉਹ ਲੋਕੀ $20 ਕਹਿੰਦੇ ਤੁਸੀਂ ਬਾਈ ਮਿਸਟੇਕ ਦੇਤੇ, ਵਾਪਸ ਲੈ ਲਓ। ਫਿਰ ਉਸੇ ਹੀ ਔਰਤ ਨੇ ਥੋੜਾ ਜਿਹਾ ਰੂਡ ਬੋਲਿਆ, ਥੋੜੀ ਜੀ ਫੋਨ ਤੇ ਗੱਲ ਕਰਦੀ ਸੀ, ਕਸਟਮਰ ਵੱਲ ਧਿਆਨ ਨਹੀਂ ਦਿੰਦੀ ਸੀ, ਕਸਟਮਰ ਚਿੜ ਗਏ ਸੀ। ਉਹ $20 ਐਕਸਟਰਾ ਵੀ ਉਸੇ ਤਰ੍ਹਾਂ ਦਿੱਤੇ ਸੀ ਪਰ ਕਿਸੇ ਨੇ ਵਾਪਸ ਨਹੀਂ ਕੀਤੇ ਨੇ ਜਸਾ। ਉਹ ਕਹਿੰਦੇ ਆ ਕਿ ਇਹਦਾ ਐਸੇ ਬੰਦੇ ਲਈ ਅਸੀਂ ਕੋਈ ਸਿੰਪੈਥੀ ਨਹੀਂ ਰੱਖਦੇ। ਇਹ ਦੇਖੋ ਆਪ ਜਸਟ ਇੱਕ ਇਨਸਾਨ ਦਾ ਬਿਹੇਵੀਅਰ ਏਦਾਂ ਦਾ ਵਾ, ਇਨਸਾਨ ਏਦਾਂ ਕਰਦਾ ਹਨਾ। ਹੁਣ ਦੂਜੀ ਤਰਫ ਦੇਖਿਆ ਜਾਵੇ, ਇੱਥੇ ਕਬੀਰ ਜੀ ਕਹਿ ਰਹੇ ਨੇ ਕਿ ਜੇ ਤੂੰ ਚਾਹੁੰਦਾ ਨਾ ਕਿ ਸੁਖੀ ਹੋਣਾ ਚਾਹੁੰਦਾ ਤੇ ਫਿਰ ਕੋਈ ਚੰਗਾ ਕੰਮ ਵੀ ਕਰ ਲਾ। ਕਿਉਂਕਿ ਜਿਹੜੇ ਤੇਰੇ ਕੋਲ ਪੈਸੇ ਪਏ ਨਾ ਬੈਂਕਾਂ ਦੇ ਵਿੱਚ, ਤੇਰੀਆਂ ਪੈਲੀਆਂ ਪੂਲੀਆਂ, ਉਹ ਤੂੰ ਧੀਆਂ ਪੁੱਤਾਂ ਨੇ ਲੈ ਲੈਣੇ ਆ, ਉਹਦਾ ਕੋਈ ਤੈਨੂੰ ਫਾਇਦਾ ਨਹੀਂ ਹੋਣਾ। ਇਹ ਸੱਚ ਹੈ ਨਿੱਜਰ ਸਾਹਿਬ। ਬਿਲਕੁਲ। ਜਿਹੜਾ ਤੂੰ ਖੋਲਿਆ ਹੈ ਲੋਕਾਂ ਦਾ, ਤੇਰਾ ਤੇ ਹੈ ਨਹੀਂ ਸੀ, ਤੂੰ ਖੋਹ ਤੇ ਲਿਆ, ਉਹ ਤੇਰੇ ਨਾਲ ਜਾਣਾ ਹੈ। ਜਿਹੜਾ ਤੂੰ ਬੱਚਿਆਂ ਨੂੰ ਦੇ ਜਾਣਾ ਹੈ ਉਹ ਤੇ ਫ੍ਰੀ ਚ, ਉਹਦੀ ਕੋਈ ਕੀਮਤ ਨਹੀਂ ਹੈਗੀ ਕਿਉਂਕਿ ਤੂੰ ਮੋਹ ਚ ਦੇਤਾ ਨਾ ਉਹਨਾਂ ਨੂੰ। ਮੋਹ ਦੇ ਵਿੱਚ ਇਨਸਾਨ ਵੇਖੋ ਕੀ ਕਰਦਾ ਫਿਰਦਾ ਬਾਈ। ਤੇ ਮੈਂ ਵੇਖਿਆ ਉਹ ਪਤਾ ਨਹੀਂ ਕਿੱਦਾਂ ਵਿਚਾਰਾ ਉਹ ਮਾੜੀ ਚੰਗੀ ਕਮਾਈ ਘਰੇ ਲਈ ਆਉਂਦਾ, ਬੱਚੇ ਦੀਆਂ ਦੁਕਾਨਾਂ, ਔਰ ਬੱਚਾ ਵੀ ਫਿਰ ਉਦਾਂ ਦਾ ਹੀ ਰੁਲਦੂ ਮਲਦੂ ਕੰਮ ਤੇ ਕਰਦਾ ਕੋਈ ਨਹੀਂ, ਵਿਹਲਾ ਘੁੰਮੀ ਜਾਂਦਾ ਵਾ। ਉਹ ਸੋਚਦਾ ਕਿ ਪਾਪਾ ਨੇ ਦੁਕਾਨਾਂ ਪਾਤੀਆਂ, ਕਿਰਾਇਆ ਆਈ ਜਾਊਗਾ, ਏਦਾਂ ਸੋਚਦੇ ਨੇ ਲੋਕ। ਸੁੱਖ ਆ ਗਿਆ, ਉਹਦਾ ਦਿਮਾਗ ਬੰਦ ਹੋ ਗਿਆ, ਉਹ ਜੀਵਨ ਥੋੜੀ ਕੋਈ ਖਾ ਪੀ ਲਿਆ ਸੌਂ ਲਿਆ। ਹੁਣ ਦੇਖੋ ਪੰਛੀ ਜਿਹੜੇ ਹੁੰਦੇ ਆ ਉਹ ਕਿਤੇ ਰਿਜਕ ਆਪਣੇ ਨਾਲ ਥੋੜੀ ਬੰਦੇ, ਉਹ ਤੇ ਲੱਭਣ ਜਾਂਦੇ ਆ। ਜ਼ਿੰਦਗੀ ਦਾ ਮਕਸਦ ਹੀ ਇਹੋ ਆ, ਕਮਾਉਣਾ। ਆਪਣੇ ਲਈ ਮਿਹਨਤ ਕਰੋ, ਕਮਾਓ। ਮੁਸ਼ਕਲ ਕੰਮ ਹੈ ਇਹ ਆਸਾਨ ਕੰਮ ਨਹੀਂ ਆ। ਬਾਕੀ ਵੇਖੋ ਕਿ ਜਿੱਦਾਂ ਅਮੀਰ ਬੰਦਿਆਂ ਦੇ ਬੱਚੇ ਵੇਖੋ, ਉਹਨਾਂ ਦੀ ਬੁੱਧੀ ਥੋੜੀ ਹੁੰਦੀ, ਭ੍ਰਿਸ਼ਟ ਹੋਈ ਹੁੰਦੀ ਉਹਨਾਂ ਦੀ ਬੁੱਧੀ। ਉਹਨਾਂ ਦੇ ਦਿਮਾਗ 'ਚ ਪੁਰਜੇ ਨਹੀਂ ਚੱਲਦੇ ਕਿਉਂਕਿ ਚੈਲੰਜ ਨਹੀਂ ਹੈਗਾ। ਜਦ ਤੱਕ ਚੈਲੰਜ ਨਹੀਂ ਆਊਗਾ ਜ਼ਿੰਦਗੀ 'ਚ ਸਾਡੇ ਅੰਦਰ ਚਮਕ ਨਹੀਂ ਹੋਣੀ, ਕਿਉਂਕਿ ਚੀਜ਼ਾਂ ਤੇ ਫ੍ਰੀ 'ਚ ਮਿਲਦੀਆਂ ਪਈਆਂ ਨੇ, ਸਾਨੂੰ ਤਾਂ ਕੁਝ ਮਿਹਨਤ ਵੀ ਕਰਨ ਦੀ ਲੋੜ ਨਹੀਂ। ਤੋ ਇੱਥੇ ਕਬੀਰ ਜੀ ਇਹ ਕਹਿ ਰਹੇ ਨੇ ਕਿ ਜੇ ਤੂੰ ਚਾਹੁੰਦਾ ਹੈ ਕਿ ਜੀਵਨ ਦੇ ਵਿੱਚ ਸੁੱਖ ਪ੍ਰਾਪਤ ਕਰਨਾ ਹੈ, ਲੋਕੀ ਤੈਨੂੰ ਦਿਖਦੇ ਨੇ ਕਿ ਕੋਈ ਗਰੀਬ ਹੈ ਕੋਈ ਅਮੀਰ ਹੈ ਤੇ ਉਹਦੇ ਪਿੱਛੇ ਪਾਤਰਤਾ ਹੈਗੀ ਉਹਨਾਂ ਦੀ। ਕਿਉਂਕਿ ਪ੍ਰਮਾਤਮਾ ਦੀ ਤਕੜੀ ਬੜੀ ਤਗੜੀ ਆ, ਉਹ ਗਲਤ ਨਹੀਂ ਉਹ ਜੋਖਦੀ। ਇਹ ਨਾ ਸੋਚ ਕਿ ਪ੍ਰਮਾਤਮਾ ਨੇ ਗਰੀਬ ਬਣਾਤਾ, ਉਹ ਲੋਕ ਖੁਦ ਹੀ ਏਦਾਂ ਦਾ ਕੰਮ ਕਰ ਗਏ। ਉਹਨਾਂ ਨੇ ਕੀਤਾ ਕੀ ਇਹੋ ਜਿਹਾ ਕਰਮ ਕੀਤਾ, ਲੋਕਾਂ ਦਾ ਧਨ ਧੁਨ ਖੋਲਿਆ ਤੇ ਹੁਣ ਉਹ ਗਰੀਬੀ ਕੱਟ ਰਹੇ ਨੇ। ਕੁਛ ਏਦਾਂ ਦਾ ਕੰਮ ਕੀਤਾ ਹੁੰਦਾ ਬੰਦੇ ਨੇ। ਕਿਉਂਕਿ ਦੇਖੋ ਆਪ ਨਜ਼ਰ ਮਾਰੋ, ਕਈਆਂ ਘਰ ਤੇ ਇੰਨਾ ਪਤਾ ਹੀ ਨਹੀਂ ਪੈਸਾ ਕਿੰਨਾ, ਉਹਨਾਂ ਨੂੰ ਗਿਣਨ ਵਾਸਤੇ ਟਾਈਮ ਨਹੀਂ ਹੈਗਾ। ਪਤਾ ਨਹੀਂ ਬੰਦੇ ਰੱਖੇ ਨਾ, porque ਬੰਦੇ ਵੀ ਥੋੜੇ ਪੈ ਗਏ। ਹੁਣ ਉਹਨਾਂ ਮਸ਼ੀਨਾਂ ਲੈਂਦੀਆਂ ਪੈਸੇ ਗਿਣਨ ਵਾਸਤੇ। ਤੇ ਇੱਕ ਬੰਦਾ ਵੇਖੋ ਕਹਿੰਦੇ ਕਿ ਉਹਦੇ ਥੱਲੇ ਪਰਾਲੀ ਹੈਗੀ ਔਰ ਕੋਈ ਤਲਾਈ ਤੱਕ ਨਹੀਂ ਹੈਗੀ। ਬੰਦੇ ਚ ਥੋੜੀ ਫਰਕ ਹੈ, ਸਾਰਾ ਕੁਝ ਤਾਂ ਉਹਦਾ ਸੇਮ ਹੀ ਆ। ਬਿਲਕੁਲ A to Z ਸੇਮ ਆ, ਪਰ ਕਰਮਾਂ ਦਾ ਫਰਕ ਜੇ। ਕਰਮ ਕਿੱਦਾਂ, ਹੁਣ ਤੁਸੀਂ ਕਹੋਗੇ ਕਰਮ ਕਿੱਦਾਂ? ਜੇ ਤੁਹਾਡੇ ਥੋੜੇ ਜਿਹੇ ਕਰਮ ਸਹੀ ਨਾ, ਤੁਸੀਂ ਕੋਈ ਵੀ ਕੰਮ ਸ਼ੁਰੂ ਕਰਕੇ ਵੇਖ ਲਓ। ਮਿੱਟੀ ਵੇਚੋਗੇ ਨਾ, ਮਿੱਟੀ ਦੀ ਤੁਹਾਡੀ ਇੰਡਸਟਰੀ ਬਣ ਜਾਣੀ ਆ, ਬੜੀ ਵੱਡੀ ਕੰਪਨੀ ਬਣ ਜਾਊਗੀ। ਪਤਾ ਨਹੀਂ ਤੇ ਮਿੱਟੀ ਦੇ ਜਿਹੜੇ ਠੇਕੇ ਲੈ ਲੋਗੇ। ਤੇ ਜੇ ਤੁਹਾਡੇ ਕਰਮ ਸਹੀ ਨਹੀਂ ਆ, ਤੁਸੀਂ ਸੋਨੇ ਨੂੰ ਹੱਥ ਲਾਇਆ, ਉਹ ਵੀ ਮਿੱਟੀ ਹੋ ਜਾਏਗਾ। ਇਹ ਫੈਕਟ ਹੈਗਾ ਜੇ। ਕਿਉਂਕਿ ਇੱਥੇ ਇਹ ਨਹੀਂ ਆ ਕਿ ਚਲਾਕੀ ਹੈਗੀ ਆ। ਅਨਪੜ੍ਹ ਬੰਦੇ ਐਸੇ ਵੱਡੇ ਵੱਡੇ ਬਿਜ਼ਨਸਮੈਨ ਬਣੇ ਪਏ ਆ, ਉਹਨਾਂ ਨੇ ਪੜ੍ਹਿਆ ਲਿਖਿਆ ਨੂੰ ਆਪਣੇ ਨੌਕਰੀ ਰੱਖਿਆ ਹੋਇਆ। ਅਨਪੜ੍ਹ ਬੰਦੇ, ਮੁੰਗੂਤੀ ਚ ਬੰਦੇ, ਇਹ ਜਿੱਥੇ ਹੱਥ ਪਾਉਂਦਾ ਬੰਦਾ ਉਹੀ ਸੋਨਾ। ਤੇ ਇੱਕ ਬੰਦਾ ਏਦਾਂ ਵਾ, ਉਹ ਸੋਨੇ ਚ ਹੱਥ ਪਾ ਰਿਹਾ, ਮਿੱਟੀ ਹੋਈ ਰਹੀ ਹੈ, ਹੋ ਜਾ ਰਹੀ ਹੈ। ਤੋ ਏਦਾਂ ਦਾ ਜੀਵਨ ਹੁੰਦਾ। ਹਾਂਜੀ ਨਿੱਜਰ ਸਾਹਿਬ, ਇਹ ਕਹਿੰਦੇ ਆ ਕਿ ਜੇ ਤੂੰ ਚਾਹੁੰਦਾ ਹੈ, ਤੂੰ ਧਨ ਪ੍ਰਾਪਤ ਕਰਨਾ ਚਾਹੁੰਦਾ ਹੈ, ਤੂੰ ਸੁਖੀ ਹੋਣਾ ਚਾਹੁੰਦਾ ਹੈ, ਹਜੇ ਵੀ ਆਪਸ਼ਨ ਹੈਗਾ। ਕੁਛ ਛੱਡ ਆਪਣੇ ਹੱਥੋਂ, ਛੱਡੇਗਾ ਨਾ
ਵੈਸੇ ਵੀ ਨਿੱਜਰ ਸਾਹਿਬ ਜਦ ਤੱਕ ਆਪਾਂ ਛੱਡਦੇ ਨਹੀਂ ਨਾ ਤੇ ਉਹਨਾਂ ਚਿਰ ਪਕੜ ਨਹੀਂ ਚ ਜਾਂਦੀ। ਨਹੀਂ, ਬਿਲਕੁਲ ਨਹੀਂ ਜਾਂਦੀ। ਬੱਚਿਆਂ ਨੂੰ ਦੇਣ ਦੇ ਨਾਲ ਨਹੀਂ ਤੇ ਪਕੜ ਤੁਹਾਡੀ ਜਾਣੀ। ਪਕੜ ਤੇ ਤਾਂ ਜਾਣੀ ਹੈ ਜਦੋਂ ਤੁਸੀਂ ਆਪਣੇ ਹੱਥੀਂ ਦਾਨ ਕਰਨਾ ਹੈ, ਤੁਹਾਡੇ ਹੱਥੋਂ ਛੁੱਟਣੀ ਚਾਹੀਦੀ ਜੀ ਪੈਸਾ। ਜੋ ਮਰਜੀ ਕੋਸ਼ਿਸ਼ ਕਰਕੇ ਵੇਖ ਲਓ, ਜਿੱਥੇ ਮਰਜੀ ਭਗਤੀ ਕਰਕੇ ਵੇਖ ਲਿਓ, ਜੋ ਮਰਜੀ ਤਪੱਸਿਆ ਸਾਧ ਲਓ, ਮਾਇਆ ਨੂੰ ਹੱਥੋਂ ਛੱਡਣਾ ਪੈਣਾ ਹੈ ਤਾਂ ਹੀ ਇਹਦੀ ਪਕੜ ਟੁੱਟਣੀ ਹੈ। ਨਿਜਰ ਸਾਹਿਬ ਇਹ ਸੱਚ ਜੇ। ਬਿਲਕੁਲ। ਭਗਤੀ ਕੀਤਿਆਂ ਇਹ ਨਹੀਂ ਕਿ ਤੁਹਾਡੀ ਮਾਇਆ ਦਾ ਮੋਹ ਖਤਮ ਹੋ ਜਾਊ, ਉਹ ਤੁਹਾਡੇ ਕਿਉਂਕਿ ਜਿਹੜੀ ਚੀਜ਼ ਫੁੱਲੀਆਂ ਫੜੀਆਂ ਉਹਨਾਂ ਨੂੰ ਥੋੜਾ ਛੱਡਣਾ ਪੈਣਾ। ਇਹ ਵੀ ਇੱਕ ਸਾਧਨਾ ਦਾ ਇੱਕ ਹੈਗਾ ਹੈ। ਥੋੜਾ ਜਿਹਾ ਦਾਨ ਜ਼ਰੂਰ ਕਰਿਓ, ਥੋੜਾ ਜਿਹਾ, ਜਿੰਨਾ ਬਹੁਤਾ ਜ਼ਿਆਦਾ ਨਹੀਂ, ਥੋੜਾ ਜਿਹਾ ਕਰੋ ਦਾਨ। ਉਹਦੇ ਨਾਲ ਕੀ ਹੋਊਗਾ, ਇਹ ਪਕੜ ਤੁਹਾਡੀ ਕਮਜ਼ੋਰ ਹੋ ਜਾਏਗੀ ਔਰ ਪਲੱਸ ਤੁਹਾਡੇ ਜੀਵਨ 'ਚ ਖੁਸ਼ਹਾਲੀ ਆ ਜਾਏ, ਤੁਸੀਂ ਸੁਖੀ ਹੋ ਜਾਓ। ਹਾਂਜੀ ਜਸਰ ਕੁਮਾਰੇ ਇੱਕ ਜੋ ਮਾਟੀ ਗੂੰਦੀ ਰਹਾਉ ਦੀ ਪੰਕਤੀ ਸੀ ਪਹਿਲਾਂ ਬਈ, ਅਹਰਖਵਾਦ ਨਾ ਕੀਜੇ ਰੇ ਮਨ, ਸੁਕ੍ਰਿਤ ਕਰ ਕਰ ਲੀਜੇ ਰੇ ਮਨ। ਕਿਸੇ ਨਾਲ ਵਾਦ ਵਿਵਾਦ ਨਾ ਕਰ ਔਰ ਕਿਸੇ ਨਾਲ ਸਾੜਾ ਨਾ ਕਰ, ਕਿਸੇ ਨਾਲ ਈਰਖਾ ਨਾ ਕਰ ਤੇ ਸੁਕ੍ਰਿਤ ਕਰ, ਚੰਗੇ ਕਰਮ ਕਰ ਤੇ ਤੈਨੂੰ ਵੀ ਮਿਲ ਜੂਗਾ। ਰਹਾਓ ਕੁਮਾਰੇ ਇੱਕ ਜੋ ਮਾਟੀ ਗੂੰਦੀ ਬਹੁ ਵਿਧ ਬਾਣੀ ਲਾਈ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਨੇ ਤਾਂ ਇੱਕੋ ਪੰਜਾਂ ਤੱਤਾਂ ਦੇ ਮਿੱਟੀ ਦੇ ਸਾਰੇ ਜੀਵ ਬਣਾਏ ਆ। ਉਹੀ ਮਿੱਟੀ ਹੈਗੀ, ਸਾਰਿਆਂ ਨੂੰ ਉਸੇ ਮਿੱਟੀ ਦੇ ਨਾਲ ਬਣਾਤਾ ਔਰ ਬਹੁਤ ਵਿਧ ਬਾਣੀ ਲਾਈ। ਅਲੱਗ-ਅਲੱਗ ਤਰ੍ਹਾਂ ਦੇ ਰੰਗ ਜਿਹੜੇ ਆ ਭਰ ਦਿੱਤੇ ਉਹਨਾਂ ਦੇ ਵਿੱਚ। ਦੇਖ ਲਓ ਕਿੰਨੇ ਤਰ੍ਹਾਂ ਦੀ ਦੁਨੀਆ ਜਿਹੜੀ ਹੈ, ਕਿੰਨੇ ਵੇਸ, ਕਿੰਨੇ ਪੇ, ਕਿੰਨੇ ਤਰ੍ਹਾਂ ਦੇ ਜਿਹੜੇ ਹੈਗੇ ਇਨਸਾਨ, ਜਾਨਵਰ, ਕਿੰਨੇ 84 ਲੱਖ ਜੂਨਾਂ ਹੈਗੀਆਂ, ਉਸੇ ਮਿੱਟੀ ਦੀਆਂ ਬਣਾਤੀਆਂ ਸਾਰੀਆਂ। ਕੁਮਾਰ ਇੱਕ ਜੋ ਮਾਟੀ ਗੂੰਦੀ ਬਹੁ ਵਿਧ ਬਾਣੀ ਲਾਈ, ਕਾਹੂ ਮੈਂ ਮੋਤੀ ਮੁਕਤਾਹਲ ਕਾਹੂ ਵਿਆਦ ਲਗਾਈ। ਔਰ ਕਿਸੇ ਦੇ ਵਿੱਚ ਜਿਹੜੇ ਹੈਗੇ ਮੋਤੀ ਕੀਮਤੀ ਧਨ ਹੈਗੇ ਆ ਔਰ ਕਿਸੇ ਨੂੰ ਵਿਆਦ ਲੱਗੀ ਹੋਈ ਆ। ਵਿਆਦ ਕਹਿੰਦੇ ਆ ਕਿਸੇ ਦੇ ਵਿੱਚ ਸ਼ਰਾਬ ਹੈਗੀ ਜਾਂ ਅਮਲ। ਇਹ ਐਕਚੁਅਲ ਜਿਹੜੇ ਹੈਗੇ ਮਿੱਟੀ ਜਿਹੜੀ ਹੈਗੇ ਇਹ ਤਾਂ ਮਹਾਰਾਜ ਗੱਲ ਕਰ ਰਹੇ, ਇਨਸਾਨ ਦੀ ਗੱਲ ਕਰ ਰਹੇ ਬਈ। ਕਿਸੇ ਨੂੰ ਤਾਂ ਜਿਹੜੇ ਹੈਗੇ ਆ ਨਾਮ ਸਿਮਰਨ ਵਾਲਾ ਜਿਹੜਾ ਹੈਗਾ, ਭਗਤੀ ਜਿਹੜੀ ਹੈਗੀ ਆ, ਚੰਗੇ ਕਰਮ ਜਿਹੜੇ ਹੈਗੇ ਆ, ਸਤੋਗੁਣੀ ਵਿਅਕਤੀ ਹੈਗਾ, ਹੀਰੇ ਮੋਤੀ ਹੈਗੇ ਉਹਦੇ ਕੋਲ ਜਿਹੜੇ ਹੈਗੇ ਉਹਦੇ ਗੁਣ। ਤੇ ਕੋਈ ਜਿਹੜਾ ਹੈਗਾ ਕਿਸੇ ਨੂੰ ਜਿਹੜੇ ਹੈਗੇ ਅਮਲ ਲੱਗੇ ਹੋਏ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਵਿਆਦਾਂ ਆਦਿ ਵਿਆਦ ਦੀ ਉਪਾਧੀ ਜਿਹੜੀ ਹੈਗੀ, ਇਹ ਤਿੰਨੇ ਤਾਪ ਲੱਗੇ ਹੋਏ ਕਿਸੇ ਨੂੰ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਇੱਥੇ ਫਿਰ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਪ੍ਰਮਾਤਮਾ ਨੇ ਇੱਕੋ ਮਿੱਟੀ ਤੋਂ ਕਈ ਕਿਸਮ ਦੇ ਬਰਤਨ ਬਣਾਏ ਆ। ਹੁਣ ਕਈ ਬਰਤਨ ਜਿਹੜੇ ਹੈਗੇ ਆ, ਤੁਸੀਂ ਦੇਖੋ ਉਹ ਬੜਾ ਵਧੀਆ ਜੀਵਨ ਬਤੀਤ ਕਰ ਰਹੇ ਨੇ, ਮੋਤੀਆਂ ਵਾਂਗੂ ਜੀਵਨ ਹੈ, ਸਾਫ਼ ਸੁਥਰਾ ਜੀਵਨ ਹੈ। ਤੁਹਾਡੇ ਆਂਢ ਗੁਆਂਢ ਹੋਣਗੇ, ਤੁਹਾਨੂੰ ਦਿਖ ਜਾਣਗੇ, ਤੁਸੀਂ ਦੇਖੋਗੇ। ਤੇ ਕਈ ਬੰਦੇ ਹੁੰਦੇ ਨੇ, ਉਹ ਵੇਖੋ ਕਿੱਦਾਂ ਆਪਣਾ ਜੀਵਨ ਚ ਮਿੱਟੀ ਡਾਈ, ਉਹਨਾਂ ਨੇ ਖੇਡ ਆਈ ਆ, ਪਤਾ ਹੀ ਕੁਛ ਨਹੀਂ, ਇੱਕਦਮ ਜਿੱਦਾਂ ਪਾਗਲ ਕੁੱਤਾ ਹੋ ਜਾਂਦਾ ਔਰ ਇਸ ਤਰ੍ਹਾਂ ਦਾ ਜੀਵਨ ਬਤੀਤ ਕਰ ਰਹੇ ਨੇ ਔਰ ਮਾਇਆ ਦੇ ਲਈ ਅੰਨੇ ਹੋ ਗਏ ਨੇ, ਵਿਸ਼ੇ ਵਿਕਾਰਾਂ ਦੇ ਲਈ ਅੰਨੇ ਹੋ ਗਏ ਨੇ। ਉਹਨਾਂ ਨੂੰ ਕੋਈ ਸਮਝਾਉਂਦਾ ਤੇ ਤਾਂ ਵੀ ਨਹੀਂ ਸਮਝਦੇ ਨੇ ਜੀ ਸਾਹਿਬ। ਬਿਲਕੁਲ। ਔਰ ਇਹ ਬੰਦੇ ਹੈ ਤੇ ਬੰਦਾ ਸੇਮ ਹੀ ਆ, ਮਿੱਟੀ ਵੀ ਸੇਮ ਹੀ ਆ, ਪਰ ਜਿਹੜਾ ਅੰਦਰ ਤੁਹਾਡੇ ਜਿਹੜਾ ਜੀਵ ਆ ਉਹਦੇ ਕਿੱਤ ਤੇ ਡਿਪੈਂਡ ਆ ਕਿ ਤੁਹਾਡਾ ਜੀਵਨ ਕਿੱਦਾਂ ਦਾ ਹੋਊਗਾ। ਜੇ ਕਿੱਤ ਸਾਫ਼ ਸੁਥਰਾ ਹੈ ਤੇ ਤੁਸੀਂ ਆਪ ਨਹੀਂ ਦੇਖਿਆ ਹੋਣਾ, ਹੁਣ ਇੱਕ ਬੱਚੇ ਦੇ 4-5 ਇੱਕ ਪਿਓ ਦੇ 4-5 ਬੱਚੇ ਪੈਦਾ ਹੋਏ। ਕੁਝ ਬੱਚੇ ਛੋਟੇ ਹੁੰਦੇ ਹੀ ਸਾਧੂ ਹੁੰਦੇ ਨੇ। ਇਹ ਨਹੀਂ ਕਿ ਸਭ ਕਾਲਜਾਂ ਜਾਂ ਯੂਨੀਵਰਸਿਟੀਆਂ ਜਾ ਕੇ ਪੜ੍ਹਨ ਗਏ ਆ, ਉੱਥੋਂ ਉਹਨਾਂ ਨੂੰ ਗਿਆਨ ਮਿਲਿਆ। ਉਹਨਾਂ ਦੇ ਅੰਦਰ ਸੰਸਕਾਰ ਨੇ। ਬਿਲਕੁਲ, ਸੰਸਕਾਰ ਪਿਛਲੇ ਜਨਮ ਦੇ ਲੈ ਕੇ ਆਏ ਆ। ਹਾਂ, ਔਰ ਕਈ ਬੱਚੇ ਵੇਖ ਲਓ, ਉਹੀ ਮਾਂ ਤੇ ਉਹੀ ਪਿਓ, ਇੱਕਦਮ ਹੋਰ ਹੀ ਤਰ੍ਹਾਂ ਦੇ ਬੱਚੇ। ਹੁਣ ਇੱਥੇ ਬਾਣੀ ਆਪਾਂ ਨੂੰ ਇਹ ਸਮਝਾ ਰਹੀ ਆ ਕਿ ਜਿਹੜੇ ਉਤਲੀ ਤੁਕ ਕਹੀ ਨਾ ਵੀ ਤੂੰ ਈਰਖਾ ਨਾ ਕਰਿਆ ਕਰ। ਆਮ ਲੋਕ ਵੇਖ ਜਾਂਦਾ ਵਾ, ਲੋਕੀ ਕਹੀ ਜਾਂਦੇ ਵੇਖ ਰੱਬ ਨੇ ਸਾਨੂੰ ਪਤਾ ਨਹੀਂ ਕੀ ਭੁੱਖਿਆ ਮਾਰ ਕੱਢਿਆ ਈ, ਉਧਰ ਵੇਖ ਕਿੰਨੀਆਂ ਮਜ਼ੇ ਲੱਗੇ ਆ। ਜਿੱਦਾਂ ਬੰਦਾ ਅਕਸਰ ਕੰਪਲੇਂਟ ਕਰਦਾ, ਪਰ ਬੰਦਾ ਕੰਪਲੇਂਟ ਤੇ ਕਰਦਾ ਹੈ, ਪਰ ਉਹ ਸੁੱਖ ਜਿਹੜੇ ਹੁੰਦੇ ਆ, ਸੁੱਖਾਂ ਦੀ ਕੀਮਤ ਆ, ਉਹਦੀ ਕੀਮਤ ਦੇਣੀ ਪੈਂਦੀ ਆ। ਫਰੀ ਚ ਨਹੀਂ ਮਿਲਿਆ ਕਿਸੇ ਨੂੰ ਕੁਝ। ਪ੍ਰਕਿਰਤੀ ਦਾ ਨਿਯਮ ਹੀ ਆ, ਤੁਸੀਂ ਪੈੜੀ ਤੇ ਕੁਛ ਬੀਜਦੇ ਜੋ ਤਾਂ ਹੀ ਉਹ ਝੁਕਦਾ ਵਾ, ਬਿਨਾਂ ਬੀਜਿਆ ਕੁਛ ਨਹੀਂ ਉੱਗੇਗਾ। ਬਿਲਕੁਲ। ਇਹ ਦੇਖੋ, ਇਹ ਪਤਾ ਕੀ ਹੁੰਦਾ ਵਾ ਕਿ ਆਮ ਹੀ ਲੋਕ ਕਹੀ ਜਾਂਦੇ ਨਹੀਂ ਜੀ ਨਹੀਂ, ਓਦਾਂ ਹੀ ਉੱਗ ਜਾਂਦਾ। ਕਿੱਥੇ ਉੱਗ ਜਾਂਦਾ? ਤੁਸੀਂ ਜਿਮ ਚ ਜਾਓਗੇ, ਉੱਥੇ ਜਾ ਕੇ ਸਾਲ 1.5 ਸਾਲ ਐਕਸਰਸਾਈਜ਼ ਕਰੋਗੇ ਤਾਂ ਇੱਕ ਤੁਹਾਨੂੰ ਖੂਬਸੂਰਤ ਸਰੀਰ ਮਿਲੇਗਾ। ਸਾਰਿਆਂ ਦੇ ਖੂਬਸੂਰਤ ਸਰੀਰ ਨਹੀਂ ਹੈਗੇ। ਕੁਛ ਲੋਕਾਂ ਦੇ ਕਿਉਂ ਆ, ਜਿਹੜੇ ਮਿਹਨਤ ਕਰਦੇ ਨੇ, ਜਿਹੜੇ ਪਸੀਨਾ ਬਹਾਉਂਦੇ ਨੇ। ਕਈ ਲੋਕ ਵੇਖੋ ਆ, ਉਹ ਧਰਤੀ ਦੇ ਬੋਝ ਹੈਗੇ, ਤੁਰੇ ਜਾਂਦੇ, ਇੰਨਾ ਵਜਨ ਉਹਨਾਂ ਦਾ।
ਪਤਾ ਨਹੀਂ ਕਿੱਦਾਂ ਜਿੰਦਾ ਬਣ, ਉਹਦੇ ਢਿੱਡ 'ਚ ਪਤਾ ਨਹੀਂ ਕੀ ਭਰਿਆ, ਕਿਤੇ ਸੋਚਦੇ ਹੀ ਨਹੀਂ ਕਿ ਐਕਸਰਸਾਈਜ਼ ਕੀਤੀ ਜਾਵੇ। ਤੋ ਇਹ ਜੋ ਆਪਾਂ ਕਰਾਂਗੇ, ਜੋ ਵੀ ਆਪਾਂ ਕਰਾਂਗੇ ਉਹਦਾ ਰਿਜ਼ਲਟ ਮਿਲੇਗਾ। ਇਹ ਸੰਸਾਰ ਇਸੇ ਹੀ ਤਰ੍ਹਾਂ ਦਾ ਬਣਾਇਆ। ਪ੍ਰਕਿਰਤੀ ਸਾਡੇ ਦੁਆਰਾ ਕੀਤੇ ਕਰਮ ਨੂੰ ਦੇਖਦੀ ਹੈ ਔਰ ਉਹਨੂੰ ਫਲ ਲਗਾਉਂਦੀ ਹੈ। ਅਸੀਂ ਜੋ ਬੀਜਾਂਗੇ ਉਹੀ ਸਾਨੂੰ ਮਿਲਣਾ। ਜੋ ਚੀਜ਼ ਅਸੀਂ ਨਹੀਂ ਬੀਜੀ ਪੈਲੀ 'ਚ, ਉਹ ਕਿੱਥੋਂ ਉੱਗ ਜੂਗੀ? ਦੱਸੋ। ਬਾਣੀ ਤੋਂ ਖੁਦ ਕਹਿੰਦੀ ਹੈ ਕਿ ਇਹ ਸਰੀਰ ਇੱਕ ਖੇਤ ਹੈਗਾ, ਇਹ 'ਚ ਤੂੰ ਜੋ ਵੀ ਬੀਜੇਗਾ ਉਸੇ ਨੇ ਹੀ ਉੱਗਣਾ। ਜੇ ਹੁਣ ਦੇਖੋ, ਹੁਣ ਜੇ ਆਪਾਂ ਕਿਸੇ ਕੋ ਖੋਹ ਦਿੰਦੇ ਆ ਨਾ, ਇੱਕ ਸਮਾਂ ਆਊਗਾ ਤੁਹਾਡੇ ਤੋਂ ਖੋ ਕੇ ਲੈ ਜਾਣਾ ਹੁੰਦਾ, ਇਹ ਰੂਪ ਵੀ ਲੈ ਜਾਏਗਾ ਧਨ। ਜਿਹੜੀ ਚੀਜ਼ ਤੁਹਾਡੀ ਕੀ ਤੁਹਾਡੇ ਕੋਲ ਕਿੱਥੇ ਰੁਕ ਜੂਗੀ? ਪਰ ਜਦੋਂ ਆਪਾਂ ਖੋਹ ਲੈਂਦੇ ਆ, ਉਹ ਵੀ ਇੱਕ ਜਿਹੜਾ ਵਾ ਕਰਮ ਹੈ, ਕਿਉਂਕਿ ਸਾਡੇ ਕੋਲ ਚੀਜ਼ ਆ ਗਈ ਹੈ ਜੋ ਚੀਜ਼ ਸਾਡੀ ਨਹੀਂ ਹੈ, ਤੇ ਉਹ ਵੀ ਇੱਕ ਸੰਸਕਾਰ ਪੈਦਾ ਹੋ ਗਿਆ। ਪਰ ਜਦੋਂ ਸਾਡੀ ਥੋੜੀ ਜਿਹੀ ਕਮਾਈ, ਮੰਨ ਲਓ ਮੇਰਾ 500 ਰੁਪਇਆ ਕਮਾਈ ਆ, ਉਹ 'ਚ 5-7 ਰੁਪਏ 10 ਰੁਪਏ ਮੈਂ ਦਾਨ ਕਰਤਾ, ਮੈਂ ਆਪਣੀ ਕਮਾਈ 'ਚ ਦਾਨ ਕੀਤਾ, ਉਹਦਾ ਮੁੱਲ ਜੇ ਇਹ ਜਿਹੜੀਆਂ ਠੱਗੀਆਂ ਠੁੱਗੀਆਂ ਮਾਰ ਕੇ ਚੋਰੀ ਕਰਕੇ ਰਿਸ਼ਵਤ ਲੈ ਕੇ ਦਾਨ ਕਰਦੇ ਆ, ਉਹਦਾ ਕੋਈ ਵੀ ਮੁੱਲ ਨਹੀਂ ਹੈਗਾ। ਨਿੱਜਰ ਸਾਹਿਬ, ਬਿਲਕੁਲ ਸਹੀ ਗੱਲ ਹੈ ਜੀ। ਕਿਉਂਕਿ ਜੇ ਉਹਦਾ ਮੁੱਲ ਹੋਵੇ ਤੇ ਫਿਰ ਤੇ ਅਮੀਰ ਤੇ ਸ਼ਾਮ ਤੱਕ ਕਰੋੜਾਂ ਰੁਪਏ ਦਾਨ ਕਰਦੇ ਆ, ਤੇ ਗਰੀਬ ਕਿੱਥੇ ਜਾਊ? ਉਹ ਤਾਂ ਪੈਸਾ ਕੋਈ ਨਹੀਂ, ਉਹ ਰੋਟੀ ਖਾਣ ਜੋਗੇ ਪੈਸੇ ਨਹੀਂ, ਉਹ ਕਿੱਥੋਂ ਦਾਨ ਲਿਆਊ? ਉਹ ਪਹਿਲਾਂ ਆਪਣੀ ਛੱਤ ਪਾਊਗਾ, ਉਹਦੇ ਆਪ ਤਰਪਾਲ ਪਾ ਕੇ ਰਹਿਣ ਦਿਆ, ਉਹ ਕਿੱਥੋਂ ਲੈਂਟਰ ਪਾਲੂ? ਲੈਂਟਰ ਕਿੱਥੋਂ ਪਵਾ? ਗਰੀਬ ਦਾ ਤਾਂ ਗੋਰਖੀ ਸਾਹਿਬ 1 ਰੁਪਈਆ ਦਾਨ ਕੀਤਾ ਹੋਇਆ ਜਿਹੜਾ ਨਾ ਕਰੋੜਾਂ ਦੇ ਬਰੋਬਰ ਹੁੰਦਾ ਹੈ। ਹਾਂ, ਤੇ ਪਰ ਇੱਕ ਗੱਲ ਹੈਗੀ ਆ, ਜਦੋਂ ਆਪਾਂ ਦਾਨ ਕਰਦੇ ਆ ਨਾ ਆਪਣੀ ਮਿਹਨਤ ਦਾ, ਉਹਦੀ ਬਹੁਤ ਕੀਮਤ ਹੈ। ਇੱਕ ਬੰਦਾ ਕਰੋੜ ਰੁਪਇਆ ਦੇਣ ਦਿਆ ਪਰ ਉਹਦਾ ਨਹੀਂ ਆ, ਪਰ ਇੱਕ ਗਰੀਬ ਬੰਦਾ ਹੈ ਮਿਹਨਤ ਕਰਕੇ 1 ਰੁਪਇਆ ਦਾਨ ਦੇ ਰਿਹਾ ਨਾ, ਬਹੁਤ ਵੱਡੀ ਗੱਲ ਹੈ। ਕਿਉਂਕਿ ਪ੍ਰਮਾਤਮਾ ਜਿਹੜਾ ਨਾ ਭਾਵਨਾ ਵੇਂਦਾ, ਉਹ ਨਹੀਂ ਵੇਂਦਾ ਕਿ ਤੂੰ ਕੀ ਦੇ ਰਿਹਾ, ਕੋਈ ਡਜ਼ਨਟ ਮੈਟਰ ਕਿ ਤੇਰੀ ਭਾਵਨਾ ਕਿੱਦਾਂ ਦੀ ਹੈ, ਤੂੰ ਕੀ ਕਰ ਰਿਹਾ ਹੈ। ਪ੍ਰਕਿਰਤੀ ਤੇ ਆਇਆ, ਧਰਤੀ ਤੇ ਆਇਆ, ਤੇਰੀ ਛਾਂ ਦਾ ਕੋਈ ਫਾਇਦਾ ਹੈਗਾ? ਤੇਰੀ ਛਾਂ ਦੇ ਥੱਲੇ ਕੋਈ ਬਹਿੰਦਾ ਹੈ ਕਿਤੇ? ਉਹ ਤੇ ਨਹੀਂ ਜਿਹੜੀ ਤੁਹਾਨੂੰ ਮੈਂ ਗੱਲ ਦੱਸੀ ਸੀ, ਉਹ ਗੁਆਂਢੀ ਨੇ ਅਮਰੂਦ ਵੜਤਾ, ਰੁੱਖ ਵੜਤਾ, ਕਿਤੇ ਏਦਾਂ ਦਾ ਬੰਦਾ ਤੇ ਨਹੀਂ ਤੂੰ? ਬਿਲਕੁਲ ਏਦਾਂ ਦੇ ਹੀ ਆ ਜੀ। ਉਸ ਜਨਾਨੀ ਨੇ ਕੇਵਲ 2 ਡਾਣੀਆਂ ਦੇ ਕਰਕੇ ਅਮਰੂਦ ਵੜਤਾ। ਆਪ ਜਸਟ ਸੋਚੋ ਕਿ ਕੈਸਾ ਇਨਸਾਨ ਹੋਊਗਾ। ਕੋਈ ਪ੍ਰੋਬਲਮ ਨਹੀਂ ਹੈ, ਪਿੰਡ 'ਚ ਪੈਲੀ, ਪਿੰਡ 'ਚ ਵੇਲੀ 'ਚ ਲੱਗਿਆ ਅਮਰੂਦ, ਵੱਢ ਕੇ ਗਈ, ਕੀ ਮਿਲਿਆ ਹੋਊਗਾ? ਜੈਲਸੀ ਹੋਊ ਕਿ ਉਹਨਾਂ ਦੇ ਘਰ 'ਚ 2-3 ਡਾਣੀਆਂ ਜਾਂਦੀਆਂ, ਉਹ ਅਮਰੂਦ ਖਾਂਦੇ ਨੇ। ਹੁਣ ਅਮਰੂਦ ਨੂੰ ਉਹ ਪਾਣੀ ਪਾਉਂਦੀ ਸੀ ਜਾਂ ਅਮਰੂਦ ਨੂੰ ਉਹ ਖਾਦ ਪਾਉਂਦੀ ਸੀ? ਉੱਥੇ ਵੱਡਾ ਰੁੱਖ ਸੀ, ਉਹ ਤੇ ਹਵਾ ਤੋਂ ਹੀ ਲੈਣ ਦਿਆ ਸੀ, ਜਾਂ ਉਹ ਅਮਰੂਦ ਦੇ ਬੜਾ ਗੰਦ ਪੈਣ ਦਿਆ ਸੀ, ਬੜੇ ਪੱਤੇ ਡਿੱਗਣ ਦੇ ਸੀ? ਵੈਸੇ ਵੀ ਤੇ ਝਾੜੂ ਮਾਰਨਾ ਹੀ ਹੈ, ਪਰ ਬੰਦੇ ਏਦਾਂ ਦੇ ਹੈਗੇ ਨੇ। ਕਿੱਦਾਂ ਦਾ ਬੰਦਾ ਹੋਊਗਾ? ਮੈਂ ਸੋਚ ਕੇ ਉਹਦੇ ਮਨ ਦੀ ਸਥਿਤੀ ਦੇਖ ਰਿਹਾ ਕਿ ਤੇ ਰੁੱਖ, ਉਸ ਫਲ ਦੇਣ ਵਾਲੇ ਰੁੱਖ ਨੂੰ ਤੂੰ ਵੱਢ ਦਿੱਤਾ, ਤੇਰੇ ਹੱਥ ਨਹੀਂ ਕੰਬੇ? ਇੱਥੇ ਮਾੜੀ ਜਿਹੀ ਅੰਗੂਰ ਦੀ ਵੇਲ ਸੀ 10-12 ਸਾਲ ਦੀ, ਤੇ ਸਾਡਾ ਦਿਲ ਨਹੀਂ ਕੀਤਾ ਸੀ ਵੱਢਣ ਦਾ। ਕਿੰਨੇ ਸਾਲ ਮੈਨੂੰ ਪੋਸਟਪੋਨ ਕਰਦਾ ਰਿਹਾ, ਨਹੀਂ ਵੱਢਣੀ। ਆ ਕੇ ਏਦਾਂ ਦੀ ਸਿਚੁਏਸ਼ਨ ਆ ਗਈ ਪ੍ਰਮਾਤਮਾ ਵੱਲੋਂ, ਉਹ ਘਰ 2 ਹਿੱਸੇ ਕਰਨੇ ਪਏ, ਉੱਥੇ ਬਾਥਰੂਮ ਬਣਾਉਣਾ ਹੀ ਪੈਣਾ ਸੀ। ਫਿਰ ਮੈਂ ਅਰਦਾਸ ਕੀਤੀ, ਮੈਂ ਪ੍ਰਮਾਤਮਾ, ਮੈਂ ਵੇਲ ਤੋਂ ਵੀ ਮਾਫੀ ਮੰਗੀ। ਨਿਆਣੇ ਰੌਲਾ ਪਾਈ ਜਾਣ ਮੇਰੇ, ਕਹੀ ਜਾਣ ਪਾਪਾ ਤੂੰ ਇੱਕ ਵੇਲ ਵੱਢ ਦੇਣ ਲੱਗਾ। ਮੈਂ ਪੁੱਤੇ ਦੀ ਉਮਰ ਖਤਮ ਹੋ ਗਈ ਹੈ, 10 ਸਾਲ ਹੋ ਗਏ, ਇੰਨੀ ਉਮਰ ਹੁੰਦੀ ਹੈ। ਉਹ ਨੈਟ ਤੇ ਗਿਆ, ਚੈੱਕ ਕੀਤਾ, ਕਹਿੰਦਾ ਪਾਪਾ ਝੂਠ ਬੋਲ ਰਹੇ ਤੁਸੀਂ, ਇਸ ਵੇਲ ਦੀ ਉਮਰ 120 ਸਾਲ ਆ, 110 ਸਾਲ ਨੇ ਹੋਰ ਜਿੰਦਾ ਰਹਿਣਾ ਸੀ, ਤੁਸੀਂ ਪਹਿਲਾਂ ਹੀ ਵੱਢ। ਮੇਰਾ ਤੇ ਦਿਲ ਕਰਦਾ ਸੀ ਇਹਨੂੰ ਕਿੱਥੋਂ ਵੱਢਦਾ, ਭਾਵੇਂ ਅਸੀਂ ਨਹੀਂ ਅੰਗੂਰ ਖਾਂਦੇ ਹਾਂ, ਉੱਥੇ ਕਿੰਨੇ ਜੀਵ ਗਲੀਆਂ 'ਚ ਲੰਘਣ ਵਾਲੇ ਲੋਕ ਖਾਂਦੇ ਸੀ, ਕਿੰਨੀਆਂ ਚਿੜੀਆਂ ਤੇ ਕਿੰਨੇ ਭੱਬੂ ਤੇ ਕਿੰਨੇ ਭੂੰਡ, ਦੁਨੀਆ ਭਰ ਦਾ ਉੱਥੇ ਜੱਗ ਲੱਗਿਆ ਹੁੰਦਾ ਸੀ। ਲੱਖਾਂ ਹੀ ਅੰਗੂਰ ਲੱਗਣੇ ਤੇ ਪਤਾ ਨਹੀਂ ਲੱਖਾਂ ਹੀ ਜੀਵ ਆ ਕੇ ਖਾਂਦੇ ਸੀ, ਪਰ ਉਸ ਜਨਾਨੀ ਨੇ ਨਹੀਂ ਸੋਚਿਆ ਵੱਢ ਕੇ ਗਾਂਗੇ। ਇਸੇ ਹੀ ਤਰ੍ਹਾਂ ਦੇ ਇਨਸਾਨ ਨੇ ਧਰਤੀ ਤੇ, ਉਹ ਕਿਤੇ ਨਹੀਂ ਸੋਚਦੇ ਕਿ ਦੂਜੇ ਦਾ ਫਾਇਦਾ ਹੈ ਜਾਂ ਨੁਕਸਾਨ ਹੈ, ਉਹ ਕੇਵਲ ਆਪਣਾ ਸੁੱਖ ਵੇਂਦੇ ਆ, ਆਪਣੀ ਈਗੋ ਦੀ ਪੂਰਤੀ ਕਰਦੇ ਨੇ। ਔਰ ਇਸ ਦੇ ਲਈ ਲੋਕੀ ਜੀਵਨ ਬਤੀਤ ਕਰਨਗੇ ਕਿ ਪ੍ਰਮਾਤਮਾ ਖੁਸ਼ ਹੋਵੇਗਾ? ਨਾ, ਕਿਤੇ ਨਹੀਂ ਖੁਸ਼ ਹੋਵੇਗਾ। ਪ੍ਰਮਾਤਮਾ ਇਹਨਾਂ ਚੀਜ਼ਾਂ ਨੂੰ ਲਾਈਕ ਨਹੀਂ ਕਰਦਾ। ਇਸ ਲਈ ਪ੍ਰਮਾਤਮਾ ਬਹੁਤ ਸਾਡੇ ਤੇ ਨਜ਼ਰ ਰੱਖ ਕੇ ਬੈਠਾ ਹੈ
और सानू ऐसा कोई कर्म भी नहीं करना चाहिए। हाँ जी निजर साहब। सूमे धन राखन को दिया मुग्ध कहे धन मेरा। ਕਹਿੰਦੇ ਕੋਈ ਸੂਮ ਹੈਗਾ, ਸੂਮ ਕਹਿੰਦੇ ਆ ਜਿਹੜਾ ਕਿ ਪੈਸਾ ਖਰਚਦਾ ਨਹੀਂ ਹੈ, ਜਮਾ ਕਰਦਾ ਹੈ। ਕਹਿੰਦੇ ਉਹਨੂੰ ਜਿਹੜਾ ਹੈਗਾ ਜੋ ਕੁਛ ਵੀ ਤੇਰੇ ਕੋਲ ਹੈਗਾ, ਹਰ ਇਨਸਾਨ ਦੇ ਕੋਲ ਜੋ ਕੁਛ ਵੀ ਧਨ ਦੌਲਤ ਜੋ ਵੀ ਕੁਛ ਹੈਗਾ ਉਹ ਆਪਣੇ ਨੂੰ ਰੱਖਣ ਵਾਸਤੇ ਦਿੱਤਾ ਗਿਆ ਹੈ। ਸੂਮੇ ਧਨ ਰਾਖਣ ਕੋ ਦਿਆ, ਜਾਂ ਖਰਚ ਲਓ ਜਾਂ ਰੱਖ ਲਓ ਜਾਂ ਦਾਨ ਕਰ ਦਿਓ। ਸੂਮੇ ਧਨ ਰਾਖਣ ਕੋ ਦਿਆ ਮੁਗਧ ਕਹੇ ਧਨ ਮੇਰਾ। ਜਮ ਕਾ ਡੰਡ ਮੂੰਡ ਮੈਂ ਲਾ ਕੇ ਖਿਨ ਮੈਂ ਕਰੇ ਨਿਬੇਰਾ। ਕਹਿੰਦੇ ਬਸ ਆ ਗਿਆ ਜਮ, ਆ ਕੇ ਤੇ ਖਿੱਚ ਲਈ ਅੰਦਰੋਂ ਜਿਹੜੀ ਹੈਗੀ ਉਹ ਜੀਵ ਨੂੰ ਖਿੱਚ ਲਿਆ। ਕਹਿੰਦੇ ਫਿਰ ਹੁਣ ਕਿਹਦਾ ਹੋ ਗਿਆ ਧਨ ਭਾਈ ਦੱਸ। ਨਿਬੇੜਾ ਕਰਤਾ ਕਿ ਇੱਕ ਖਿਨ ਦੇ ਵਿੱਚ ਨਿਬੇੜਾ ਕਰਤਾ। ਹਾਂਜੀ ਵੀਰ। ਹਾਂਜੀ ਸਾਧ ਸੰਗਤ ਜੀ, ਫਿਰ ਇੱਥੇ ਬਾਣੀ ਸਮਝਾ ਰਹੀ ਹੈ ਕਿ ਕਈ ਬੰਦੇ ਸੋਮ ਹੁੰਦੇ ਨੇ, ਉਹ ਜ਼ਿੰਦਗੀ 'ਚ ਪੈਸੇ ਤੋਂ ਕੋਈ ਫਾਇਦਾ ਹੀ ਨਹੀਂ ਉਠਾ ਪਾਉਂਦੇ। ਉਹ ਪੈਸਾ ਏਦਾਂ ਦਾ, ਉਹ ਪੈਸਾ ਸੜ ਜਾਂਦਾ ਨਾ, ਕਿਸੇ ਕੰਮ ਨਹੀਂ ਆਉਂਦਾ, ਕਿਸੇ ਦੀ ਕੋਈ ਮਦਦ ਨਹੀਂ। तो कहते हैं कि वो भी इदा ही मिट्टी हो गया। हुण मेरे को कोई चीज पई है, मैं किन्नू दित्ती नहीं, साड़ी जानी उत्ते पई पई। इदां दे कई बंदे हैगे इकट्ठे करी जांदे ने, ਉਹ खुद भी सुख नहीं लेंदे, ਉਹ ਸਾਰੀ ਜ਼ਿੰਦਗੀ ਪੈਦਲ ਚੱਲ ਚੱਲ ਕੇ ਜ਼ਿੰਦਗੀ ਨਾ ਕੱਢ ਦੇਣ, ਪੈਸਾ ਕੱਢਣਾ ਹੀ ਨਹੀਂ। ਇਦਾਂ ਦੇ ਬੰਦੇ ਹੀ ਹੈ। ਹਾਂਜੀ ਨਿਜਰ ਸਾਹਿਬ। ਤੇ ਹੁਣ ਆਖਰੀ ਦੇ ਵਿੱਚ ਸਮਝਾ ਰਹੇ ਨਹੀਂ, ਹਾਲੇ ਹੈਗੇ ਇੱਕ ਦੋ ਬੰਦੇ। ਹਰ ਜਨ ਉਤਮ ਭਗਤ ਸਦਾਵੈ ਆਗਿਆ ਮਨੇ ਸੁਖ ਹੋਈ ਸੁਖ ਪਾਈ। ਕਹਿੰਦੇ ਇਹਦੇ ਵਿੱਚ ਦੇਖ ਲਓ, ਹਰੀ ਦੇ ਜਨ ਜਿਹੜੇ ਹੈਗੇ ਉੱਤਮ ਹੈਗੇ ਭਾਈ, ਜਿਹੜੇ ਭਗਤੀ ਕਰਦੇ ਆ, ਉਹ ਭਗਤ ਸਦਾਉਂਦੇ ਆ, ਉਹਨਾਂ ਨੂੰ ਲੋਕੀ ਭਗਤ ਕਹਿੰਦੇ ਆ। ਕਹਿੰਦੇ ਉਹ ਉੱਤਮ ਹੈਗੇ ਸਾਰਿਆਂ ਤੋਂ। ਹਰ ਜਨ ਉੱਤਮ ਭਗਤ ਸਦਾਵੈ ਆਗਿਆ ਮਨ ਸੁਖ ਹੋਈ। ਉਹਨਾਂ ਦੇ ਅੰਦਰ ਕੀ ਆ? ਆਗਿਆ, ਪਰਮੇਸ਼ਰ ਦੀ ਆਗਿਆ। ਪਰਮੇਸ਼ਰ ਨੇ ਇਸੇ ਵਾਸਤੇ ਇਨਸਾਨ ਦੀ ਜੂਨ ਦਿੱਤੀ ਆਪਾਂ ਨੂੰ, ਭਗਤੀ ਕਰਨ ਵਾਸਤੇ। ਕਹਿੰਦੇ ਉਹ ਆਗਿਆ, ਉਹਨਾਂ ਦੇ ਮਨ 'ਚ ਆਗਿਆ ਹੁੰਦੀ ਹੈ ਤੇ ਸੁਖੀ ਹੋ ਜਾਂਦੇ ਆ। ਮਨ ਸੁਖ ਆਗਿਆ ਦੇ ਨਾਲ ਸੁਖੀ ਹੋ ਜਾਂਦੇ ਆ। ਉਹ ਭਗਤੀ ਕਰਦੇ ਆ ਤੇ ਸੁਖੀ ਹੋ ਜਾਂਦੇ ਆ। ਫਿਰ ਇਸ ਤੋਂ ਬਾਅਦ ਜੋ ਤਿਸ ਭਾਵੈ ਸਤ ਕਰ ਮਾਨੈ ਪਾਣਾ ਮਨ ਵਸਾਈ। ਸੈਕੰਡ ਚੀਜ਼ ਕੀ ਹੈਗੀ? ਕਹਿੰਦੇ ਜੋ ਮਾਲਕ ਨੂੰ ਪਾਉਂਦਾ ਆ ਉਹਨੂੰ ਸੱਤ ਕਰਕੇ ਮੰਨਦੇ ਆ, ਜੋ ਮਾਲਕ ਨੂੰ ਪਾਉਂਦਾ ਹੈ। ਹੁਣ ਉੱਤੇ ਲਿਖਿਆ ਆਗਿਆ, ਮਾਲਕ ਨੂੰ ਆਗਿਆ ਹੈ, ਆਗਿਆ। ਇਸ ਤੋਂ ਬਾਅਦ ਜਿਹੜਾ ਹੈਗਾ, ਭਾਵੇਂ ਆਪਾਂ ਧਿਆਨ ਸਿਮਰਨ ਕਰ ਰਹੇ ਹਾਂ, ਚੰਗੇ ਕਰਮ ਕਰ ਰਹੇ ਹਾਂ, ਇਸ ਤੋਂ ਬਾਵਜੂਦ ਵੀ ਆਪਾਂ ਨੂੰ ਜਿਹੜਾ ਹੈਗਾ ਕੋਈ ਜਿਹੜਾ ਹੈਗਾ ਆਪਾਂ ਨੂੰ ਤਕਲੀਫ ਆ ਜਾਂਦੀ ਆ। ਕਹਿੰਦੇ ਕਹਿੰਦੇ ਉਹ ਪਾਣਾ ਮੰਨਦੇ ਆ ਮਾਲਕ ਪਰਮਾਤਮਾ ਦਾ। ਹਰ ਜਨ ਉਤਮ ਭਗਤ ਸਦਾਵੇ ਆਗਿਆ ਮਨ ਸੁਖ ਹੋਈ ਸੁਖ ਪਾਈ। ਜੋ ਤਿਸ ਭਾਵੈ ਸਤ ਕਰ ਮਾਨੈ ਪਾਣਾ ਮਨ ਵਸਾਈ। ਉਹ ਮਨ ਦੇ ਵਿੱਚ ਪਾਣਾ ਵਸਾਉਂਦੇ ਆ ਵੀ ਮਾਲਕਾ ਮੇਰਾ ਭਲਾ ਇਸੇ 'ਚ ਹੀ ਹੈਗਾ ਜੋ ਤੂੰ ਕੀਤਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ, ਫਿਰ ਉਹ ਆਪਾਂ ਨੂੰ ਸਮਝਾ ਰਹੇ ਨੇ, ਸਾਨੂੰ ਮਜ਼ਬੂਤ ਕਰ ਰਹੇ। ਉਹ ਕਹਿੰਦੇ ਕਿ ਜਿੱਦਾਂ ਰੋਟੀ ਦੇ ਵਿੱਚ ਤੈਨੂੰ ਕੋਈ ਘਰ ਦੇ ਤੈਨੂੰ ਕਹਿੰਦੇ ਨਾ ਕਿ ਪ੍ਰਸ਼ਾਦਾ ਛਕ ਲਓ, ਪਰ ਆਪਾਂ ਪ੍ਰਸ਼ਾਦੇ ਨੂੰ ਗ੍ਰਹਿਣ ਕਰਦੇ ਹਾਂ। ਤੇ ਜਦੋਂ ਆਪਾਂ ਕਿੰਤੂ ਪਰੰਤੂ ਕਰਦੇ ਹਾਂ, ਤੇ ਜਿਹੜਾ ਸਾਡੇ ਸਾਹਮਣੇ ਅੰਨ ਆਇਆ ਹੈ, ਅੰਨ ਇੱਕ ਬੜਾ ਵੱਡਾ ਦੇਵਤਾ ਹੈ, ਉਹਨੇ ਸਾਡੀ ਅੰਤਰਾਕਰਨ ਦੀ ਤ੍ਰਿਪਤੀ ਕਰਨੀ ਹੈ। ਤੁਸੀਂ ਕਿਤੇ ਵੇਖਿਆ, ਤੁਹਾਨੂੰ ਭੁੱਖ ਲੱਗੀ ਹੋਵੇ ਤੇ ਤੁਹਾਡਾ ਸਾਰਾ ਸਰੀਰ ਰੌਲਾ ਪਾਉਂਦਾ ਕਿ ਰੋਟੀ ਚਾਹੀਦੀ, ਰੋਟੀ ਚਾਹੀਦੀ। ਤੇ ਅੰਨ 'ਚ ਇੰਨੀ ਬਰਕਤ ਆ, ਪਤਾ ਸਵਾਦੀ ਨਾ ਵੀ ਹੋਵੇ, ਸਾਦਾ ਹੀ ਖਾਣਾ ਹੋਵੇ, ਤੁਸੀਂ ਖਾਓਗੇ, ਤੁਹਾਡੀਆਂ ਅੰਤਰੀਆਂ ਇੱਕਦਮ ਤ੍ਰਿਪਤ ਹੋ ਜਾਣਗੀਆਂ। ਬਾਹਰ ਫਿਰ ਤੁਸੀਂ ਮਾਰਕੀਟ ਚੱਲ ਜਾਓ, ਜਿੰਨੇ ਮਰਜ਼ੀ ਭੋਜਨ ਪਏ ਆ, ਤੁਹਾਡਾ ਧਿਆਨ ਨਹੀਂ ਜਾਣਾ, ਕਿਉਂਕਿ ਢਿੱਡ ਭਰਿਆ। ਇੱਕ ਜ਼ਿੰਦਗੀ ਦਾ ਸਭ ਤੋਂ ਵੱਡਾ ਇੱਕ ਮਸਲਾ ਹੈ ਰੋਟੀ। ਬਹੁਤ ਸਟਰਗਲ ਕਰਕੇ ਫਿਰ ਜਾ ਕੇ ਬੰਦੇ ਨੂੰ ਪ੍ਰਾਪਤ ਹੁੰਦੀ ਹੈ। ਤੇ ਕਈਆਂ ਨੂੰ ਘਰਾਂ 'ਚ ਓਦਾਂ ਹੀ ਮਿਲ ਜਾਂਦੀ ਪੱਕੀ ਪਕਾਈ। ਉਹਨੂੰ ਵਿਚਾਰੇ ਨੂੰ ਕੀ ਪਤਾ ਕਿ ਰੋਟੀ ਕੀ ਚੀਜ਼ ਹੈ, ਬੜੀ ਮਹਿੰਗੀ ਚੀਜ਼ ਹੈ। ਸਾਰਿਆਂ ਨੂੰ ਐਡੀ ਆਸਾਨ ਰੋਟੀ ਨਹੀਂ ਮਿਲਦੀ, ਬੜਾ ਸਟਰਗਲ ਹੈ। ਤੋ ਇੱਥੇ ਇਹ ਕਹਿ ਰਹੇ ਨੇ ਕਿ ਜਿੱਦਾਂ ਰੋਟੀ ਆਪਾਂ ਖਾਂਦੇ ਹਾਂ, ਤੈਨੂੰ ਗ੍ਰਹਿਣ ਕਰਦੇ ਹਾਂ, ਉਸੇ ਹੀ ਤਰ੍ਹਾਂ ਪਰਮਾਤਮਾ ਵੀ ਬੰਦੇ ਦੇ ਜੀਵਨ ਦੇ ਵਿੱਚ ਕੋਈ ਏਦਾਂ ਦੇ ਰੂਲਸ ਰੈਗੂਲੇਸ਼ਨ ਬਣਾਏ ਨੇ, ਕੋਈ ਸਾਡੇ ਸੰਸਕਾਰ ਹੁੰਦੇ ਨੇ, ਉਹਨਾਂ ਨੂੰ ਭੋਗਣਾ ਹੀ ਪੈਂਦਾ ਹੈ। ਇਹ ਮਤਲਬ ਪ੍ਰਕਿਰਤੀ ਦੇ ਵਿੱਚ ਬੈਠੇ ਆ। ਪ੍ਰਕਿਰਤੀ 'ਚ ਕੀ ਹੁੰਦਾ ਵਾ ਕਿ ਬੇਸ਼ੱਕ ਮੈਂ ਹੁਣ ਭਗਤੀ ਕਰ ਰਿਹਾ,
ਔਰ ਮੈਂ ਨਵਾਂ ਸੰਸਕਾਰ ਨਹੀਂ ਪੈਦਾ ਕਰ ਰਿਹਾ, ਪਰ ਜਿਹੜੇ ਮੇਰੇ ਪੁਰਾਣੇ ਸੰਸਕਾਰ ਆ, ਜਿਹੜੀ ਮੇਰੀ ਸੇਵਿੰਗ ਹੈ ਨਾ ਬੈਂਕ 'ਚ, ਉਹ ਕੁਛ ਮੈਨੂੰ ਭੋਗਣੀ ਪੈਣੀ ਆ। ਮੂਲ ਬੈਂਕ ਦੇਖੋ, ਬੈਂਕਾਂ 'ਚ ਜਾ ਕੇ ਤਾਂ ਸਾਰਾ ਕਰਜ਼ਾ ਥੋੜੀ ਮਾਫ ਹੁੰਦਾ। आपने वेख्या नहीं आ गुरु ब्रह्म ज्ञानी किन्ने है, उन्होंने जीवन वेखो कितना टाइट, किन्नी प्रीख्या। वो जिहड़ा कुछ हैगा है देखो, पता की हुंदा वा, वो एक टाइम हुंदा वा कि जदों बंदा मुक्त हुंदा ना ते लास्ट थोड़ा प्रेशर बहुत वधदा। कोई भी चीज हुंदी है जदों चीज खत्म करनी हुंदी है ना, तो उदों फिर वेखोगे जिहड़ा बंदा बंदगी करदा ना, ओदी जिंदगी च थोड़ा जिहा प्रेशर ज्यादा होगा नजर साहब। बिल्कुल इफेक्ट हैगा जी, इफेक्ट हैगा, थोड़ा जिहा प्रेशर रहूगा, क्योंकि इम्तिहान उदा ही होना वा जिन्ने पेपर देन, जिन्ने पढ़ना, ते जिन्ने पढ़ना ही नहीं। हुण जिथे कोई बंदा हैगा वो तो लंबियां तान के बैठा, हुण कि तक अनंत जन्मां दा उन्हें ठेका लैके रखिया, ते प्रकृति उत्ते ज्यादा प्रेशर नहीं पाउंदी। प्रकृति उन्हें थोड़ा थोड़ा ही देई जांदी, चलदा रहे। हुण पता प्रकृति नूं किहने कित्थे जाना है, ये ते लंबियां तान के बैठा है, जिहदे रस्ता च भोगां च बैठा है। पर जिहड़ा भोगां तो उपर उठण दी कोशिश करदा है ना, उत्थे की हुंदा कि कबीर जी वांगू फिर औखी घाटी ते चढ़न वाला काम हो जांदा। बिल्कुल माया जिहड़ी हैगी ਉਹ ਛੱਡਦੀ ਕਿੱਥੇ ਹੈ ਮਾਇਆ ਜਿਹੜੀ ਹੈਗੀ। ਜਦ ਹੁਣ ਮਾਇਆ ਤੋਂ ਛੁੱਟਣ ਲੱਗਦਾ ਬੰਦਾ ਤੇ ਉਹ ਕਹਿੰਦੀ ਹੈ ਪੂਰੀ ਤਸੱਲੀ ਕਰਨੀ ਹੈ ਮੈਂ ਤਾਂ। ਹਾਂ, ਉਹਦੇ ਚ ਹੁੰਦਾ ਕਿ ਉਹ ਸਾਡਾ ਬਰਤਨ ਪੂਰਾ ਤਿਆਰ ਕਰਦੇ ਹੈਗੇ, ਕਿਉਂਕਿ ਬਿਨਾ ਹੁਣ ਮੈਂ ਇੱਥੇ ਗੱਡੀ ਚਲਾਉਂਦੇ ਆ, ਬੜੀ ਖੁੱਲੀ ਸੜਕ ਆ, ਮੈਨੂੰ ਪਤਾ ਮਾਂ ਦਾ ਸਿਰ ਲੱਗਣਾ। ਮੈਨੂੰ ਤੇ ਪਤਾ ਉਦੋਂ ਲੱਗਣਾ ਹੈ ਜਦੋਂ ਮੈਂ ਗੱਡੀ ਚਲਾਵਾਂ ਤੇ ਇੱਥੇ ਬਹੁਤ ਜ਼ਿਆਦਾ ਟ੍ਰੈਫਿਕ ਹੋਵੇ, ਖੱਡੇ ਹੋਣ, ਟੁੱਟੀ ਭੱਜੀ ਸੜਕ ਹੋਵੇ, ਫਿਰ ਪਤਾ ਲੱਗੂਗਾ ਮੈਨੂੰ, ਫਿਰ ਮੈਨੂੰ ਸਿੱਖਣ ਨੂੰ ਕੁਝ ਮਿਲੂਗਾ। ਇਸੇ ਹੀ ਤਰ੍ਹਾਂ ਜ਼ਿੰਦਗੀ ਦੇ ਵਿੱਚ ਕੁਝ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਬੜੀਆਂ ਜ਼ਰੂਰੀ ਨੇ, ਕਿਉਂਕਿ ਉਹ ਤੋਂ ਬਿਨਾਂ ਮਜ਼ਾ ਨਹੀਂ ਆਉਣਾ। ਤੁਸੀਂ ਕੰਮ ਕਰਕੇ ਰੋਟੀ ਖਾ ਕੇ ਵੇਖ ਲਓ ਕਿੱਡਾ ਮਜ਼ਾ ਆਉਂਦਾ। ਤੁਸੀਂ ਨਾ ਕੰਮ ਕਰੋ, ਰੋਟੀ ਖਾਈ ਜਾਓ, ਬਿਲਕੁਲ ਚੰਗੀ ਨਹੀਂ ਲੱਗਣੀ ਤੁਹਾਨੂੰ। ਤੇ ਕੰਮ ਕੀਤਾ ਹੋਵੇ 5-6 ਘੰਟੇ, ਮੁੜ ਕੇ ਤੁਹਾਨੂੰ ਕੋਈ ਸੁੱਕੀ ਰੋਟੀ ਵੀ ਦੇਵੇ ਨਾ, ਤੇ ਤੁਸੀਂ ਖੁਸ਼ੀ ਨਾਲ ਖਾਣੀ ਹੈ, ਸ਼ੁਕਰ ਰੋਟੀ ਮਿਲ ਗਈ, ਕਿਉਂਕਿ ਉਹ ਤੁਹਾਡੇ ਅੰਦਰ ਇੱਕ ਮਤਲਬ ਖਿੱਚ ਬਣੀ ਆ ਰੋਟੀ ਦੇ ਪ੍ਰਤੀ, ਤੁਹਾਡਾ ਮਾਣ ਸਨਮਾਨ ਵਧਿਆ। ਤੇ ਜਿਹਨੇ ਕੰਮ ਨਹੀਂ ਕੀਤਾ ਉਦਾਂ ਹੀ ਰੋਟੀ ਪੱਕੀ ਜਾਂਦੀ ਆ, ਉਹਨੂੰ ਕੀ ਪਤਾ ਰੋਟੀ ਕੀ ਚੀਜ਼ ਹੈ। ਕਦਰ ਤੇ ਉਹਨੂੰ ਹੈ ਜਿਹਨੂੰ ਥੋੜੀ ਔਖੀ ਟੈਟ ਮਿਲਦੀ ਹੈ। ਤੇ ਇਸੇ ਲਈ ਪ੍ਰਕਿਰਤੀ ਦਾ ਨਿਯਮ ਹੈ, ਜਦੋਂ ਕੋਈ ਚੀਜ਼ ਸਾਡੇ ਸਾਹਮਣੇ ਅਰਪਣ ਹੋਈ ਹੈ, ਪੈਦਾ ਹੋ ਗਈ, ਅਸੀਂ ਉਸ ਨੂੰ ਸਵੀਕਾਰ ਕਰਨਾ ਹੈ ਉਹਦੇ ਰੂਪ। ਉਹਦੇ ਨਾਲ ਦੋ ਕੰਮ ਹੋਣਗੇ। ਦੇਖੋ, ਨਾ ਵੀ ਸਵੀਕਾਰ ਕਰੋਗੇ ਤੇ ਕੀ ਕਰ ਲੋਗੇ? ਕੁਛ ਕਰ ਸਕਦੇ ਆਪ ਨਹੀਂ। ਸਾਡੇ ਪੱਲੇ ਹੈਗਾ ਕੁਛ? ਰੌਲਾ ਪਾਓਗੇ, ਰੱਬ ਸੁਣੂਗਾ ਤੁਹਾਡੀ ਗੱਲ, ਜਾਂ ਨਿਯਮ ਚੇਂਜ ਕਰ ਦੂਗੀ ਪ੍ਰਕਿਰਤੀ? ਸਾਨੂੰ ਤਾਂ ਕੁਛ ਵੀ ਨਹੀਂ ਪਤਾ। ਸਾਨੂੰ ਤੇ ਇਹ ਨਹੀਂ ਪਤਾ ਸਾਡੇ ਸਰੀਰ 'ਚ ਕੀ ਹੋਣ ਡਿਆ। ਇਹ ਪ੍ਰਕਿਰਤੀ ਦਾ ਨਿਯਮ ਹੈ। ਦੇਖੋ, ਬਿਨਾਂ ਕਾਰਨ ਦੇ ਕੁਛ ਵੀ ਚੀਜ਼ ਨਹੀਂ ਹੋ ਰਹੀ। ਤੁਸੀਂ ਪੱਥਰ ਸੁੱਟਿਆ ਤੇ ਪੱਥਰ ਉੱਥੇ ਗਿਆ, ਆਪਣੇ ਆਪ ਪੱਥਰ ਉੱਡ ਕੇ ਨਹੀਂ ਜਾਂਦਾ। ਜੋ ਵੀ ਕੁਝ ਹੋ ਰਿਹਾ ਹੈ ਉਹਦੇ ਪਿੱਛੇ ਬੜਾ ਵੱਡਾ ਸਿਸਟਮ ਹੈ। ਉਹ ਸਾਡੇ ਸੰਸਕਾਰ ਨੇ ਤੇ ਸਾਨੂੰ ਧੂਈ ਫਿਰਦੇ ਨੇ। ਹਾਂਜੀ ਨਿਰਜਲ ਸਾਹਿਬ, ਆਖਰੀ ਬੰਦ ਆ ਗਿਆ। ਕਹੇ ਕਬੀਰ ਸੁਨੋ ਰੇ ਸੰਤੋ, ਮੇਰੀ ਮੇਰੀ ਝੂਠੀ। ਹੁਣ ਕਬੀਰ ਜੀ ਕਹਿ ਰਹੇ, ਦੇਖ ਲਓ ਪਿਆਰਿਓ, ਹਾਲੇ ਸਵਾਸ ਹੈਗੇ, ਉਮਰ ਹੈਗੀ ਆ, ਬੰਦਗੀ ਕਰਨ ਦਾ ਪੂਰਾ ਮੌਕਾ ਹੈਗਾ, ਤੇ ਸੁਣ ਲਓ। ਹੁਣ ਕਿਹਨੂੰ ਕਹਿ ਰਹੇ ਆ? ਦੇਖੋ, ਆਮ ਆਦਮੀ ਨੂੰ ਨਹੀਂ ਕਹਿ ਰਹੇ। ਕਹੇ ਕਬੀਰ ਸੁਨੋ ਰੇ ਭਾਈ, ਸੰਤਾਂ ਨੂੰ ਕਹਿ ਰਹੇ ਭਾਈ। ਬਿਲਕੁਲ ਦੇਖੋ, ਸੰਤ ਵਰਡ ਲਾਇਆ ਉੱਥੇ ਕਬੀਰ ਜੀ ਨੇ ਕਿ ਜਿਹੜੇ ਭਗਤੀ ਕਰ ਰਹੇ ਆ, ਇਸ ਮਾਰਗ ਤੇ ਹੈਗੇ ਔਰ ਰੁਕੇ ਹੋਏ ਆ, ਜਾਂ ਕੋਈ ਰੁਕਾਵਟ ਹੈਗੀ, ਜਾਂ ਐਡਵਾਂਸ ਦੱਸਦੇ ਆ ਵੀ ਆਹ ਰੁਕਾਵਟ ਹੋ ਸਕਦੀ ਆ। ਕਹੇ ਕਬੀਰ ਸੁਨੋ ਰੇ ਸੰਤੋ, ਮੇਰੀ ਮੇਰੀ ਝੂਠੀ। ਕਹਿੰਦੇ ਇੱਥੇ ਕੋਈ ਮੇਰੀ ਨਹੀਂ ਹੈਗੀ, ਕੋਈ ਤੇਰੀ ਚੀਜ਼ ਨਹੀਂ ਹੈਗੀ, ਸਾਰੀ ਪ੍ਰਕਿਰਤੀ ਹੈਗੀ, ਸਾਰੀ ਦੀ ਸਾਰੀ, ਸਾਰਿਆਂ ਦੀ ਸਾਂਝੀ ਹੈਗੀ। ਕਹੇ ਕਬੀਰ ਸੁਨੋ ਰੇ ਸੰਤੋ, ਮੇਰੀ ਮੇਰੀ ਝੂਠੀ। ਚਿਰਗਟ ਫਾਰ ਚਟਾਰਾ ਲੈ ਗਿਓ, ਤਰੀ ਤਾਗਰੀ ਛੂਟੀ। ਹੁਣ ਆ ਕੀ ਬਾਉਂਸਰ ਪਾਤਾ ਕਬੀਰ ਜੀ ਨੇ? ਚਿਰਗਟ ਫਾਰ ਚਟਾਰਾ ਲੈ ਗਿਓ, ਤਰੀ ਤਾਗਰੀ ਛੂਟੀ। ਕਹਿੰਦੇ ਦੇਖ ਲਾ ਮਿੱਤਰਾ, ਚਿਰਗਟ ਕਹਿੰਦੇ ਆ ਜਿਹੜਾ ਪਿੰਜੜਾ ਤੋੜ ਕੇ ਜਿਹੜਾ ਹੈਗਾ ਉਹਦੇ ਵਿੱਚ ਪੰਛੀ ਜਿਹੜਾ ਸੀ, ਚਟਾਰਾ ਜਿਹੜਾ ਸੀਗਾ, ਚਿੜਾ ਜਿਹੜਾ ਸੀਗਾ, ਜੋ ਵੀ ਸੀਗਾ ਉਹਦੇ ਵਿੱਚ, ਤੋਤਾ ਸੀਗਾ, ਉਹਨੂੰ ਬਿੱਲਾ ਲੈ ਗਿਆ, ਖਾ ਗਿਆ। ਬਿੱਲੀ ਬਿੱਲਾ ਖਾ ਗਈ। ਚਿਰਗਟ ਫਾਰ, ਪਿੰਜਰਾ ਤੋੜ ਕੇ ਲੈ ਗਿਆ। ਚਿਰਗਟ ਫਾਰ ਚਟਾਰਾ ਲੈ ਗਿਓ, ਤਰੀ ਤਾਗਰੀ ਛੂਟੀ। ਹੁਣ ਉਹਦੀ ਜਿਹੜੀ ਹੈ ਠੂਠੀ ਜਿਹੜੀ ਸੀਗੀ,
ਉਹ ਜਿਹਦੇ 'ਚ ਪਾਣੀ ਪਾਉਂਦੇ ਸੀ, ਜਾਂ ਜਿਹਦੇ 'ਤੇ ਇੱਕ ਦਾਣੇ ਪਾਉਂਦੇ ਸੀ, ਤਰੀ ਤਾਗਰੀ ਜਿਹੜੀ ਹੈਗੀ, ਕਹਿੰਦੇ ਉਹ ਛੁੱਟ ਗਈ। ਹੁਣ ਉਹਨੂੰ ਉਹਦਾ ਕੀ ਯੂਜ਼ ਹੈਗਾ? ਕਹਿੰਦੇ ਇਸ ਕਰਕੇ ਮਿੱਤਰਾ ਯਾਦ ਰੱਖ ਲਾ, ਉਹ ਚਿਰਗਟ ਨੇ ਜਿਹੜਾ ਹੈਗਾ ਲੈ ਜਾਣਾ ਹੈ ਤੈਨੂੰ। ਆਹ ਸਰੀਰ ਤੇਰਾ ਸਾਰਾ ਛੁੱਟ ਜਾਣਾ ਹੈ, ਖਾਣਾ ਪੀਣਾ ਤੇਰਾ ਸਾਰਾ, ਦੁਨੀਆ ਦੇ ਪਦਾਰਥ ਸਾਰੇ ਦੇ ਸਾਰੇ, ਤੇ ਚਾਂਸ ਹੈਗਾ, ਇਹ ਚਾਂਸ ਨੂੰ ਯੂਜ਼ ਕਰਨਾ ਹੈ ਤੇ ਕਰ ਲਾ। ਹਾਂਜੀ ਵੀਰ ਜੀ। ਅੱਜ ਠੀਕ ਹੈ ਜੀ, ਕਬੀਰ ਜੀ ਕਹਿ ਰਹੇ ਨੇ ਕਿ ਮੇਰੀ ਝੂਠੀ। ਹਾਂ, ਉਹ ਆਮ ਬੰਦੇ ਨੂੰ ਨਹੀਂ ਕਹਿ ਰਹੇ, ਸੰਤਾਂ ਨੂੰ ਕਹਿ ਰਹੇ ਆ। ਬਿਲਕੁਲ। ਸੰਤੋ ਜਿਹੜੇ ਅਧਿਆਤਮਿਕ ਸਫ਼ਰ ਕਰ ਰਹੇ ਨੇ, ਉਹ ਕਹਿੰਦੇ ਜਦੀ ਮੈਂ ਨਾ ਕਰ, ਇਹ ਕੋਈ ਚੰਗੀ ਚੀਜ਼ ਨਹੀਂ ਹੈ, ਇਹ ਝੂਠੀ ਹੈਗੀ ਹੈ। ਆਪਾਂ ਨੂੰ ਹੀ ਕਹਿ ਰਹੇ, ਮਤਲਬ ਆਪਾਂ ਨੂੰ ਹੀ ਕਹਿ ਰਹੇ ਗੁਰਕੀ ਸਾਹਿਬ। ਹਾਂ, ਆਪਾਂ ਨੂੰ ਹੀ ਕਹਿ ਰਹੇ ਆ। ਹਾਂ, ਆਪਾਂ ਨੂੰ ਕਹਿ ਰਹੇ ਜੇ ਆਪਾਂ ਸਾਧਨਾ ਕਰਦੇ ਆ ਕਿ ਤੁਸੀਂ ਜਦੀ ਮੈਂ ਨਾ ਕਰਿਆ ਕਰੋ, ਕਿਉਂਕਿ ਝੂਠੀ ਹੈਗੀ ਇਹ ਕੋਈ ਚੰਗੀ ਚੀਜ਼ ਨਹੀਂ ਹੈਗੀ। ਤੇ ਫਿਰ ਉਹ ਕਹਿੰਦੇ ਆ ਕਿ ਚਿਰਗਟ, ਫਿਰ ਕਹਿੰਦੇ ਆ ਕਿ ਫਿਰ ਉਹ ਜਦੋਂ ਬਿੱਲਾ ਲੈ ਗਿਆ ਚਿਰਗਟ ਫਾਰ, ਚਟਾਰਾ ਲੈ ਗਿਆ ਤਰੀ ਤਾਗਰੀ ਛੂਟੀ। ਹਾਂ, ਤੇ ਫਿਰ ਜਦੋਂ ਬਿੱਲਾ ਝਪਟਾ ਮਾਰਦਾ ਤੇ ਵੇਖੋ ਜਾਨ ਪੰਛੀ ਦਾ ਕੀ ਹਾਲ ਕਰਦਾ, ਤੇ ਉਹ ਤੇ ਫਿਰ ਬਾਕੀ ਰਹਿ ਹੀ ਜਾਂਦਾ ਉੱਥੇ ਸਮਾਨ ਬਸ, ਤੇ ਉਹ ਉਹਨੂੰ ਤੇ ਖਾ ਜਾਂਦਾ ਅਗਲਾ। ਇਸੇ ਹੀ ਤਰ੍ਹਾਂ ਕਹਿੰਦੇ ਕਿ ਜੇ ਤੂੰ ਜਿਹੜਾ ਤੈਨੂੰ ਦਿਖਦਾ ਪਿਆ ਨਾ ਤੇਰੇ ਸੰਸਾਰ ਜਿਹੜਾ ਤੂੰ ਮਹਿਲ ਮਾੜੀ ਬਣਾ ਕੇ ਬੈਠਾ ਹੈ, ਜਦੋਂ ਝਪਟਾ ਵੱਜਾ ਤੇ ਇੱਥੇ ਰਹਿ ਜਾਣਾ, ਸਭ ਕੁਝ ਇੱਥੇ ਰਹਿ ਜਾਣਾ, ਸਰੀਰ ਵੀ ਇੱਥੇ ਰਹਿ ਜਾਣਾ। ਹਾਂ, ਇਹ ਪ੍ਰਕਿਰਤੀ, ਇਹ ਪੰਜਾਂ ਤੱਤਾਂ ਤੋਂ ਬਣਿਆ ਤੇਰਾ ਸਰੀਰ, ਇਹ ਪੰਜ ਤੱਤ ਵਾਪਸ ਚੱਲ ਜਾਣੇ ਆ, ਜੀਵ ਨੇ ਅੱਗੇ ਤੁਰ ਪੈਣਾ। ਬਿਲਕੁਲ। ਜਿਹੜੇ ਸਰੀਰ ਨੂੰ ਆਪਾਂ ਖਿਲਾਈ ਜਾ ਰਹੇ ਹਾਂ, ਭੋਗ ਵਿਲਾਸ ਕਰੀ ਜਾ ਰਹੇ ਹਾਂ, ਜਿਹੜੇ ਸਰੀਰ ਦੇ ਵਾਸਤੇ ਆਪਾਂ ਜੀ ਰਹੇ ਹਾਂ, ਕਹਿੰਦੇ ਉਹਨੇ ਤਾਂ ਇੱਥੇ ਹੀ ਰਹਿ ਜਾਣਾ ਭਾਈ। ਇਹ ਤਰੀ ਤਾਗਰੀ ਤਾਂ ਛੁੱਟ ਜਾਣੀ ਹੈ ਤੇਰੀ ਜਿਹੜੀ ਹੈ, ਇਹ ਭੋਗ ਵਿਲਾਸ ਇੱਥੇ ਦੇ ਇੱਥੇ ਖਤਮ ਹੋ ਜਾਣੇ। ਹਾਂ, ਤੇ ਅਗਲੇ ਬੰਨੇ ਤੇਰਾ ਸਿਸਟਮ ਜਿਹੜਾ ਵਾ ਤੇਰਾ ਉਹ ਚੱਲ ਪੈਣਾ। ਪਰ ਵੈਸੇ ਵੀ ਸਾਧ ਸੰਗਤ ਹੀ ਅਗਲੇ ਬੰਨੇ ਤੇ ਚੱਲਣਾ ਹੀ ਚੱਲਣਾ। ਜਿਹੜਾ ਬੰਦਾ ਗਲਤ ਤਰੀਕੇ ਨਾਲ ਚੱਲਦਾ ਨਾ, ਜੀਵਨ ਨੂੰ ਚਲਾਉਂਦਾ ਹੈ, ਉਹ ਇੱਥੇ ਸੁਖੀ ਨਹੀਂ ਹੈਗਾ। ਦੇਖੇ ਨਾ ਬਾਣੀ ਚ ਲਿਖਿਆ, ਵੱਡੇ ਦੀਸੇ ਲੋਕ, ਵੱਡੇ ਜੋ ਦੀਸੇ ਲੋਕ ਹਾਂ, ਤੇ ਹਉਮੈ ਰੋਗ। ਤੈਨੂੰ ਵੱਡੇ ਲੋਕ ਦਿੱਤੇ ਪਏ ਨੇ, ਇਹ ਲੋਕ ਇਹਦੇ ਸੁਖੀ ਥੋੜੀ ਹੈਗੇ, ਬੜੀ ਚਿੰਤਾ ਚ ਹਨ, ਬੜੇ ਪਰੇਸ਼ਾਨ ਹੈਗੇ, ਰਾਤ ਨੂੰ ਨੀਂਦ ਨਹੀਂ ਆਉਂਦੀ ਇਹਨਾਂ ਨੂੰ। ਪਤਾ ਨਹੀਂ ਕੀ ਉਹਨਾਂ ਦੇ ਅੰਦਰ ਚੱਲ ਰਿਹਾ, ਕੋਈ ਚਿੰਤਾ ਹੀ ਚਿੰਤਾ ਚੱਲ ਰਹੀ ਹੈ। ਔਰ ਗਰੀਬ ਬੰਦਾ ਸੁਖੀ ਹੈ, ਉਹਨੇ ਕਿਹੜਾ ਕਿਹਦਾ ਦੇਣਾ, ਕੰਮ ਕਰਕੇ ਦਿਹਾੜੀ ਲਿਆਂਦੀ, ਅਰਮਾਨ ਨਾਲ ਖਾ ਕੇ ਸੌਂਦਾ, ਦਿਨੇ ਫਿਰ ਤੁਰ ਪੈਂਦਾ। ਉਹ ਦੇਖਣ ਨੂੰ ਗਰੀਬ ਲੱਗਦਾ, ਦੁਖੀ, ਪਰ ਉਹ ਸੁਖੀ ਹੈ। ਕਿਉਂਕਿ ਸੁਖੀ ਹੋਣ ਦਾ ਤੇ ਅਮੀਰੀ ਦੇ ਨਾਲ ਕਨੈਕਸ਼ਨ ਨਹੀਂ ਹੈਗਾ, ਇਹ ਸਾਡੇ ਮਨ ਦੀ ਅਵਸਥਾ ਹੈ। ਜਿੱਦਾਂ ਆਪਾਂ ਆਪਣੇ ਅੰਦਰ ਜ਼ਿਆਦਾ ਚੰਚਲਤਾ ਪੈਦਾ ਕਰੀ ਜਾਂਦੇ ਹਾਂ, ਆਪਾਂ ਬੈਠੇ ਚਿੰਤਨ ਕਰੀ ਜਾਂਦੇ ਹਾਂ, ਉਹ ਨਹੀਂ ਹੈਗਾ। ਤੁਸੀਂ ਕਿਸੇ ਕੋਲ ਵੀ ਜਾ ਕੇ ਦੇਖ ਲਓ, ਹਰ ਕੋਈ ਬੰਦਾ ਜਿਹੜਾ ਨਾ ਅੱਗੇ ਵਧਣਾ ਚਾਹੁੰਦਾ ਹੈ, ਉਹ ਜੋ ਹੈਗਾ ਉਹ ਤੋਂ ਸੰਤੁਸ਼ਟ ਨਹੀਂ ਹੈਗਾ। ਇੱਥੋਂ ਤੱਕ ਲੋਕਾਂ ਨੂੰ ਤਾਂ ਛੱਡੀਏ, ਆਪਾਂ ਕਿਹੜੇ ਸੰਤੁਸ਼ਟ ਹੋਏ ਆ। ਸਾਡੇ ਪਿੰਡ ਨਿੱਕਾ ਜਿਹਾ ਘਰ ਹੁੰਦਾ ਸੀ, 2 ਕਮਰਿਆਂ ਦਾ, ਟਾਈਲਾਂ ਲੱਗੀਆਂ ਸੀ। ਮੁੜ ਕੇ ਉਸ ਤੋਂ ਵੱਡਾ ਘਰ ਬਣ ਗਿਆ, ਫਿਰ ਉੱਥੋਂ ਗਾਂ ਫਿਰ ਕੋਟ ਸ਼ਹਿਰ ਆ ਗਏ, ਉਸ ਤੋਂ ਵੀ ਗਾਂ ਫਿਰ ਇੱਥੇ ਆ ਗਏ ਕੋਠੀ ਪਾਲੀ, ਉਸ ਤੋਂ ਵੀ ਗਾਂ ਫਿਰ ਇੱਕ ਮਕਾਨ ਲੈ ਲਿਆ। ਹੁਣ ਇਹਨੂੰ ਵੀ ਵੇਚ ਕੇ ਹੋਰ ਗਾਂ ਜਾਨੂੰ ਫਿਰਦੇ ਆ। ਇਹ ਜਿਹੜੀ ਸਾਡੇ ਅੰਦਰ ਜਿਹੜੀ ਹੈ ਨਾ, ਉਹ ਚੱਲਦੀ ਰਹਿਣੀ ਹੈ। ਬੰਦਾ ਜਦੋਂ ਚੀਜ਼ ਨਹੀਂ ਹੈਗੀ ਆ, ਸੁਪਨਾ ਵਾ, ਮਿਲ ਗਈ ਤੇ ਸੁਪਨਾ ਚੂਰ ਹੋ ਗਿਆ, ਫਿਰ ਤੁਹਾਡੇ ਮਨ ਨੇ ਨਵਾਂ ਸੁਪਨਾ ਤਿਆਰ ਕਰ ਦੇਣਾ। ਉਹਨੇ ਕਹਿਣਾ ਛੱਡ ਖੜਾ, ਇਹਨੂੰ ਰਹਿਣ ਦੇ, ਹੁਣ ਆਪਾਂ ਉੱਥੇ ਚੱਲੀਏ। ਹੋਵੇ ਏਦਾਂ ਹੀ ਬੰਦੇ ਨੂੰ ਭਜਾਉਂਦਾ ਰਹਿੰਦਾ, ਔਰ ਸਾਰੀ ਜ਼ਿੰਦਗੀ ਲੰਘ ਜਾਂਦੀ। ਹਾਂਜੀ ਨਹੀਂ ਚੱਲਦਾ। ਅਗਲਾ ਇਹੀ ਚੀਜ਼ ਅੱਗੇ ਮਹਾਰਾਜ ਕਹਿ ਰਹੇ ਕਬੀਰ ਜੀ, ਆਸਾ ਹਮ ਮਸਕੀਨ ਖੁਦਾਈ ਬੰਦੇ, ਤੁਮ ਰਾਜਸ ਮਨ ਭਾਵੈ। ਇਹ ਤੁਮਰਾ ਜਸ ਨਹੀਂ ਪੜਨਾ, ਇਹਨੂੰ ਤੁਮ ਨੂੰ ਅਲੱਗ ਕਰਨਾ ਹੈ, ਰਾਜਸ ਨੂੰ ਅਲੱਗ ਕਰਨਾ ਹੈ। ਤੁਮਰਾ ਜਸ ਵੀ ਬਣ ਜਾਂਦਾ ਹੈ। ਹਮ ਮਸਕੀਨ ਖੁਦਾਈ ਬੰਦੇ, ਤੁਮ ਰਾਜਸ ਮਨ ਭਾਵੈ। ਕਹਿੰਦੇ ਅਸੀਂ ਤਾਂ ਭਾਈ ਗਰੀਬ ਹੈਗੇ ਆ, ਖੁਦਾ ਹੀ ਬੰਦੇ ਆ, ਰੱਬ ਦੀ ਰੱਬ ਨੂੰ ਜਿਹੜਾ ਹੈਗਾ ਹਾਜ਼ਰ ਨਾਜ਼ਰ ਜਾਣਦੇ ਆ, ਤੇ ਕੋਈ ਪਾਪ ਨਹੀਂ ਕਰਦੇ, ਕੋਈ ਕਿਸੇ ਮਾੜੇ ਕੰਮ ਤੋਂ ਸੰਕੋਚਦੇ ਆ। ਹਮ ਮਸਕੀਨ ਖੁਦਾਈ ਬੰਦੇ, ਤੁਮ ਰਾਜਸ ਮਨ ਭਾਵੇ। ਔਰ ਤੁਹਾਨੂੰ ਜਿਹੜਾ ਹੈਗਾ ਅਮੀਰੀ ਚੰਗੀ ਲੱਗਦੀ ਆ, ਇਹ ਜਿਹੜੀ ਹੈਗੀ ਤੁਹਾਨੂੰ ਅਮੀਰੀ ਚੰਗੀ ਲੱਗਦੀ ਆ। ਤੁਹਾਡੇ ਕੋਲ ਕੰਟਰੋਲ ਹੈਗਾ, ਜੇ ਤੁਹਾਡੇ ਅੰਦਰ ਕਈ ਇਨਸਾਨ ਤੁਹਾਡੇ ਅੰਡਰ ਹੈਗੇ ਆ। ਹਮ ਮਸਕੀਨ ਖੁਦਾਈ ਬੰਦੇ, ਤੁਮ ਰਾਜਸ ਮਨ ਭਾਵੈ। ਅੱਲਾ ਅਵਲ ਦੀਨ ਕੋ ਸਾਹਿਬ,
ਜ਼ੋਰ ਨਹੀਂ ਫਰਮਾਵੈ। ਇੱਕ ਗੱਲ ਯਾਦ ਰੱਖੋ ਬਈ ਤੁਸੀਂ ਜਿਹੜਾ ਹੈਗਾ ਧੱਕਾ ਕਰ ਰਹੇ ਹੋ ਕਿਸੇ ਦੇ ਨਾਲ, ਕਿਸੇ ਦਾ ਹੱਕ ਮਾਰ ਰਹੇ ਹੋ, ਤੇ ਮਾਲਕ ਪਰਮਾਤਮਾ ਜਿਹੜਾ ਹੈਗਾ ਅੱਲਾ ਅਵਲ, ਸਭ ਤੋਂ ਅਵਲ ਉਹ ਮਾਲਕ ਪਰਮਾਤਮਾ, ਸਾਰਿਆਂ ਦਾ ਕੰਟਰੋਲਰ ਉਹ ਹੈਗਾ। ਇਹ ਦੁਨੀਆ ਨੂੰ ਬਣਾਉਣ ਵਾਲਾ ਉਹ ਹੈਗਾ। ਦੀਨ ਕੋ ਸਾਹਿਬ, ਇਹ ਧਰਮ ਦਾ ਮਾਲਕ ਉਹ ਹੈਗਾ। ਇਨਸਾਨ ਦੇ ਫਰਜ਼ ਦਾ ਮਾਲਕ ਉਹ ਹੈਗਾ। ਜ਼ੋਰ ਨਹੀਂ ਫਰਮਾਵੈ, ਉਹ ਨਹੀਂ ਕਹਿੰਦਾ ਭਾਈ ਕਿਸੇ ਦੇ ਨਾਲ ਧੱਕਾ ਕਰ, ਬਿਲਕੁਲ ਨਹੀਂ ਕਹਿੰਦਾ। ਉਹ ਨਹੀਂ ਕਹਿੰਦਾ ਜ਼ੋਰ ਕਰ ਕਿਸੇ ਦੇ ਨਾਲ, ਕਿਸੇ ਦਾ ਹੱਕ ਮਾਰ। ਕਾਜੀ ਬੋਲਿਆ ਬਨ ਨਹੀਂ ਆਵੈ ਰਹਾਓ। ਹੇ ਕਾਜੀ, ਤੂੰ ਐਡੀ ਵੱਡੀ ਪੋਸਟ ਦੇ ਉੱਤੇ ਹੈਗਾ, ਇੰਨੇ ਲੋਕ ਜਿਹੜੇ ਹੈਗੇ ਤੇਰੇ ਕੋਲ ਆਉਂਦੇ ਆ, ਤੇ ਤੂੰ ਜਿਹੜਾ ਹੈਗਾ ਜੋ ਕਰ ਰਿਹਾ ਆ ਔਰ ਤੂੰ ਜੋ ਬੋਲ ਰਿਹਾ ਆ, ਇਹ ਦੋਨੋਂ ਜਿਹੜੇ ਹੈਗੇ ਮੈਚ ਨਹੀਂ ਕਰਦੇ। ਕਾਜੀ ਬੋਲਿਆ ਬਨ ਨਹੀਂ ਆਵੇ, ਜੋ ਤੂੰ ਬੋਲਦਾ ਆ ਉਹ ਤੇਰਾ ਹੈ ਨਹੀਂ, ਐਕਸ਼ਨ ਨਹੀਂ ਹੈਗਾ। ਇਹ ਦੋਨੋਂ ਜਿਹੜੇ ਹੈਗੇ ਇਹ ਮੈਚ ਨਹੀਂ ਕਰ ਰਹੇ ਤੇਰੇ। ਰਹਾਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਤੇ ਫਿਰ ਆਪਾਂ ਨੂੰ ਸਮਝਾ ਰਹੇ ਨੇ ਕਿ ਕਹਿ ਰਹੇ ਨੇ ਕਿ ਅਸੀਂ ਤੇ ਹੈਗੇ ਮਸਕੀਨ ਬੰਦੇ, ਆਮ ਹੀ ਭੋਲੇ ਭਾਲੇ ਨਿਮਾਣੇ ਜੇ ਲੋਕ, ਪਰ ਆਪਾਂ ਨਿਮਾਣੇ ਤੇ ਹੈਗੇ ਆ, ਪਰ ਅਸੀਂ ਉਹ ਕਹਿੰਦੇ ਕਿ ਅਸੀਂ ਮਤਲਬ ਏਦਾਂ ਦਾ ਮਾੜਾ ਕੰਮ ਨਹੀਂ ਕਰ ਰਹੇ ਕੋਈ, ਜਿਹਦੇ ਨਾਲ ਕਿ ਸਾਨੂੰ ਕੱਲ ਨੂੰ ਕੋਈ ਸਮੱਸਿਆ ਪੈਦਾ ਹੋ ਜਾਏ, ਕੋਈ ਮੁਸ਼ਕਲ ਖੜੀ ਹੋ ਜਾਏ। ਇਸ ਕਰਕੇ ਆਪਣੇ ਮਨ ਨੂੰ ਸੰਕੋਚਦੇ ਨੇ ਮਾੜੇ ਕੰਮ ਕਰਨ ਤੋਂ। ਪਰ ਆਮ ਬੰਦਾ ਕਿੱਥੇ ਸੋਚਦਾ, ਉਹ ਕਹਿੰਦਾ ਮਾੜਾ ਕੰਮ ਕੀਤਾ ਕੁਛ ਮਿਲਦਾ, ਲਿਆਓ ਬਈ ਕੀ ਫਰਕ ਪੈਂਦਾ, ਡਾਕੂਮੈਂਟਰੀ ਲਾਉਂਦੇ ਕੰਮ ਕਰ ਲੱਗਿਆ। ਫਿਰ ਉਹ ਕਹਿੰਦੇ ਨੇ ਕਿ ਅਸੀਂ ਏਦਾਂ ਦਾ ਕੋਈ ਕੰਮ ਨਹੀਂ ਕਰਦੇ। ਫਿਰ ਕਹਿੰਦੇ ਕਿ ਫਿਰ ਅਗਰ ਬੰਨੇ ਫੇਰ ਸਮਝਾ ਰਹੇ ਨੇ ਕਿ ਜੇ ਤੈਨੂੰ ਥੱਕੀ ਦਿੱਤੀ ਹੈ, ਕਾਜੀ ਨੂੰ ਵੀ ਸਮਝਾ ਰਹੇ ਨੇ, ਉੱਤੇ ਵੀ ਸਮਝਾਇਆ ਵਾ ਕਿ ਪਰਮਾਤਮਾ ਲਾਈਕ ਨਹੀਂ ਕਰਦਾ ਇਸ ਚੀਜ਼। ਹਾਂ, ਕਿਸੇ ਨਾਲ ਧੱਕਾ ਕਰੋ, ਤੁਸੀਂ ਮਿਸਯੂਜ਼ ਕਰੋ ਨਾ। ਪਰ ਨਿਜਰ ਸਾਹਿਬ ਮਾੜਾ ਜਿਹਾ ਬੰਦੇ ਨੂੰ ਥੋੜੀ ਜਿਹੀ ਪਾਵਰ ਮਿਲ ਜੇ, ਬੰਦਾ ਥੋੜੀ ਸੋਚਦਾ ਕਿ ਇਹ ਪੋਜੀਸ਼ਨ ਇਹ ਤੇ ਮੈਨੂੰ ਮਿਲੀ ਪੋਜੀਸ਼ਨ। ਬੰਦਾ ਸੋਚਦਾ ਮੈਂ ਸੱਚੀ ਮੈਂ ਇੰਸਪੈਕਟਰ ਹਾਂ, ਮੈਂ ਕੋਈ ਅਫਸਰ ਹਾਂ। ਉਹ ਇੱਕੋ ਇੰਨੀ ਪਾਵਰਫੁਲ ਹੋ ਜਾਂਦੀ ਹੈ, ਉਹ ਬੰਦੇ ਨੂੰ ਪਤਾ ਨਹੀਂ ਲੱਗਦਾ ਤੇਰੇ ਨੂੰ ਕਿ ਮੈਂ ਕੀ ਕਰ ਰਿਹਾ। ਇਸ ਲਈ ਬਾਣੀ ਕਹਿੰਦੀ ਮਾਇਆ ਧਾਰੀ ਅਤ ਅੰਨਾ ਬੋਲਾ। ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਸ਼ਬਦ ਨਹੀਂ ਸੁਣਦਾ, ਕਹਿੰਦੇ ਰੋਲ ਕਚੋਲਾ ਹੀ ਹੁੰਦਾ ਹੈ ਮਾਇਆ ਦਾ, ਉਹਦੇ ਚਾਰ ਚਫੇਰੇ। ਉਹਨੂੰ ਬੰਦੇ ਨੂੰ, ਜਿਹੜਾ ਵੀ ਬੰਦਾ ਕੋਈ ਸਰਕਾਰੀ ਨੌਕਰੀ ਕਰਦਾ, ਮੇਰੀ ਇੱਕ ਛੋਟੀ ਜਿਹੀ ਐਡਵਾਈਸ ਆ ਕਿ ਤੁਸੀਂ ਪਲੀਜ਼, ਜਦੋਂ ਤੁਹਾਡੇ ਕੋਲ ਨੌਕਰੀ ਨਹੀਂ ਸੀ, ਤੁਸੀਂ ਆਪਣਾ ਲੈਵਲ ਦੇਖੋ, ਆਪਣੀ ਈਗੋ ਦਾ ਲੈਵਲ ਦੇਖੋ। ਥੋੜੀ ਵੀ ਤੁਹਾਡੇ ਚ ਈਗੋ ਨਹੀਂ, ਇਹ ਨੌਕਰੀ ਮਿਲ ਗਈ ਤੇ ਵੇਖੋ ਤੁਹਾਡੇ ਚ ਕਿੰਨੀ ਉਹ ਪ੍ਰਚੰਡ ਹੋ ਗਏ। ਤੁਹਾਡੇ ਸੰਸਕਾਰ ਉਹਨੇ ਪ੍ਰਗਟ ਕਰ, ਤੁਹਾਡੇ ਸੰਸਕਾਰਾਂ ਨੇ ਕਿੱਡਾ ਹੰਕਾਰ ਪ੍ਰਗਟ ਕਰ ਦਿੱਤਾ। ਹੁਣ ਆਮ ਲੋਕ ਨਹੀਂ ਕਹਿੰਦੇ, ਉਹ ਵੀ MLA MP ਵੀ ਕਿੱਡਾ ਠੱਗ ਹੈਗਾ, ਕਿੱਦਾਂ ਚੋਰੀਆਂ ਕਰਨ ਦੇ, ਕਿੱਦਾਂ ਖੋਹਾਂ ਕਰਨ ਦੇ ਆ। ਮੈਂ ਉਹਨਾਂ ਨੂੰ ਇਹ ਕਹਿੰਦਾ ਕਿ ਵੀਰ ਜੀ, ਜੇ ਮੈਂ ਤੁਹਾਨੂੰ ਉਸ ਕੁਰਸੀ ਤੇ ਬਾਦਾ ਨਾ, ਤੇ ਤੁਸੀਂ ਉਸ ਤੋਂ ਵੱਧ ਕਰੋਗੇ, ਕਿਉਂਕਿ ਤੁਹਾਡੇ ਅੰਦਰ ਅਜੇ ਹੈ ਨਹੀਂ ਨਾ, ਸ਼ਕਤੀ ਨਹੀਂ ਹੈਗੀ। ਜਦੋਂ ਸ਼ਕਤੀ ਆਊਗੀ ਫੇਰ ਹੀ ਤਾਂ ਪਤਾ ਲੱਗਦਾ ਨਿੱਜਰ ਸਾਹਿਬ ਕਿ ਬੰਦੇ ਦੇ ਪੱਲੇ ਕੀ ਹੈ। ਬਿਲਕੁਲ, ਗੰਜੇ ਨੂੰ ਨੌ ਨਹੀਂ ਮਿਲੇ ਹਾਲੇ। ਤੇ ਇਸ ਕਰਕੇ ਕਹਿੰਦੇ ਨੇ ਕਿ ਵੀ ਥੋੜਾ ਧਿਆਨ ਨਾਲ ਚਲਾਓ। ਤੇ ਕਾਜੀ ਨੂੰ ਵੀ ਸਮਝਾਇਆ ਵਾ। ਕਾਜੀ ਤੋਂ ਭਾਵ ਆ ਕਿ ਵੱਡੇ ਬੰਦਿਆਂ ਨੂੰ, ਜਿਨ੍ਹਾਂ ਕੋਲ ਪਾਵਰਾਂ ਨੇ, ਜਿਹਦੀਆਂ ਕਲਮਾਂ 'ਚ ਸ਼ਕਤੀ ਆ, ਕਿ ਤੂੰ ਏਦਾਂ ਦਾ ਬੋਲਣਾ ਬੋਲਦੀ, ਕੱਲ ਨੂੰ ਪਰਮਾਤਮਾ ਨੇ ਲਾਈਕ ਨਹੀਂ ਕਰਨਾ ਉਹਨੂੰ ਚੀਜ਼ ਨੂੰ। ਇਸ ਕਰਕੇ ਆਪਣੀ ਸ਼ਕਤੀ ਦਾ ਇਸਤੇਮਾਲ ਬੜੇ ਧਿਆਨ ਨਾਲ ਕਰ। ਬਿਲਕੁਲ ਨਿਆਂ ਕਰ, ਬਿਲਕੁਲ ਨਿਆਂ ਕਰ ਗਿਆ। ਤੇ ਝੂਠ ਦੇ ਨਾਲ ਕਿਸੇ ਦਾ ਹੱਕ ਵਾਲਾ ਬੰਦਾ ਜਿਹੜਾ ਗੁਨਾਹ ਕਰਦਾ, ਜੇ ਉਹ ਬਿਲਕੁਲ ਨਹੀਂ ਪਰਮਾਤਮਾ ਦੇ ਘਰ ਉਹਨੂੰ ਬਖਸ਼ਿਸ਼ ਮਿਲਣੀ, ਬਿਲਕੁਲ ਨਹੀਂ ਬਖਸ਼ਿਆ ਜਾਏਗਾ। ਇਹ ਦੇਖੋ, ਕੁਦਰਤ ਇੱਕ ਤਰਫ ਤੇ ਚਾਹੁੰਦੀ ਆ ਕਿ ਇਹ ਬੰਦਾ ਜੀਵ ਇੱਥੇ ਰਵੇ, ਪਰ ਪ੍ਰਕਿਰਤੀ ਇੱਕ ਹੋਰ ਵੀ ਹੈਗੀ ਆ। ਕੋਈ ਇੱਥੇ ਗੰਦ ਪਾਉਂਦਾ ਨਾ, ਪ੍ਰਕਿਰਤੀ ਲਾਈਕ ਨਹੀਂ ਕਰਦੀ ਉਹਨੂੰ, ਕਿਉਂਕਿ ਪ੍ਰਕਿਰਤੀ ਵੀ ਤੇ ਅਮਨ ਚਾਹੁੰਦੀ ਨਾ ਨਿੱਜਰ ਸਾਹਿਬ। ਬਿਲਕੁਲ, ਪ੍ਰਕਿਰਤੀ ਚਾਹੋਗੇ ਤੇ ਗੰਦ ਪਾ ਦੋ ਤੇ ਫਿਰ ਤੇ ਧਰਤੀ ਕਾਹਦੀ ਰਹਿ ਗਈ, ਫਿਰ ਤੇ ਖਤਮ। ਪ੍ਰਕਿਰਤੀ ਕਹਿੰਦੀ ਬੰਦੇ ਦੇ ਪੁੱਤ ਵਾਂਗੂ ਰਹਿ, ਤੇ ਕੋਈ ਪ੍ਰੋਬਲਮ ਨਹੀਂ ਆ। ਜਾਣਾ ਚਾਹੁੰਦਾ ਤਾਂ ਛੁੱਟ ਕੇ ਵੀ ਜਾ ਸਕਦਾ, ਪਰ ਇਹ ਨਹੀਂ ਕਿ ਤੂੰ ਮਿਸਯੂਜ਼ ਨਹੀਂ ਕਰ ਸਕਦਾ ਇਹਦਾ। ਕਿਉਂਕਿ ਤੂੰ ਮਿਸਯੂਜ਼ ਕਰੇਗਾ ਨਾ, ਤੇ ਤੂੰ ਉਹਨੂੰ ਗੰਦ ਪਾਏਗਾ ਆਪਣੇ ਘਰ ਲੱਗ ਤੇ ਤੇਰੇ ਘਰ ਹੀ ਗੰਦ ਪੈਣਾ, ਗੁਆਂਢੀਆਂ ਘਰ ਥੋੜੀ ਪੈਣਾ। ਪਾਲਾ ਤੇ ਤੇਰੀ ਮਰਜ਼ੀ ਆ, ਆਪਣੇ ਬੂਹੇ ਗੜੀ ਫੁੱਲ ਲਾ ਲਾ, ਰਹਿਣਾ ਤੂੰ ਇੱਥੇ, ਇਹ ਤੇਰੀ ਮਰਜ਼ੀ ਹੈ, ਇਹ ਚੋਇਸ ਤੇਰੀ ਆ।
ਬਾਕੀ ਤੇਰੀ ਮਰਜ਼ੀ ਆ, ਨਾ ਤੂੰ ਗੰਦ ਪਾਉਣਾ ਚਾਹੁੰਦਾ, ਨਾ ਤੂੰ ਫੁੱਲ ਲਾਉਣਾ ਚਾਹੁੰਦਾ, ਤੂੰ ਮੁਕਤ ਵੀ ਹੋ ਸਕਦਾ, ਉਹ ਵੀ ਤੇਰੀ ਮਰਜ਼ੀ ਹੈ, ਕੋਈ ਜ਼ੋਰ ਜ਼ਬਰਦਸਤੀ ਨਹੀਂ। ਪ੍ਰਕਿਰਤੀ ਤੇ ਕੁਝ ਨਹੀਂ ਕਹਿੰਦੀ, ਉਹ ਕਹਿੰਦੀ ਜੀਵ ਤੇਰੇ ਹੱਥ ਫੈਸਲਾ ਹੈ, ਤੂੰ ਜੋ ਕਰਨਾ ਚਾਹੁੰਦਾ ਤੂੰ ਕਰ ਸਕਦਾ। ਤੂੰ ਕਾਮ 'ਚ ਜਾ, ਕ੍ਰੋਧ 'ਚ ਜਾ, ਲੋਭ 'ਚ ਜਾ, ਮੋਹ 'ਚ ਜਾ, ਹੰਕਾਰ 'ਚ ਜਾ, ਰਾਗ 'ਚ ਜਾ, ਦ્વੈ 'ਚ ਜਾ, ਬਿਲਕੁਲ ਤੇਰਾ ਫੈਸਲਾ ਹੈ। ਪਰ ਜਦੋਂ ਤੂੰ ਫਰੁੱਖ ਲਾਤਾ ਉਹਨੂੰ ਫਲ ਲੱਗਣਾ ਹੀ, ਇੱਕ ਨਹੀਂ ਕਈ ਲੱਗਣੇ, ਇਹ ਤੇਰੀ ਮਰਜ਼ੀ। ਬੀਜਣਾ ਕਿ ਨਹੀਂ ਬੀਜਣਾ ਉਹ ਵੀ ਤੇਰੀ ਮਰਜ਼ੀ। ਹਾਂਜੀ ਨਿਜੋ ਸਾਹਿਬ ਕਹਿੰਦੇ ਬਸ ਦੇਖ ਤੇਰਾ ਬੋਲਿਆ ਤੇ ਤੇਰਾ ਜਿਹੜਾ ਐਕਸ਼ਨ ਜੁੜਿਆ ਸੇਮ ਸਹੀ ਹੋਣੇ ਚਾਹੀਦੇ ਆ, ਸੱਚ ਦੇ ਨਾਲ ਜੁੜ, ਹੱਕ ਦਾ ਨਿਆਂ ਕਰ ਤੇ ਰੋਜ਼ਾ ਧਰੇ ਨਿਵਾਸ ਗੁਜ਼ਾਰੈ, ਕਲਮਾ ਪਿਸ਼ਤ ਨਾ ਹੋਈ। ਦੇਖ ਲਾ ਪਿਆਰਿਆ, ਤੂੰ ਜਿੰਨੀ ਮਰਜ਼ੀ ਪਾਠ ਪੂਜਾ ਕਰ ਲਾ, ਜਿੰਨੇ ਨਿਤਨੇ ਮਰਜ਼ੀ ਕਰ ਲਾ, ਜਿੰਨੀ ਨਮਾਜ਼ ਪੜ੍ਹਨੀ ਹੈ, ਜਿੰਨੇ ਰੋਜ਼ੇ ਰੱਖਣੇ ਰੱਖ ਲਾ, ਜਿੰਨੇ ਕਲਮੇ ਪੜ੍ਹਨੇ ਆ ਪੜ੍ਹ ਲਾ। ਕਲਮਾ ਕਹਿੰਦੇ ਆ ਜਿਹੜੀ ਬਾਣੀ ਪੜ੍ਹਦੇ ਆ, ਨਿਤਨੇਮ ਕਰਦੇ ਆ ਆਪਾਂ, ਕਹਿੰਦੇ ਇਹਦੇ ਨਾਲ ਭਿਸ਼ਤ ਨਹੀਂ ਮਿਲਣ ਵਾਲੀ ਪਾਏ, ਇਹਦੇ ਨਾਲ ਜੰਨਤ ਨਹੀਂ ਮਿਲਣੀ ਤੈਨੂੰ। ਰੋਜ਼ਾ ਧਰੇ ਨਿਵਾਸ ਗੁਜ਼ਾਰੇ, ਕਲਮਾ ਭਿਸ਼ਤ ਨਾ ਹੋਈ। 70 ਕਾਬਾ ਘਟ ਹੀ ਪੀਤਰ, ਜੇ ਕਰ ਜਾਣੇ ਕੋਈ। ਦੇਖ ਲਾ ਮਿੱਤਰਾ, ਤੇਰੇ ਅੰਦਰ ਦਾ ਕਾਬਾ ਹੈਗਾ। 70 ਕਹਿੰਦੇ ਆ ਉਹ ਸੱਚਾ ਕਾਬਾ, ਤੇਰੇ ਅੰਦਰ ਮਾਲਕ ਪਰਮਾਤਮਾ ਦਾ ਘਰ ਤੇਰੇ ਅੰਦਰ ਹੈਗਾ, ਤੇਰੇ ਹਿਰਦੇ 'ਚ ਮਾਲਕ ਪਰਮਾਤਮਾ ਬੈਠਾ ਹੈ, ਉਹਦਾ ਘਰ ਹੈਗਾ। ਇਹ ਸਰੀਰ ਜੋ ਤੈਨੂੰ ਮਿਲਿਆ ਆ, ਇਹ ਅਸਲੀ ਮਾਲਕ ਪਰਮਾਤਮਾ ਦਾ ਸਰੀਰ ਆ, ਉਹਨੇ ਆਉਣਾ ਹੈ ਇਹਦੇ ਵਿੱਚ। ਜੇ ਤੂੰ ਇਹ ਜਿਹੜੇ ਹੈਗੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਹਟਾ ਦੇਂਗਾ, ਜਗ੍ਹਾ ਸਾਫ਼ ਕਰ ਲਏਗਾ, ਅਵਗੁਣ ਹਟਾ ਦੇਂਗਾ, ਗੁਣਾਂ ਦੇ ਵਿੱਚ ਆ ਜਾਏਗਾ ਤੇ ਮਾਲਕ ਆ ਜਾਊਗਾ, ਉਹ ਕਾਬਾ ਦਿਸਣ ਲੱਗ ਜਾਊਗਾ ਤੈਨੂੰ। 70 ਕਾਬਾ ਘਟ ਹੀ ਪੀਤਰ, ਜੇਕਰ ਜਾਣੇ ਕੋਈ। ਜੇ ਕੋਈ ਜਿਹੜਾ ਇਸ ਗੱਲ ਨੂੰ ਜਾਣ ਲੈ, ਸਮਝ ਲੈ ਵੀ ਮੇਰੇ ਅੰਦਰ ਮਾਲਕ ਤਾਂ ਬੈਠਾ ਹੈ, ਮੇਰੇ ਅੰਦਰ ਮੈਂ ਕਿਹਦੇ ਨਾਲ ਜਿਹੜਾ ਹੈਗਾ ਮੈਂ ਜੋ ਕਰ ਰਿਹਾ ਆ, ਮੇਰੇ ਐਕਸ਼ਨ ਦਾ ਤਾਂ ਮੈਨੂੰ ਫਲ ਮਿਲਣਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਰੋਜ਼ਾ ਧਰੇ ਨਿਵਾਜ ਗੁਜ਼ਾਰੇ, ਕਲਮਾ ਪੀ ਪਿਸ਼ਤ ਨਾ ਹੋਈ। ਕਹਿੰਦੇ ਕਲਮ ਹੈ ਇਹ ਰੋਜ਼ੇ ਧਰਨਾ, ਨਿਵਾਜ ਕਰਨਾ, ਜੰਨਤ 'ਚ ਨਹੀਂ ਜਾ ਸਕਦਾ। ਉਹ ਕਹਿੰਦੇ ਆ ਕਿ ਤੂੰ ਕੱਲੇ ਰੋਜ਼ੇ ਰੱਖੇ ਆ ਤੇ ਨਮਾਜ਼ ਵੀ ਪੜ੍ਹੀ ਜਾ ਰਹੇ ਆ, ਇਹ ਏਦਾਂ ਕਰਨ ਦੇ ਨਾਲ ਤੂੰ ਜੰਨਤ 'ਚ ਨਹੀਂ ਜਾ ਸਕਦਾ। ਹਾਂ, ਕਿਉਂਕਿ ਤੇਰੇ ਕਰਮ ਵੀ ਤੇ ਮੈਟਰ ਕਰਦੇ ਨੇ ਨਿਜਰ ਸਾਹਿਬ। ਬਿਲਕੁਲ। ਹੁਣ ਪਰ ਲੋਕੀ ਏਦਾਂ ਥੋੜੀ ਸੋਚਦੇ ਆ, ਲੋਕੀ ਤੇ ਸੋਚਦੇ ਪਾਠ ਪੜ੍ਹੇ ਆ, ਪੂਜਾ ਕੀਤੀ, ਮੈਂ ਜੰਨਤ ਚੱਲ ਜਾਣਾ, ਰੱਬ ਕੋਲ ਚੱਲ ਜਾਊਂਗਾ, ਮੈਂ ਬੜਾ ਵਧੀਆ। ਆ ਦੇਖੋ ਮੈਂ ਬਾਹਰੋਂ ਆਪਣੇ ਆਪ ਨੂੰ ਪੂਰਾ ਮੇਕਅਪ ਕਰਕੇ ਪੂਰਾ ਰੈਡੀ ਕੀਤਾ, ਕੱਪੜੇ ਦੇਖੋ ਮੇਰੇ, ਮੈਂ ਸੰਤਾਂ ਵਾਲੇ ਕੱਪੜੇ ਪਾਏ ਨੇ, ਚਿੱਟੇ ਚਿੱਟੇ ਰੰਗ ਦੇ ਬੂਟ, ਜਰਾਬਾਂ ਚਿੱਟੀਆਂ, ਮੇਰਾ ਕੁੜਤਾ ਚਿੱਟਾ, ਮੇਰਾ ਪਜਾਮਾ ਚਿੱਟਾ, ਮੇਰੀ ਪੱਗ ਚਿੱਟੀ, ਸਭ ਕੁਝ ਚਿੱਟਾ ਚਿੱਟਾ ਕਰ ਛੱਡਿਆ ਅਗਲੇ ਨੇ। ਕੱਲ ਪਰਨਾ ਵੀ ਚਿੱਟਾ ਪਾਇਆ। ਬਿਲਕੁਲ ਪੂਰਾ ਬੰਦਾ ਆਪਣੇ ਆਪ ਤਿਆਰ ਬਣ ਕੇ ਬੈਠਾ। ਉਹ ਸੋਚਦਾ ਰੱਬ ਬੜਾ ਖੁਸ਼ ਹੈ ਮੇਰੇ ਤੇ, ਪਰ ਉਹ ਕਹਿੰਦੇ ਆ ਕਿ ਤੂੰ ਆਪਦੇ ਵੇ ਤੁਕ ਚ ਲਿਖਿਆ ਉਹਨਾਂ ਨੇ, ਕਹਿੰਦੇ ਕਾਜੀ ਬੋਲ ਨਾ ਬੋਲਿਆ ਬਨ ਨਹੀਂ ਆਵੇ, ਕਾਜੀ ਬੋਲਿਆ ਬਨ ਨਹੀਂ ਆਵੇ। ਕਹਿੰਦੇ ਜੋ ਤੂੰ ਬੋਲਦਾ ਹੈ ਨਾ ਉਹ ਤੇਰਾ ਮੈਚ ਨਹੀਂ ਕਰ ਰਿਹਾ ਤੇਰੇ ਐਕਸ਼ਨ ਦੇ ਨਾਲ। ਹਾਂ, ਤੂੰ ਬੋਲ ਕੁਛ ਹੋ ਰਿਹਾ, ਤੇਰੇ ਅੰਦਰ ਕੁਛ ਹੋ ਰਿਹਾ। ਤੂੰ ਬਾਹਰ ਗੱਲਾਂ ਬੜੀਆਂ ਉੱਚੀਆਂ ਕਰਨ ਦੀਆਂ ਸੰਤ ਬਣ ਕੇ ਬੈਠਾ ਹੈ। ਇਹ ਕਾਜੀ ਦਾ ਮਤਲਬ ਸਾਰੇ ਧਾਰਮਿਕ ਇਸ਼ਨਾਨ ਇਨਸਾਨ। ਕਾਜੀ ਦਾ ਮਤਲਬ ਕਿ ਜਿਹੜੇ ਕਹਿੰਦੇ ਨੇ ਕਿ ਅਸੀਂ ਬੜੇ ਪਾਕ ਤੇ ਪਵਿੱਤਰ ਹੈਗੇ ਆ, ਇਨਸਾਫ ਕਰ ਰਹੇ ਆ ਲੋਕਾਂ ਦੇ ਨਾਲ ਹੀ, ਪਰ ਕਹਿੰਦੇ ਆ ਕਿ ਤੂੰ ਅੰਦਰੋਂ ਕੁਝ ਹੋ ਰਿਹਾ, ਬਾਹਰੋਂ ਕੁਝ ਹੋਰ ਬੋਲੀ ਜਾਂਦੇ ਆ, ਤੇਰੇ ਅੰਦਰ ਉਹ ਤਾਲਮੇਲ ਨਹੀਂ ਬੈਠ ਰਿਹਾ। ਥੋੜਾ ਧਿਆਨ ਦੇ, ਕਮ ਸੇ ਕਮ ਉਹ ਬੋਲ ਜੋ ਤੂੰ ਜਾਣਿਆ। ਲੋਕੀ ਤੇ ਉਹ ਵੀ ਬੋਲ ਦਿੰਦੇ ਆ ਜਿਹੜਾ ਨਹੀਂ ਜਾਣਿਆ, ਕਿਸੇ ਦਾ ਉਹ ਕਹਿੰਦੇ ਏਦਾਂ ਬੋਲੇਗਾ ਤੇਰੇ ਲਈ ਚੰਗਾ ਨਹੀਂ ਆ। ਫਿਰ ਉਹ ਕਹਿੰਦੇ ਕਿ ਤੁਸੀਂ ਬਾਹਰੋਂ ਜਿਹੜਾ ਰੋਜੇ ਰਾਜੇ ਰੱਖ ਕੇ ਬੈਠੇ ਜੋ, ਨਮਾਜ਼ਾਂ ਪੜ੍ਹ ਰਹੇ ਜੋ, ਤੇ ਪਰ ਜਿੰਨਾ ਚਿਰ ਆਸਾਂ ਲਾ ਕੇ ਬੈਠੇ ਜੋ ਕਿ ਸਾਨੂੰ ਜੰਨਤ ਮਿਲੇਗੀ, ਪਰ ਉਹ ਇਹ ਇੱਕ ਅਲੱਗ ਚੀਜ਼ ਹੈ, ਇਹ ਵੀ ਇੱਕ ਵਿਸ਼ਾ ਹੈ, ਪਰ ਤੇਰੇ ਕਰਮ ਕਿੱਦਾਂ ਦੇ ਉਹ ਵੀ ਬੜਾ ਇੰਪੋਰਟੈਂਟ ਹੈ। ਹਾਂਜੀ ਨੇ ਜੋ ਲਾਸਟ ਤੱਕ ਬੋਲੋ। 70 ਕਾਬਾ ਘਟ ਹੀ ਭੀਤਰ। 70 ਕਹਿੰਦੇ ਆ ਸੱਚਾ ਜਿਹੜਾ ਹੈਗਾ ਕਾਬਾ, ਜਿਹੜਾ ਹੈਗਾ ਕਾਬੇ ਨੂੰ ਕਹਿੰਦੇ ਆ ਪਰਮਾਤਮਾ ਦਾ ਘਰ। ਕਹਿੰਦੇ ਆ ਉਹ ਕਾਬਾ ਤਾਂ ਤੇਰੇ ਅੰਦਰ ਹੈ, ਉਹ ਸੱਚੇ ਪਰਮਾਤਮਾ ਦਾ ਕਾਬਾ ਤੇਰੇ ਘਟ ਦੇ ਅੰਦਰ ਹੈਗਾ।
ਘਟ ਹੀ ਭੀਤਰ ਜੇਕਰ ਜਾਣੇ ਕੋਈ, ਜੇ ਕੋਈ ਸਮਝ ਲੈ ਵੀ ਮਾਲਕ ਪਰਮਾਤਮਾ ਨੇ ਤਾਂ ਅੰਦਰ ਹਿਰਦੇ 'ਚ ਹੀ ਪ੍ਰਗਟ ਹੋਣਾ ਹੈ। ਮਾਲਕ ਪਰਮਾਤਮਾ ਨੇ ਉਹ ਤਾਂ ਹਮੇਸ਼ਾ ਹੀ ਉੱਥੇ ਹਿਰਦੇ 'ਚ ਬੈਠਾ ਹੈ, ਆਪਾਂ ਹੀ ਬਾਹਰ ਘੁੰਮ ਰਹੇ ਹਾਂ ਕਾਮ ਕ੍ਰੋਧ ਲੋਭ ਹੰਕਾਰ ਦੇ ਵਿੱਚ। ਹਾਂਜੀ ਵੀਰ ਜੀ। ਹਾਂਜੀ, ਖਾਸ ਕਰਕੇ ਨਿੱਜਰ ਸਾਹਿਬ ਸਾਧ ਸੰਗਤ ਜੀ, ਇੱਥੇ ਇਹਨਾਂ ਨੂੰ ਮੁਸਲਮਾਨ ਜਿਹੜਾ ਬੰਦਾ ਹੈ ਉਹਨੂੰ ਸਮਝਾਇਆ, ਜਦੋਂ ਉਹ ਨਮਾਜ਼ ਪੜ੍ਹਦੇ ਆ ਨਾ ਤਾਂ ਉਹ ਤਿਬਲਾ ਵੇਂਦੇ ਨੇ। ਤੁਸੀਂ ਹੋਟਲਾਂ 'ਚ ਜਾ ਕੇ ਵੇਖੋਗੇ ਨਾ, ਮੈਂ ਕਾਫੀ ਮੁਸਲਿਮ ਕੰਟਰੀਆਂ 'ਚ ਕੰਮ ਕੀਤਾ, ਹੁਣ MBBS ਤੇ ਮੈਂ ਬੰਗਲਾਦੇਸ਼ 'ਚ ਹਾਂ, ਉੱਥੇ ਨਾ ਉਹਨਾਂ ਨੇ ਕੰਪਸ ਲਾਏ ਨੇ ਕਮਰੇ ਦੇ ਵਿੱਚ, ਟਿਕਟ ਟਾਈਪ। ਉਹ ਮੁਸਲਮਾਨ ਸੋਚਦਾ ਕਿ ਤਿਬਲਾ ਉਹ ਚਾਹੁੰਦੇ ਮੱਕੇ ਵੱਲ ਮੂੰਹ ਕਰਕੇ ਉਹ ਮਤਲਬ ਨਮਾਜ਼ ਪੜ੍ਹੀ ਜਾਵੇ। ਹਾਂਜੀ, ਪਰ ਦੇਖੋ ਕੀ ਪਰਮਾਤਮਾ ਬਾਹਰ ਹੈਗਾ, ਉਹਨੂੰ ਕਿੱਥੋਂ ਲੱਭੋਗੇ? ਉਹ ਪੱਥਰ 'ਚ ਬੈਠਾ ਹੈ। ਪਰਮਾਤਮਾ ਪੱਥਰ ਹੈ? ਪੱਥਰ ਨੇ ਦੁਨੀਆ ਪੈਦਾ ਕੀਤੀ ਹੈ, ਪੱਥਰ ਤੇ ਵਿਚਾਰਾ ਆਪ ਬੈਠਾ, ਉਹ ਤੇ ਆਪ ਜੜੇਗਾ। ਬਹੁਤ ਘੱਟ ਚੇਤਨਾ ਉਹਦੇ ਅੰਦਰ, ਪਰ ਬੰਦਾ ਏਦਾਂ ਹੀ ਕਰਦਾ। ਹੁਣ ਬੰਦੇ ਨੂੰ ਬਣਨਾ ਕਿੱਦਾਂ? ਬੇਵਕੂਫ ਬਣਾਉਣ ਦੇ ਲਈ ਕੋਈ ਚੀਜ਼ ਵੀ ਤੇ ਚਾਹੀਦੀ ਹੈ ਨਾ, ਪਰ ਏਦਾਂ ਦੀ ਚੀਜ਼ ਤਿਆਰ ਕਰ ਦਿੰਦਾ। ਆ ਸਾਡੇ ਲਾਗੇ ਇੱਥੇ ਵਰਪਾਲ ਪਿੰਡ ਆ, ਉੱਥੇ ਕਹਿੰਦੇ ਪਤਾ ਨੀ 20-25 ਗੁਰਦੁਆਰੇ ਹੈਗੇ ਉੱਥੇ, ਪਤਾ ਨੀ ਸਾਰੇ ਕਹਿੰਦੇ ਧਾਰਮਿਕ ਇਤਿਹਾਸਕ ਗੁਰਦੁਆਰੇ, ਪਰ ਇੱਕ ਛੋਟਾ ਜਿਹਾ ਪਿੰਡ ਹੋਊ, 2-3000 ਵੋਟ ਹੋਊਗੀ, ਤੇ ਉਹਨਾਂ ਬਣਾਏ ਨੇ, ਬਣੇ ਪਏ ਨੇ। ਮਤਲਬ ਕਹਿਣ ਤੋਂ ਭਾਵ ਆ ਕਿ ਉਹ ਕਹਿੰਦੇ ਕਿ ਪਰਮਾਤਮਾ ਜਿਹੜਾ ਉਹ ਤੇਰੇ ਅੰਦਰ ਆ, ਜਿਹਨੂੰ ਤੂੰ ਬਾਹਰ ਸੋਚ ਰਿਹਾ ਨਾ ਕਿ ਪਰਮਾਤਮਾ ਬਾਹਰ ਹੈਗਾ। ਪਰਮਾਤਮਾ ਬਾਹਰ ਕਿਤੇ ਨਹੀਂ ਹੈਗਾ, ਪਰਮਾਤਮਾ ਕਿਤੇ ਵੀ ਨਹੀਂ ਬਾਹਰ। ਤੂੰ ਪਰਮਾਤਮਾ ਕੋਈ ਚਰਨਜੀਤ ਜਾਂ ਨਿੱਜਰ ਸਾਹਿਬ ਨਹੀਂ ਹੈਗਾ ਜਿਹੜਾ ਇੱਕ ਇੱਥੇ ਬੈਠਾ ਤੇ ਇੱਕ ਉੱਥੇ ਬੈਠਾ। ਪਰਮਾਤਮਾ ਇੱਕ ਸ਼ਕਤੀ ਆ, ਇਹ ਸਾਰਾ ਕੁਝ ਪਰਮਾਤਮਾ ਦੇ ਅੰਦਰ ਹੀ ਤੇ ਹੈਗਾ। ਪਰਮਾਤਮਾ ਨੂੰ ਤੁਸੀਂ ਕਿਤੇ ਇੱਕ ਜਗ੍ਹਾ ਤੇ ਬਣਾ ਸਕਦੇ ਜੋ? ਕਿੱਥੋਂ ਬਣੋਗੇ? ਪਰਮਾਤਮਾ ਦਾ ਕੋਈ ਰੂਪ ਨਹੀਂ ਹੈਗਾ, ਕੋਈ ਰੰਗ ਨਹੀਂ ਹੈਗਾ, ਕੋਈ ਰੇਖ ਨਹੀਂ ਹੈਗੀ, ਆ ਪੰਜ ਤੱਤ ਵੀ ਨਹੀਂ ਪਰਮਾਤਮਾ ਹੈਗਾ। ਹਾਂ, ਆਏ ਔਰ ਚੋਂ ਆ, ਪਰ ਇਹ ਉਹ ਪਰਮਾਤਮਾ ਨਹੀਂ ਹੈ। ਪਰ ਬੰਦਾ ਤੇ ਪਹਿਲੇ ਦਿਨ ਤੋਂ ਜੜ ਬਣਾਉਣਾ ਚਾਹੁੰਦਾ ਪਰਮਾਤਮਾ ਨੂੰ, ਉਹਦੀ ਮੂਰਤੀ ਬਣਾ ਦੂਗਾ, ਉਹਦੀ ਫੋਟੋ ਬਣਾ ਦੂਗਾ, ਉਹਦਾ ਮੰਦਿਰ ਬਣਾ ਦੂਗਾ, ਕੋਈ ਧਾਰਮਿਕ ਸਥਾਨ ਬਣਾਉਂਦਾ, ਫਿਰ ਕਹਿੰਦੇ ਇੱਥੇ ਮੱਥਾ ਟੇਕੋ ਆ ਗਏ। ਇੱਥੇ ਆ ਪਰਮਾਤਮਾ। ਇਹ ਚ ਹਿੰਮਤ ਨਹੀਂ ਹੈਗੀ ਕਿ ਪਰਮਾਤਮਾ ਤੇਰੇ ਅੰਦਰ ਹੈ। ਕੋਈ ਕਹਿੰਦਾ ਤੁਹਾਨੂੰ? ਜਿੱਦਣ ਕਹਿਤਾ ਕਿ ਤੁਹਾਡੇ ਅੰਦਰ ਹੈ, ਫਿਰ ਦੁਕਾਨ ਬੰਦ ਹੋ ਜਾਏਗੀ, ਕੌਣ ਜਾਏਗਾ ਉਹਨਾਂ ਕੋਲ? ਪਰ ਕੋਈ ਨਹੀਂ ਕਹੂਗਾ। ਉਹ ਕਹਿੰਦੇ ਆ ਪਰਮਾਤਮਾ ਬੜਾ ਦੂਰ ਹੈ। ਆ ਕਬੀਰ ਜੀ ਦੀ ਬਾਣੀ ਪੜੋ ਆਪ। ਜਸਟ ਇਹ ਡੇਰਾਵਾਦ ਵਾਲੇ ਹਮੇਸ਼ਾ ਹੀ ਇਹ ਗੱਲ ਸਮਝਾਉਂਦੇ ਆ ਕਿ ਪਰਮਾਤਮਾ ਪਤਾ ਨਹੀਂ ਕਿੱਥੇ ਬੈਠਾ ਹੈ, ਉਹ ਸਤਿਗੁਰੂ ਨੇ ਉਹਦੇ ਨਾਲ ਮਿਲਾਉਣਾ ਹੈ ਤੁਹਾਨੂੰ, ਤੁਹਾਡੇ ਅੰਦਰ ਨਹੀਂ ਹੈਗਾ। ਇਹ ਗੱਲ ਪੱਕੀ ਕਬੀਰ ਜੀ ਦੀ ਬਾਣੀ ਉਹ ਕਰਨੈਨੋ ਮੇ ਦੀਦਾਰ ਮਹਿਲ ਮੇ ਪਿਆਰਾ ਹੈ। ਉਹ ਪਤਾ ਨਹੀਂ ਕਿੱਥੇ ਬਣਾ ਕੇ ਉਹਨੂੰ ਭੇਜਦੇ ਆ, ਪਰ ਬਾਣੀ ਕੋਈ ਵੀ ਪੜ੍ਹ ਕੇ ਵੇਖ ਲਓ, ਪਰਮਾਤਮਾ ਸਾਡੇ ਅੰਦਰ ਆ। ਅੰਦਰ ਮਤਲਬ ਅੰਦਰ ਵੀ ਨਹੀਂ ਮੈਂ ਕਹਿ ਸਕਦਾ, ਆਪਾਂ ਪਰਮਾਤਮਾ ਦੇ ਅੰਦਰ ਆ ਐਡਾ ਵੱਡਾ। ਪਰ ਦਿਖਦਾ ਉਦੋਂ ਆ ਜਦੋਂ ਅਸੀਂ ਵਿਚਾਰਾਂ ਤੋਂ ਮੁਕਤ ਹੋ ਜਾਂਦੇ ਹਾਂ, ਉਦਾਂ ਦਿਖਦਾ ਨਹੀਂ। ਦਿਖਣ ਦਾ ਫਾਇਦਾ ਕੀ ਹੋਊਗਾ? ਬਸ ਔਗਣਾਂ ਤੋਂ ਮੁਕਤ ਹੋ ਜਾਂਦੇ, ਆਪਣੇ ਆਪ ਹੀ ਔਗਣ ਸਾਡੇ ਤੋਂ ਅਲੱਗ ਹੋ ਜਾਏ। ਹੋਰ ਕੋਈ ਵੀ ਤਰੀਕਾ ਨਹੀਂ ਹੈ ਆਪਾਂ ਔਗਣਾਂ ਨੂੰ ਆਪਣੇ ਤੋਂ ਦੂਰ ਕਰ ਸਕੀਏ। ਸਾਡੇ 'ਚ ਹਿੰਮਤ ਹੀ ਨਹੀਂ ਹੈਗੀ, ਸਾਡੇ 'ਚ ਮਾਦਾ ਹੀ ਨਹੀਂ ਹੈਗਾ। ਹਾਂ, ਇੱਕ ਚੀਜ਼ ਕਰ ਸਕਦੇ ਹਾਂ, ਅਸੀਂ ਔਗਣ ਇਕੱਠੇ ਜ਼ਰੂਰ ਕਰ ਸਕਦੇ ਹਾਂ ਨਿੱਜਾ ਸਾਹਿਬ, ਬਿਲਕੁਲ, ਪਰ ਔਗਣਾਂ ਨੂੰ ਖਤਮ ਨਹੀਂ ਕਰ ਸਕਦੇ ਅਸੀਂ। ਖਤਮ ਤੇ ਉਹ ਤੇ ਸੰਸਕਾਰ ਨੇ, ਉਹ ਤੇ ਸਾਡੇ ਸੂਖਮ ਸਰੀਰ 'ਚ ਨੇ, ਉਹ ਤੋਂ ਕਿਤੋਂ ਕੱਢ ਲੋਗੇ ਤੁਸੀਂ? ਨਾਲ ਮੈਂ ਕੱਢ ਸਕਦਾ। ਉਹਦੇ ਲਈ ਫਿਰ ਆਤਮਾ ਚਾਹੀਦੀ ਹੈ। ਆਤਮਾ ਉਹਨੂੰ ਖਤਮ ਕਰ ਸਕਦੀ ਹੈ। ਨਾਮ ਸ਼ਕਤੀ, ਉਹ ਪਰਮਾਤਮਾ ਦਾ ਨਾਮ ਹੀ ਫਿਰ ਉਸ ਚੀਜ਼ ਨੂੰ ਖਤਮ ਕਰ ਸਕਦੀ ਹੈ, ਕਿਉਂਕਿ ਉਹ ਤੇ ਸੰਸਕਾਰ ਨੇ। ਉਹ ਕੋਈ ਮਾੜੀ ਮੋਟੀ ਚੀਜ਼ ਥੋੜੀ ਹੈ। ਇੱਥੋਂ ਕਣਕ ਦੇ ਬੀਜ ਕੱਢ ਕੇ ਸਾੜ ਦੋਗੇ ਤੁਸੀਂ, ਉਹ ਤੁਹਾਡੇ ਸੂਖਮ ਸਰੀਰ 'ਚ ਨੇ। ਔਰ ਸੂਖਮ ਸਰੀਰ 'ਚ ਜਿਹੜੀ ਵੀ ਚੀਜ਼ ਹੈਗੀ ਆ, ਸਾਡਾ ਸੁਭਾਅ ਉਸੇ ਹੀ ਤਰ੍ਹਾਂ ਦਾ ਬਣੇਗਾ। ਬਿਲਕੁਲ। ਆਪ ਦੇਖੋ ਸੱਜਣ ਠੱਗ ਜਾਂ ਕੋਡਾ ਰਾਖਸ਼, ਹੋਰ ਵੀ ਕਈ ਦਾਨਵ ਬ੍ਰਿਤੀ ਵਾਲੇ ਸੰਤ ਹੋ ਗਏ ਨੇ। ਕਿਉਂ ਹੋ ਗਏ? ਕਿਉਂਕਿ ਭਗਤੀ ਕੀਤੀ, ਬੰਦਗੀ ਕੀਤੀ ਆ, ਉਹਦੇ ਸੰਸਕਾਰ ਸੀ ਉਹ ਨਸ਼ਟ ਹੋ ਗਏ। ਉਹੀ ਇਨਸਾਨ ਫਿਰ ਟਰਾਂਸਫਾਰਮ ਹੋ ਕੇ ਉਹ ਸੰਤ ਬਣ ਗਿਆ। ਮਹਾਤਮਾ ਬੰਦਾ ਭਦਰ ਵੇਖ ਲਓ, ਵਾਲਮੀਕੀ ਦੇਖ ਲਓ। ਵਾਲਮੀਕੀ ਜਿਹੜੇ ਹੈਗੇ, ਵਾਲਮੀਕੀ ਹੋਏ ਆ, ਵਾਲਮੀਕੀ ਜਿਹੜੇ ਪਹਿਲਾਂ ਲੁਟੇਰੇ ਸੀਗੇ, ਆ ਵੇਖੋ ਵਾਲਮੀਕੀ ਜੀ, ਉਹ ਵੀ ਲੁਟੇਰੇ ਸਨ। ਫਿਰ ਹਿਰਦੇ ਪਰਿਵਰਤਨ ਹੋ ਗਿਆ। ਸੰਤਾਂ ਨੇ ਕਿਹਾ ਵੀ ਕਿ ਇਹ ਬੰਦਗੀ ਕਰਦੇ ਤੇਰੀ ਮੁਕਤੀ ਹੋ ਜਾਊਗੀ, ਤੇ ਉਹਨੇ ਬੰਦਗੀ ਕੀਤੀ ਤਾਂ ਮੁਕਤੀ ਹੋ ਗਈ, ਗਿਆਨ ਹੋ ਗਿਆ।
ਗਿਆਨ ਹੋਣ ਦੇ ਨਾਲ ਹੀ ਤੈਨੂੰ ਆਤਮਾ ਦੇ ਦਰਸ਼ਨ ਹੋ ਗਏ। ਆਤਮਾ ਦੇ ਦਰਸ਼ਨ ਕਰਨ ਦੇ ਨਾਲ ਹੀ ਤੇ ਬੰਦੇ ਦੇ ਅੰਦਰ ਟਰਾਂਸਫਾਰਮ ਹੋ ਜਾਂਦੀ ਹੈ। ਬੰਦਾ ਜਿਹੜਾ ਵਾ ਅਰਸ਼ ਤੋਂ ਜਿਹੜਾ ਫਰਸ਼ ਤੋਂ ਅਰਸ਼ ਤੇ ਚੜ ਜਾਂਦਾ, ਬੰਦੇ ਦੀ ਸੋਚ ਬਦਲ ਜਾਂਦੀ ਹੈ, ਬੰਦੇ ਦਾ ਜੀਵਨ ਬਦਲ ਜਾਂਦਾ ਹੈ। ਜੀਵਨ ਬਦਲਣਾ ਕੀ ਹੈ? ਔਗੁਣਾਂ ਦਾ ਤਿਆਗ, ਹੋਰ ਕੀ ਹੈ? ਕੁਛ ਵੀ ਨਹੀਂ ਹੈਗਾ ਜੀਵਨ 'ਚ। ਧਾਰਮਿਕ ਜੀਵਨ ਦਾ ਮਤਲਬ ਕਿ ਆਪਣੇ ਜੀਵਨ ਨੂੰ ਸਹੀ ਤਰੀਕੇ ਨਾਲ ਚਲਾਉਣਾ, ਇਹੋ ਹੀ ਹੈ ਧਰਮ। ਹੋਰ ਕੁਝ ਵੀ ਧਰਮ ਨਹੀਂ ਹੈਗਾ। ਭਗਤੀ ਕਰਾਂਗੇ ਫਿਰ ਗੱਲ ਜਿਹੜੀ ਸਾਡੇ ਆਚਾਰਾਂ ਤੇ ਹੀ ਆ ਜਾਣੀ ਹੈ। ਜਿੱਥੇ ਮਰਜ਼ੀ ਚੱਲ ਜਾਓ, ਇਹ ਭਗਤੀ ਤੇ ਆਚਾਰ ਜੁੜੇ ਹੋਏ ਨੇ। ਭਗਤੀ ਕਰਨੀ ਆਚਾਰ ਲਿਆਉਣ ਵਾਸਤੇ ਆ। ਹਾਂ, ਆਚਾਰ ਜਿਹੜੇ ਨਕਲੀ ਨਹੀਂ ਚਾਹੀਦੇ। ਉਹ ਕਹਿੰਦੇ ਕਾਜੀ ਵਾਂਗੂ ਨਾ ਕੰਮ ਕਰ। ਤੇਰੇ ਕਰਮ ਕੁਝ ਹੋਰ ਤਰ੍ਹਾਂ ਦੇ ਤੇ ਤੇਰੇ ਅੰਦਰ ਦਾ ਹਿਰਦਾ ਕੁਝ ਹੋਰ ਬੋਲ ਰਿਹਾ। ਤੂੰ ਬਹੁਤ ਜ਼ਿਆਦਾ ਸਿਆਣਾ ਬਣ ਕੇ ਬੈਠਾ ਹੈ, ਕਾਜੀ ਬਣਿਆ, ਵੱਡੀ ਪੋਸਟ ਤੇ ਬੈਠਾ ਆ, ਪਰ ਤੇਰੇ ਜਿਹੜੇ ਬੋਲ ਨੇ, ਤੇਰੇ ਅੰਦਰ ਜੋ ਸਿਸਟਮ ਚੱਲ ਰਿਹਾ, ਦੋਨਾਂ ਦਾ ਤਾਲਮੇਲ ਨਹੀਂ ਆ। ਦੋਵੇਂ ਗਲਾਰੀਆਂ ਵੱਡੀ ਛੋਟੀ ਆ, ਫਿੱਟ ਨਹੀਂ ਬਹਿ ਰਹੀਆਂ। ਇਸ ਕਰਕੇ ਧਿਆਨ ਦੇ, ਕੋਸ਼ਿਸ਼ ਕਰ, ਉਹ ਚੀਜ਼ ਨੂੰ ਹਾਸਲ ਕਰ ਜੋ ਤੇਰੇ ਕੋਲ ਨਹੀਂ ਹੈ। ਇਹ ਗੜਬੜ ਨੂੰ ਸਹੀ ਕਰ ਸਕਦਾ ਤੂੰ। ਹਾਂਜੀ ਨਜੋ ਸਾਹਿਬ। ਨਿਵਾਜ ਸੋਈ ਜੋ ਨਿਆਉ ਵਿਚਾਰੈ, ਕਲਮਾ ਅਖਲੇ ਜਾਣੈ। ਕਹਿੰਦੇ ਨਮਾਜ਼ ਦੇਖ, ਆਇਆ ਨਮਾਜ਼ ਤੈਨੂੰ ਮੈਂ ਦੱਸਾਂ। ਜੇ ਤੂੰ ਜਿਹੜਾ ਸੱਚ ਦੇ ਉੱਤੇ ਚੱਲਦਾ ਹੈ ਤੇ ਨਮਾਜ਼ ਆ ਤੇਰੀ। ਨਿਆਂ ਦੇ ਉੱਤੇ ਰਹਿਣਾ ਹੈ, ਨਿਆਂ ਨੂੰ ਵਿਚਾਰਦਾ ਹੈ ਤੇ ਕਲਮਾ ਜਿਹੜਾ ਹੈਗਾ ਪੜ੍ਹਦਾ ਆ, ਤੇ ਅਕਲ ਦੇ ਨਾਲ ਵਿਵੇਕ ਬੁੱਧੀ ਜਿਹੜੀ ਹੈਗੀ ਆ, ਬ੍ਰਹਮ ਗਿਆਨ ਜਿਹੜਾ ਹੈਗਾ ਤੇਰਾ, ਉਹਦੇ ਨਾਲ ਜਿਹੜਾ ਹੈਗਾ ਆਪਣੇ ਆਪ ਨੂੰ ਤੋਲ। ਉਸ ਅਕਲ ਦੇ ਨਾਲ ਵਿਵੇਕ ਬੁੱਧੀ ਵਰਤ ਆਪਣੀ। ਇਹ ਹੈਗੀ ਤੇਰਾ ਕਲਮਾ। ਨਮਾਜ਼ ਸੋਈ ਜੋ ਨਿਆਂ ਵਿਚਾਰੈ, ਕਲਮਾ ਅਖਲੇ ਜਾਣੈ। ਪਾਂਚੋ ਮੁਸੱਲਾ ਵਿਛਾਵੈ, ਤਬ ਤੋ ਦੀਨ ਪਛਾਨੈ। ਦੇਖ ਤੂੰ ਜਿਹੜਾ ਹੈਗਾ ਧਰਮ ਜਿਹੜਾ ਹੈਗਾ, ਨਮਾਜ਼ ਪੜ੍ਹਨਾ ਚਾਹੁੰਦਾ ਹੈ। ਦੇਖ ਪੰਜ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈਗੇ ਨਾ, ਇਹਨਾਂ ਨੂੰ ਜਿਹੜਾ ਹੈਗਾ ਕਹਿੰਦੇ ਇਹਨਾਂ ਨੂੰ ਜਿਹੜਾ ਹੈਗਾ ਸ਼ਾਂਤ ਕਰ ਦੇ। ਇਹਨਾਂ ਦੇ ਉੱਤੇ ਬਹਿ ਜਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਉੱਤੇ ਬੈਠ। ਇਹਨਾਂ ਨੂੰ ਕੇ ਮੁਸੱਲਾ ਵਿਛਾ। ਇਹਨਾਂ ਦੇ ਮੁਸੱਲਾ ਕਹਿੰਦੇ ਜਿਹਦੇ ਉੱਤੇ ਬੈਠ ਕੇ ਨਮਾਜ਼ ਪੜ੍ਹਦੇ ਆ। ਕਹਿੰਦੇ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜਾ ਹੈਗਾ, ਇਹਨਾਂ ਨੂੰ ਦੇਖ, ਇਹਨਾਂ ਨੂੰ ਕੰਟਰੋਲ ਕਰਨਾ ਹੈ ਆਪਾਂ ਨੇ। ਮਨ ਨੂੰ ਦੇਖ, ਮਨ ਕੀ ਕਰ ਰਿਹਾ ਤੇਰਾ। ਪਾਂਚੋ ਮੁਸੱਲਾ ਵਿਛਾਵੈ, ਤਬ ਤੋ ਦੀਨ ਪਛਾਨੇ। ਤਾਂ ਤੂੰ ਦੀਨ ਨੂੰ ਪਛਾਣ ਲਿਆ ਪਾਏ, ਤਾਂ ਤੂੰ ਜਿਹੜਾ ਧਰਮ ਨੂੰ ਪਛਾਣ ਲਿਆ, ਤਾਂ ਤੂੰ ਧਰਮੀ ਹੋ ਗਿਆ। ਹਾਂਜੀ ਵੀਰ। ਹਾਂਜੀ, ਉੱਤੇ ਫੇਰ ਤੁਕ ਤੇ ਕਬੀਰ ਜੀ ਫੇਰ ਸਮਝਾ ਰਹੇ ਨੇ। ਕਹਿੰਦੇ ਕਿ ਜਿਹੜੀ ਨਮਾਜ਼ ਅਦਾ ਕਰਦਾ ਹੈ, ਇਹ ਦੋ ਚੀਜ਼ਾਂ ਚ ਲਿਆਉਣੀ ਹੈ। ਇੱਕ ਤੇ ਵਿਚਾਰ ਕਰਨਾ ਹੈ, ਫਿਰ ਅਕਲ ਤੋਂ ਵੀ ਕੰਮ ਲੈਣਾ। ਇੱਕ ਸੱਚ ਤੇ ਰਹਿਣਾ ਹੈ ਤੇ ਇੱਕ ਅਕਲ ਤੋਂ ਕੰਮ ਕਰਨਾ। ਹਾਂ, ਕੋਈ ਐਵੇਂ ਨਹੀਂ ਹੈ ਕਿ ਅੰਧ ਵਿਸ਼ਵਾਸ ਤੁਰੇ ਜਾਓ। ਲੋਕੀ ਤੇ ਇਹ ਸੋਚਦੇ ਆ ਕਿ ਉੱਥੇ ਨਾਮ ਲੈਣ ਦਾ ਬਾਬਾ ਜੀ ਨੇ ਮੋਹਰ ਮਾਰਤੀ ਮੇਰੇ ਲੱਕ ਤੇ, ਪਤਾ ਨਹੀਂ ਕੀ ਮਾਰਤਾ। ਇੰਨਾ ਵੀ ਬੁੱਧ ਨਹੀਂ ਹੈਗਾ, ਇੰਨਾ ਵੀ ਗਿਆਨ ਨਹੀਂ ਹੈਗਾ। ਸਾਰੀ ਬਾਣੀ ਤੇ ਕੀ ਸਮਝਾਇਆ ਕੋਈ ਸੋਚਣ ਨੂੰ ਤਿਆਰ ਹੀ ਨਹੀਂ। ਬੰਦਾ ਕਿਹਨੂੰ ਧੋਖਾ ਦੇ ਰਿਹਾ। ਅਸੀਂ ਉਹਨਾਂ ਲੋਕਾਂ ਨੂੰ ਥੋੜੀ ਕਹਿੰਦੇ ਕਿ ਉਹ ਗਲਤ ਹੈਗੇ, ਅਸੀਂ ਤੇ ਕਹਿੰਦੇ ਆਪਾਂ ਗਲਤ ਹਾਂ। ਇੰਨਾ ਸਸਤਾ ਗਿਆਨ। ਕਬੀਰ ਜੀ ਕਹਿੰਦੇ ਤੂੰ ਨਮਾਜ਼ ਪੜ੍ਹਦਾ ਹੈ ਨਾ 5 ਟਾਈਮ 4 ਟਾਈਮ, ਉਹ ਕਹਿੰਦੇ ਕਿ ਨਮਾਜ਼ ਵੀ ਜਿਹੜੀ ਤੂੰ ਪੜ੍ਹ ਰਿਹਾ ਉਹ ਵੀ ਅਕਲ ਤੋਂ ਬਿਨਾਂ ਨਾ ਪੜ੍ਹ। ਕਬੂਲ ਨਹੀਂ ਹੈਗੀ ਰੱਬ ਦੇ ਘਰ। ਬਿਲਕੁਲ ਸੱਚ ਦੇ ਉੱਤੇ, ਸੱਚ ਦੇ ਅੰਦਰ ਸੱਚ ਹੋਏ ਤੇਰੇ, ਤਾਂ ਨਮਾਜ਼ ਪੜੀ ਗਈ ਤੇਰੀ। ਜੇ ਅੰਦਰ ਸੱਚ ਹੈਗਾ ਤੇਰੇ ਤੇ ਅੰਦਰ ਝੂਠ ਆ, ਬਾਹਰੋਂ ਨਮਾਜ਼ ਪੜ ਰਹੇ ਆ ਤੇ ਕਾਹਦੀ ਨਮਾਜ਼ ਪੜੀ ਗਈ। ਸਾਨੂੰ ਵੀ ਕਹਿ ਰਹੇ ਜੋ ਕਹਿੰਦੇ ਪਾਠ ਵੀ ਤੂੰ ਕਰ ਰਿਹਾ ਨਾ, ਇਹ ਨਾ ਸੋਚੀ ਕੱਲਾ ਪਾਠ ਪੜ ਕੇ ਤੇ ਤੂੰ 5 ਬਾਣੀਆਂ ਦਾ ਪਾਠ ਪੜ ਕੇ ਤੇ ਸੋਚੇਗਾ ਕਿ ਮੁਕਤ ਹੋ ਜਾਏਗਾ। ਵਿਚਾਰ ਕਰਨੀ ਪੈਣੀ ਤੈਨੂੰ। ਤੇਰੇ ਜੀਵਨ ਚ ਸੱਚ ਵੀ ਹੋਣਾ ਚਾਹੀਦਾ। ਕੱਲੇ ਪਾਠ ਪੜ੍ਹ ਕੇ ਗੱਲ ਨਾ ਖਤਮ ਕਰਦੀ, ਮੱਥਾ ਟੇਕ ਕੇ ਗੱਲ ਖਤਮ ਨਾ ਕਰਦੀ, ਸੇਵਾ ਕਰਕੇ ਗੱਲ ਖਤਮ ਨਾ ਕਰਦੀ, ਲੰਗਰ ਵਰਤਾ ਕੇ ਗੱਲ ਖਤਮ ਨਾ ਕਰਦੀ, ਦਾਨ ਕਰਕੇ ਗੱਲ ਖਤਮ ਨਾ ਕਰਦੀ। ਤੇਰੇ ਜੀਵਨ ਚ ਸੱਚ ਆਇਆ ਵਾ। ਆਹ ਵੇਖੋ ਕੀ ਕਹਿ ਰਹੇ ਆ। ਕਹਿੰਦੇ 5 ਜਿਹੜੇ ਮੂਸੇ ਹੈਗੇ ਆ, ਮੁਸੱਲਾ ਵਿਛਾ ਦਾ। ਉਹਦੇ ਇੱਕ ਸਪੈਸ਼ਲ ਕੱਪੜਾ ਜਿਹਾ ਹੁੰਦਾ ਹੈ ਜਿੱਥੇ ਨਮਾਜ਼ ਕਰੀਦੀ ਹੈ, ਉੱਤੇ ਬਹਿਣੀ। ਕੋਈ ਕਹਿੰਦਾ ਤੁਹਾਨੂੰ 5 ਜਿਹੜੇ ਮੂਸੇ ਤੇ ਮੁਸੱਲਾ ਵਿਛਾਓ, ਇਹਨਾਂ ਨੂੰ ਥੱਲੇ ਰੱਖੋ। ਮੂਸੇ ਦੇ ਸਿਰ 'ਚ ਬੈਠੇ ਆ ਨਿਜਰ ਸਾਹਿਬ। ਬਿਲਕੁਲ। ਉਹ ਤੇ ਨਮਾਜ਼ ਦੇ ਟਾਈਮ ਤੇ ਆਪਣੇ ਕੰਮ ਚਲਾਈ ਜਾਂਦੇ ਆ, ਉਹ ਬਹਿੰਦੇ ਆ ਥੱਲੇ। ਬਿਲਕੁਲ ਨਹੀਂ। ਉਹ ਵੀਰ ਜੀ ਕਹਿੰਦੇ ਆ ਕਿ ਜੇ ਤੂੰ ਨਮਾਜ਼ ਪੜ੍ਹਨੀ ਆ ਨਾ
ਪਾਠ ਪੜ੍ਹਦੇ ਆ, ਆਪਾਂ ਕਹਿੰਦੇ ਆਸਾਂ ਲਾ ਕੇ ਪਾਠ ਪੜ੍ਹਦੇ ਆ ਆਪਾਂ, ਉਹ ਕਹਿੰਦੇ ਉਹ ਵਾਲੇ 5 ਮੂਸੇ ਹੈਗੇ, ਥੱਲੇ ਮਸੱਲਾ ਵਸਾ ਇਹਨੂੰ, ਚਟਾਈ ਜਾਂ ਚਾਦਰ ਜਾਂ ਬੈੱਡ ਸ਼ੀਟ ਥੱਲੇ ਕੁਛ ਇਹਨੂੰ ਬਣਾ ਕੇ ਥੱਲੇ ਵਸਾਓ। ਪਰ ਉਹ ਕਿੱਥੇ ਬਹਿੰਦੇ, ਉਹ ਤਾਂ ਸਾਡੇ ਸਿਰ 'ਚ ਘੁੰਮਦੇ ਨੇ ਜਜ਼ਾ ਬਿਲਕੁਲ ਉਸ ਟਾਈਮ ਤੇ ਖਾਸ ਕਰਕੇ। ਵੀ ਕਹਿੰਦੇ ਆ ਕਿ ਜੇ ਉਹ ਵਿੱਚ ਘੁੰਮ ਰਹੇ ਆ ਤੇ ਫਿਰ ਤੇਰਾ ਕੰਮ ਹੋਇਆ ਹੀ, ਕਿਉਂਕਿ ਨਮਾਜ਼ ਦੀ ਜਗ੍ਹਾ ਤੇ ਉਹ ਪੜ੍ਹ ਰਹੇ ਅੰਦਰ ਕਲਮੇ ਆਪਣੇ ਕਾਮ ਦੇ, ਕਰੋਧ ਦੇ, ਲੋਭ ਦੇ, ਮੋਹ ਦੇ, ਹੰਕਾਰ ਦੇ। ਤੂੰ ਤੇ ਬਸ ਉੱਥੇ ਗੁੱਤੀ ਵਾਂਗੂ ਬੈਠਾ ਹੈ। ਅਸਲੀ ਨਮਾਜ਼ ਤਾਂ ਉਹ ਨਾਲ ਹੀ ਜਾ, ਅਸਲੀ ਨਮਾਜ਼ ਤਾਂ ਅੰਦਰ ਪੜੀ ਜਾ ਰਹੀ ਹੈ ਨਾ। ਅਸਲੀ ਤੋਂ ਉਹਦੇ 5 ਮੂਸੇ ਬੈਠੇ ਨਮਾਜ਼ ਤੇ ਤੇਰੀ ਉਹ ਪੜ੍ਹ ਰਿਹਾ, ਤੇ ਤੂੰ ਜਿਹੜਾ ਪੜ੍ਹ ਰਿਹਾ ਉਹ ਤੇ ਸੌਂਦਾ ਹੀ ਕੋਈ ਨਹੀਂ ਪਿਆ। ਬਿਲਕੁਲ। ਪਰ ਬੰਦਾ ਸੋਚਦਾ ਏਦਾਂ ਹੀ, ਬੰਦਾ ਆਪਣੇ ਆਪ ਨੂੰ ਬੇਵਕੂਫ ਬਣਾਈ ਜਾਂਦਾ, ਧੋਖਾ ਦੇਈ ਜਾਂਦਾ। ਉਹ ਸੋਚਦਾ ਕਿ ਮੈਂ 5 ਬਾਣੀਆਂ ਦਾ ਪਾਠ ਪੜ੍ਹ ਲਿਆ ਜੀ। ਉਹ ਹੋਰ ਬੈਠੇ ਬਾਬੇ ਜੀ ਸਾਡੇ ਲਾਗੇ, ਤੇ ਉਹ ਕਹੀ ਜਾਂਦੇ ਜੀ 100 ਸੁਖਮਨੀ ਸਾਹਿਬ ਦਾ ਪਾਠ ਕਰਨਾ ਜੀ, 1000 ਆਹ ਪਾਠ ਕਰਨਾ, ਉਹ ਕਰਨਾ। ਉਹ ਕਹਿੰਦੇ ਆ ਦੇਖੋ ਬਾਣੀ ਚ ਕਬੀਰ ਜੀ ਕਹਿ ਰਹੇ ਨੇ ਕਿ ਅਰੇ 5 ਮੂਸੇ ਹੈਗੇ ਆ, ਇਹਦਾ ਮੁਸੱਲਾ ਵਸਾਉਣਾ ਵਾ। ਕੱਲੀ ਨਮਾਜ਼ ਪੜ੍ਹੀ ਵੀ ਕੰਮ ਨਹੀਂ ਆਉਣੀ, ਤੇਰਾ ਕਲਮਾ ਪੜ੍ਹਿਆ ਵੀ ਕੰਮ ਨਹੀਂ ਆਉਣਾ। ਹੁਣ ਕਲਮੇ ਤੇ ਨਮਾਜ਼ ਨਾਲ ਗੱਲ ਖਤਮ ਕਰ ਦਈਏ, ਸਾਨੂੰ ਵੀ ਇਸ਼ਾਰਾ ਕਰ ਰਹੇ ਨੇ। ਸਾਡੇ ਪਾਠ ਪੜ੍ਹੇ ਵੀ ਉਧਰ ਹੀ ਆ ਉਹ ਚੀਜ਼। ਆਪਾਂ ਤੇ ਵੇਖੀ ਜਾਂਦੇ ਆ, ਉਧਰ ਗੁਰਦੁਆਰੇ ਦਾ ਮੱਥਾ ਕਿੱਧਰ, ਉਧਰ ਮੱਥਾ ਟੇਕਦਾ, ਨਾਲ ਹੀ ਪਾਠ ਪੜ੍ਹਨਾ ਸ਼ੁਰੂ ਕਰਤਾ। ਉਹ ਕਹਿੰਦੇ ਨਹੀਂ ਜੇ ਇਹਨਾਂ ਨੇ ਗਿਆਨ ਦੇ ਨਾਲ ਕੰਮ, ਅਕਲ ਤੋਂ ਕੰਮ ਲੈਣਾ। ਹਾਂਜੀ, ਜੇ ਇਹਨਾਂ ਨੇ ਹੁਣ ਨਾ ਨਿਕਲਣਾ ਹੋਏ ਨਾ ਪਤਲੀ ਗਲੀ ਤੋਂ, ਤੇ ਪਤਾ ਕੀ ਕਹਿਣਗੇ ਕਥਾਵਾਚਕ? ਕਹਿਣਗੇ ਬਈ ਇਹ ਤਾਂ ਆ ਦੇਖੋ ਮੁਸਲਮਾਨਾਂ ਵਾਸਤੇ ਜਿਹੜਾ ਆ ਗਿਆਨ ਦੇ ਰਹੇ ਆ ਕਬੀਰ ਜੀ, ਬਸ ਪਤਲੀ ਆਪ ਨਿਕਲ ਜਾਣਾ ਪਤਲੀ ਗਲੀ। ਅਸੀਂ ਵੀ ਤੇ ਕਿਹੜੇ ਘਾਟੇ ਆ, ਸਾਡੀ ਨਮਾਜ਼ ਥੋੜੀ ਦੂਜੀ ਹੋ ਗਈ ਨਜਰ ਸਾਹਿਬ। ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਚੀਜ਼ ਸਮਝਾਈ ਕੀਤਾ ਤੇ ਅਸੀਂ ਵੀ ਉਹ ਕੁਛ ਆ, ਬਸ ਥੋੜਾ ਜਿਹਾ ਟ੍ਰਾਂਸਫਾਰਮ ਕਰ ਲਿਆ ਵਾ। ਉਹ ਕਹਿੰਦੇ ਨਮਾਜ਼ ਕਹਿੰਦੇ ਨਮਾਜ਼ ਨਹੀਂ ਚਾਹੀਦੀ, ਫਿਰ ਕਹਿੰਦੇ ਆ ਕਿ ਤੂੰ ਵਿਚਾਰ, ਉਹਨੂੰ ਨਿਆਂ ਕਰ, ਵਿਚਾਰ ਕਰ, ਕਲਮਾ ਤੇ ਉਹ ਅਕਲ, ਆ ਸਾਰੀਆਂ ਅਕਲ ਤੇ ਵਿਚਾਰ ਦੀ ਗੱਲ ਕਰਦੇ ਆ ਕਿ ਕੱਲੀ ਨਮਾਜ਼ ਪੜ੍ਹੀ, ਕੱਲਾ ਕਲਮਾ ਪੜਿਆ ਤੇਰੇ ਕੰਮ ਨਹੀਂ ਆਉਣਾ। ਤੂੰ ਫਾਰਮੈਲਿਟੀ ਕਰ ਰਿਹਾ ਹੈ, ਆਪਾਂ ਤੇ ਫਾਰਮੈਲਿਟੀ ਕਰਦੇ ਆ। ਇਸ਼ਨਾਨ ਕਰਕੇ ਜੀ ਮੈਂ ਜੀ 5 ਬਾਣੀਆਂ ਦਾ ਪਾਠ ਪੜ੍ਹਦਾ, ਠੀਕ ਹੈ ਜੀ, ਫਿਰ ਬਾਣੀ 'ਚ ਲਿਖਿਆ ਕੀ ਆ ਉਹ ਨਹੀਂ ਪਤਾ। ਪਰ ਮੁਸਲਮਾਨ ਵਾਲਾ ਕੰਮ ਅਸੀਂ ਵੀ ਧੋਖੇ ਕਰਦੇ ਆ। ਉਹ ਵੀ ਜਿਹੜੇ ਨਮਾਜ਼ਾਂ ਪੜ੍ਹੀ ਜਾਂਦੇ ਆ, ਮੁੜ ਕੇ ਸਾਰਾ ਦਿਨ ਠੱਗੀਆਂ ਮਾਰੀ ਜਾਣੀਆਂ। ਉਹ ਕਹਿੰਦੇ ਕਿ ਇਹ ਸੱਚ ਨੂੰ ਲਿਆਉਣਾ ਪੈਣਾ ਵੀ ਜੀਵਨ 'ਚ ਕੱਲੀ ਨਮਾਜ਼ ਪੜ੍ਹੀ ਵੀ ਕੰਮ ਨਹੀਂ ਆਏਗੀ ਨਿਜਰ ਸਾਹਿਬ। ਠੀਕ ਹੈ ਜੀ, ਬਿਲਕੁਲ। ਖਸਮ ਪਛਾਣ ਤਰਸ ਕਰ ਜੀ ਮੈਂ, ਮਾਰ ਮਣੀ ਕਰ ਫੀਕੀ। ਕਹਿੰਦੇ ਸਾਰਿਆਂ ਦੇ ਵਿੱਚ ਮਾਲਕ ਪਰਮਾਤਮਾ ਨੂੰ ਪਛਾਣ। ਖਸਮ ਪਛਾਣ ਤਰਸ ਕਰ ਜੀ ਮੈਂ, ਆਪਣੇ ਅੰਦਰ ਦਇਆ ਲੈ ਕੇ ਆ, ਹੰਬਲਨੈਸ ਲੈ ਕੇ ਆ, ਤਰਸ ਲੈ ਕੇ ਆ ਆਪਣੇ ਅੰਦਰ, ਫਰਗਿਵਨੈਸ ਲੈ ਕੇ ਆ। ਮਾਰ ਮਣੀ ਕਰ ਫੀਕੀ, ਕਿਸੇ ਦਾ ਹੱਕ ਮਾਰਨਾ ਪਰਾਇਆ, ਜਿਹੜਾ ਦੂਸਰੇ ਦਾ ਜਿਹੜਾ ਹੈਗਾ ਖੋਣਾ ਦੂਸਰੇ ਦਾ, ਕਹਿੰਦੇ ਇਹਨੂੰ ਫਿੱਕਾ ਕਰ ਦੇ ਪਾਏ। ਖਸਮ ਪਛਾਣ ਤਰਸ ਕਰ ਜੀ ਮੈਂ, ਮਾਰ ਮਣੀ ਕਰ ਫੀਕੀ। ਆਪ ਜਨਾਏ ਅਵਰ ਕੋ ਜਾਣਾ, ਤਬ ਹੋਏ ਪਿਸ਼ਤਨ ਸਰੀਕੀ। ਦੇਖ ਤੈਨੂੰ ਮੈਂ ਸਵਰਗ ਦੇ ਜਾਣਾ ਹੈ, ਸਵਰਗ ਦੇ ਵਿੱਚ ਸ਼ਰੀਕ ਹੋਣਾ ਹੈ, ਤੂੰ ਸ਼ਾਮਿਲ ਹੋਣਾ ਹੈ। ਸ਼ਰੀਕੀ ਦਾ ਮਤਲਬ ਸਵਰਗ ਦੇ ਵਿੱਚ ਸ਼ਾਮਿਲ ਹੋਣਾ ਹੈ ਮਾਲਕ ਪਰਮਾਤਮਾ ਦੇ ਨੇੜੇ। ਤੇ ਆਹ ਗੱਲ ਕਰੀ ਦੇਖ, ਆਪ ਜਨਾਏ ਅਵਰ ਕੋ ਜਾਣੇ। ਕਹਿੰਦੇ ਜਿਵੇਂ ਦਾ ਤੂੰ ਹੈਗਾ ਨਾ ਉਵੇਂ ਦਾ ਹੀ ਦੂਸਰੇ ਨੂੰ ਸਮਝੀ। ਜਿਵੇਂ ਦਾ ਤੂੰ ਹੈਗਾ ਉਵੇਂ ਦਾ ਆਪਣੇ ਵਰਗਾ ਸਮਝ ਦੂਸਰੇ ਨੂੰ। ਆਪ ਜਨਾਏ ਆਪਣੇ ਵਰਗਾ, ਅਵਰ ਕੋ ਜਾਣੇ ਦੂਜੇ ਨੂੰ ਸਮਝੀ। ਤਬ ਹੋਏ ਪਿਸ਼ਤ ਸਰੀਕੀ, ਤਾਂ ਤੂੰ ਜੰਨਤ 'ਚ ਪਹੁੰਚ ਜਾਏਗਾ ਪਿਆਰਿਆ, ਮਾਲਕ ਪਰਮਾਤਮਾ ਦੇ ਨੇੜੇ ਹੋ ਜਾਏਗਾ। ਹਾਂਜੀ ਵੀਰ ਹਾਂਜੀ, ਅੱਗੇ ਸਾਡੇ ਤੇ ਸੂਈ ਕਰਤੀ ਕਬੀਰ ਜੀ ਨੇ। ਫਿਰ ਕਬੀਰ ਜੀ ਦੀ ਬਾਣੀ ਪੜ੍ਹਦਾ ਹੀ ਨਹੀਂ ਬੰਦਾ ਡਰਦਾ, ਕਿਉਂਕਿ ਉਹ ਬਾਣੀ ਫੜਦੇ ਨੇ ਜਿਹੜੀ ਹੋਰ ਤਰ੍ਹਾਂ ਦੀ ਬਾਣੀ ਆ, ਜਿਹੜੀ ਲਾਈਟ। ਇਹ ਤੇ ਬਾਣੀ ਬਹੁਤ ਹੈਵੀ ਡੋਜ਼ ਆ ਨਿਜਰ ਸਾਹਿਬ, ਕਾਫੀ ਹੈਵੀ ਡੋਜ਼। ਕਿ ਬੰਦਾ ਇੱਕ ਵਾਰੀ ਕਥਾ ਸੁਣ ਜੇ, ਬੰਦਾ ਤਾਂ ਹੀ ਗਰੁੱਪ ਲੈਫਟ ਕਰ ਜਾਂਦੇ ਵਿਚਾਰੇ, ਕਿਉਂਕਿ ਉਹ ਬਰਦਾਸ਼ਤ ਕਰਨੀ ਬੜੀ ਔਖੀ, ਬਾਣੀ ਹਜਮ ਨਹੀਂ ਹੋਣੀ। ਕਹਿੰਦੇ ਆ ਕਿ ਖਸਮ ਪਛਾਣ ਤਰਸ ਕਰ। ਕਿ ਇਹ ਸਾਰੀ ਜਿਹੜੀਆਂ ਪ੍ਰਮਾਤਮਾ ਦੀ ਜੋਤ ਹੈ, ਇਹ ਤਰਸ ਵੀ ਕਰਨਾ ਹੈ। ਤਰਸ ਕੀਤੇ ਕਿਤੇ ਮਾਫ ਕੀਤੇ ਕਿ ਜੇ ਤੂੰ ਨਹੀਂ ਕਿਸੇ ਨੂੰ ਮਾਫ ਕੀਤਾ, ਕਿੱਥੋਂ ਤੂੰ ਹੱਕ ਰੱਖਦਾ ਕਿ ਤੈਨੂੰ ਪ੍ਰਮਾਤਮਾ ਮਾਫ ਕਰੂਗਾ? ਤੂੰ ਹੀ ਨਹੀਂ ਕੀਤਾ, ਤੂੰ ਕਿਸੇ ਦੀ ਮਦਦ ਕੀਤੀ।
ਹੁਣ ਤੇਰੀ ਰੱਬ ਆ ਕੇ ਮਦਦ ਕਰੇ, ਕੀਤਾ ਕੁਛ? ਕਿਉਂਕਿ ਦੇਵੇਂਗਾ ਤੇ ਬਿਜ਼ਨਸ ਕਾਹਦਾ ਹੁੰਦਾ ਨਿੱਜਰ ਸਾਹਿਬ? ਹੁਣ ਤੁਸੀਂ ਕੋਈ ਚੀਜ਼ ਮੈਨੂੰ ਦਿਓ, ਮੈਂ ਤੁਹਾਨੂੰ ਦੇਵਾਂ। ਬਿਜ਼ਨਸ ਤਾਂ ਹੋਊਗਾ ਕਿ ਮੈਂ ਇਕੱਲਾ ਦੇਈ ਜਾਵਾਂ ਤੇ ਉਹ ਤੁਹਾਨੂੰ ਤੇ ਤੁਸੀਂ ਕੁਛ ਨਾ ਦੋ, ਉਹ ਕਦਾ ਬਿਜ਼ਨਸ ਹੋਇਆ? ਪ੍ਰਕਿਰਤੀ ਕਹਿੰਦੀ ਕੋਈ ਚੰਗੇ ਗੁਣ ਦੇ ਦੇ ਤੇ ਮੈਂ ਤੇ ਤੂੰ ਕੋਈ ਚੀਜ਼ ਤੂੰ ਮੈਨੂੰ ਦੇਣਾ ਹੈ ਤੇ ਮੈਂ ਤੈਨੂੰ ਵੱਧ ਕਰਕੇ ਦੇ ਦੂੰਗੀ। ਹੁਣ ਕਹਿੰਦੇ ਆ ਕਿ ਜਿਹੜਾ ਜੀ ਹੈਗਾ ਨਾ, ਜੀਆਂ ਦੇ ਨਾਲ ਧੱਕਾ ਨਾ ਕਰ। ਤੇ ਬੰਦਾ ਤੇ ਜੀਆਂ ਨੂੰ ਛੱਡਦਾ ਨਹੀਂ। ਬੰਦਾ ਕਹਿੰਦਾ ਮੈਂ ਖੋਲਾਂ ਸਾਰੇ ਪਿੰਡ ਦੀ ਪੈਲੀ ਖੋ ਕੇ ਆਪਣੇ ਕੋਲ ਰੱਖ ਲਾਂ, ਫਿਰ ਪਤਾ ਨਹੀਂ ਕਿੱਥੇ ਖਾਣੀ ਇਹਨੇ। ਐਨੇ ਜੀ ਸਾਹਿਬ ਬਿਲਕੁਲ। ਪਰ ਕਹਿੰਦੇ ਆ ਕਿ ਤੇਰੇ ਕਰਮ ਬੜੇ ਇੰਪੋਰਟੈਂਟ ਹੀ, ਤੇ ਧਿਆਨ ਨਾਲ ਚੰਗੇ ਕਰਮ ਕਰਿਆ ਕਰ, ਐਵੇਂ ਨਾ ਪੰਗਾ ਲਈ ਜਾ, ਕਿਉਂਕਿ ਇਹ ਕੋਈ ਚੰਗੀ ਚੀਜ਼ ਨਹੀਂ ਹੈਗੀ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਅੱਗੇ ਕਹਿੰਦੇ ਆਪ ਜਨਾਏ ਔਰ ਕੋ ਜਾਣੇ, ਕਹਿੰਦੇ ਆਪਣੇ ਵਰਗਾ ਦੂਜਿਆਂ ਨੂੰ ਜਾਣ, ਤਬ ਹੋਏ ਭੇਸ ਤੇ ਸ਼ਰੀਕੀ, ਤਾਂ ਤੂੰ ਜਿਹੜਾ ਹੈਗਾ ਪਰਮਾਤਮਾ ਦੇ ਨੇੜੇ ਹੋਏਗਾ। ਆਹ ਤੇ ਬਹੁਤ ਵੱਡੀ ਗੱਲ ਹੈ। ਆਪਣੇ ਵਰਗਾ ਸਾਰਿਆਂ ਨੂੰ ਕੌਣ ਜਾਣਦਾ ਹੈ? ਬੰਦਾ ਪਤਾ ਹੈ ਕਿ ਮੇਰੇ ਵਰਗੇ ਆ। ਬੰਦਾ ਕਹਿੰਦਾ ਕਿ ਸਾਹਮਣੇ ਬੰਦਾ ਇੱਕ ਗਰੀਬ ਬੰਦਾ ਹੈ, ਲੋੜਵੰਦ ਬੰਦਾ ਹੈ, ਇਹਨੂੰ ਮੈਂ ਮਾਫ ਕਰਦਾ, ਇਹਨੇ ਗੁਨਾਹ ਕੀਤਾ ਹੈ ਮਾਫ ਕਰਦਾ ਇਹਨੂੰ। ਨਾ, ਬੰਦਾ ਨਹੀਂ ਮਾਫ ਕਰਦਾ। ਆਪਾਂ ਚਾਹੁੰਦੇ ਆ ਕਿ ਸਾਡੀ ਲੋਕੀ ਮਦਦ ਕਰਨ, ਪਰ ਆਪਾਂ ਕਿਹਦੀ ਮਦਦ ਕੀਤੀ? ਉਹ ਕਹਿੰਦੇ ਨੇ ਕਿ ਤੈਨੂੰ ਕਰਨਾ ਪੈਣਾ, ਤੇ ਜਦੋਂ ਤੂੰ ਇਹ ਕੰਮ ਕਰਨਾ ਸ਼ੁਰੂ ਕਰਤਾ ਨਾ ਤੇ ਫਿਰ ਸਵਰਗ ਤੇਰੇ ਤੋਂ ਦੂਰ ਨਹੀਂ ਹੈਗਾ। ਬੜਾ ਆਸਾਨ ਹੈ, ਬੜਾ ਸੌਖਾ ਤਰੀਕਾ ਹੈ। ਸਾਰਿਆਂ ਦੇ ਵਿੱਚ ਪ੍ਰਮਾਤਮਾ ਦੇ, ਜੇ ਤੂੰ ਸਾਰਿਆਂ 'ਚ ਪ੍ਰਮਾਤਮਾ ਦੇਖੇਂਗਾ ਤਾਂ ਠੱਗੀ ਕਿਹਦੇ ਨਾਲ ਮਾਰੇਂਗਾ ਨਿੱਜਰ ਸਾਹਿਬ? ਪੰਗਾ ਤੇ ਹੈ ਨਾ। ਹੁਣ ਜਦੋਂ ਅਗਲੇ 'ਚ ਵੇਖੇਗਾ ਪ੍ਰਮਾਤਮਾ, ਫਿਰ ਠੱਗੀ ਨਹੀਂ ਨਾ ਮਾਰ ਸਕਦਾ। ਇਸੇ ਕਰਕੇ ਇਨਸਾਨ ਅਗਲੇ 'ਚ ਵੇਖਦਾ ਨਹੀਂ ਕਿ ਪ੍ਰਮਾਤਮਾ ਹੈਗਾ। ਉਹ ਕਹਿੰਦਾ ਚਰਨਜੀਤ ਤੇ ਨਿੱਜਰ ਸਾਹਿਬ ਹੈਗੇ ਆ, ਇਹਨਾਂ 'ਚ ਕੋਈ ਪ੍ਰਮਾਤਮਾ ਨਹੀਂ ਹੈਗਾ। ਠੀਕ ਹੈ ਨਿੱਜਰ ਸਾਹਿਬ, ਅੱਗੇ ਚੱਲੀਏ। ਅੱਗੇ ਸੇਮ ਗੱਲ ਫਿਰ ਕਹਿ ਰਹੇ ਆ, ਮਾਟੀ ਏਕ ਭੇਖ ਧਰੇ ਨਾਨਾ, ਤਾਵੇਂ ਬ੍ਰਹਮ ਪਛਾਨਾ। ਦੇਖ ਮਿੱਟੀ ਇੱਕੋ ਹੀ ਹੈਗੀ ਆ, ਅਲੱਗ-ਅਲੱਗ ਭੇਖ ਹੈ, ਨਾਨਾ ਪ੍ਰਕਾਰ ਦੇ ਭੇਖ ਬਣਾਏ ਆ ਮਾਲਕ ਪਰਮਾਤਮਾ ਨੇ। ਤਾਵੇਂ ਬ੍ਰਹਮ ਪਛਾਨਾ, ਉਹਦੇ ਵਿੱਚ ਜਿਹਨੇ ਵੀ ਬ੍ਰਹਮ ਪਛਾਣ ਲਿਆ ਉਹਨੂੰ ਉਹ ਪਹੁੰਚ ਗਿਆ ਭਿਸ਼ਤ ਦੇ ਕੋਲ, ਸਵਰਗ ਦੇ ਕੋਲ। ਮਾਲਕ ਪਰਮਾਤਮਾ ਪ੍ਰਗਟ ਹੋ ਜਾਏਗਾ ਉਹਦੇ ਹਿਰਦੇ 'ਚ। ਮਾਟੀ ਏਕ ਭੇਖ ਧਰੇ ਨਾਨਾ, ਤਾਵੇਂ ਬ੍ਰਹਮ ਪਛਾਨਾ, ਕਹੇ ਕਬੀਰਾ ਭਿਸ਼ਤ ਛੋੜ ਕਰ ਦੋਜ਼ਖ ਸਿਉ ਮਨ ਮਾਨਾ। ਜਿਨ੍ਹਾਂ ਨੇ ਨਹੀਂ ਪਛਾਣਿਆ, ਕਹਿੰਦੇ ਉਹਨਾਂ ਨੇ ਸਵਰਗ ਛੱਡ ਕੇ ਰੱਬ ਦਾ ਲਿਵ ਵਾਲਾ ਰਸਤਾ ਜਿਹੜਾ ਛੱਡ ਕੇ ਪਰਲੋਕ ਦੇ ਵਿੱਚ, ਕਹਿੰਦੇ ਉਹਨੇ ਤਾਂ ਭਾਈ ਨਰਕ ਦੇ ਵਿੱਚ, ਨਰਕ ਦੇ ਨਾਲ ਮਨ ਮੰਨ ਗਿਆ। ਕਹਿੰਦੇ ਉਹਨੇ ਤਾਂ ਨਰਕ ਕਬੂਲ ਕਰ ਲਿਆ। ਉਹਨੇ ਕਿਹਾ, ਉਹ ਤਾਂ ਕਹਿੰਦਾ ਮੈਨੂੰ ਤਾਂ 84 ਲੱਖ ਜੂਨਾਂ ਚਾਹੀਦੀਆਂ। ਕਹੇ ਕਬੀਰਾ ਭਿਸ਼ਤ ਛੋੜ ਕਰ ਦੋਜ਼ਖ ਸਿਉ ਮਨ ਮਾਨਾ। ਦੋਜ਼ਖ ਕਹਿੰਦੇ ਆ ਨਰਕ, ਨਰਕ ਦੇ ਨਾਲ, ਕਹਿੰਦੇ ਉਹ ਤਾਂ ਨਰਕ ਦੇ ਨਾਲ ਮੰਨ ਗਿਆ ਭਾਈ, ਉਹ ਨਰਕ ਚਾਹੁੰਦਾ ਹੈ। ਹਾਂਜੀ ਵੀਰ, ਹਾਂਜੀ ਠੀਕ ਹੈ ਜੀ। ਕਬੀਰ ਜੀ ਲਾਸਟ ਸਾਨੂੰ ਇਹ ਸਮਝਾ ਰਹੇ ਨੇ ਕਿ ਬਈ ਜੇ ਤੂੰ ਇਹ ਸੋਚਦਾ ਹੈ ਕਿ ਪ੍ਰਮਾਤਮਾ ਨਹੀਂ ਇਹਨਾਂ ਵਿੱਚ ਵਸਦਾ, ਤੂੰ ਠੱਗੀਆਂ ਮਾਰੀ ਜਾਣੀਆਂ ਤੂੰ, ਫਿਰ ਤੈਨੂੰ ਕੋਈ ਬਚਾਉਣਾ ਬੜਾ ਔਖਾ ਹੈ। ਕਿਉਂਕਿ ਤੂੰ ਕੰਮ ਹੀ ਏਦਾਂ ਦਾ ਕਰ ਲਿਆ ਕਿ ਤੂੰ ਸੋਚਦਾ ਹੀ ਨਹੀਂ ਹੈ ਕਿ ਇਹ ਤੇ ਬ੍ਰਹਮ ਹੈਗਾ ਸਾਰਾ। ਇਹ ਪ੍ਰਕਿਰਤੀ ਕੀ ਹੈ? ਬ੍ਰਹਮ ਤੋਂ ਆਈ ਹੈ। ਸਾਰੀਆਂ ਜੀਵਾਂ ਦੇ ਵਿੱਚ ਉਹੀ ਵਸਦਾ ਹੈ, ਤੇ ਬਿਨਾਂ ਕਾਰਨਾਂ ਤੋਂ ਤੂੰ ਐਵੇਂ ਖੋਈ ਜਾਂਦਾ ਲੋਕਾਂ ਤੋਂ ਪੈਸਾ, ਲੋਕਾਂ ਦਾ ਪੈਸਾ ਖੋਈ ਜਾਂਦਾ। ਔਰ ਤੇਰੇ ਕੋਲ ਆਪਣਾ ਪੈਸਾ ਵੀ ਹੈਗਾ ਵਾ, ਪਰ ਤੂੰ ਉਹਤੇ ਸੰਤੁਸ਼ਟ ਨਹੀਂ ਹੈਗਾ। ਫਿਰ ਤੇਰੇ ਲਈ ਜਿਹੜਾ ਦੋਜ਼ਖ ਤੈਨੂੰ ਜਾਣਾ ਪਵੇਗਾ, ਕੋਈ ਚੰਗੀ ਚੀਜ਼ ਨਹੀਂ ਹੈ। ਤੂੰ ਆਪਣੇ ਹੱਥੀਂ ਹੀ ਤੂੰ ਸਵਰਗ ਦਾ ਤਿਆਗ ਕਰ ਦਿੱਤਾ ਹੈ, ਤੇ ਦੋਜ਼ਖ ਦਾ ਜਿਹੜਾ ਰਸਤਾ ਹੈ ਤੂੰ ਚੋਣ ਕਰ ਲਈ ਹੈ। ਤੇ ਫਿਰ ਇਹਨੂੰ ਹੁਣ ਕੌਣ ਸਮਝਾਵੇ? ਸਹੀ ਹੈ ਨਿੱਜਰ ਸਾਹਿਬ? ਬਿਲਕੁਲ। ਫਿਰ ਤੇਰਾ ਬਈ ਤੇਰਾ ਰੱਬ ਹੀ ਰੱਖਾ ਹੈ, ਕਿਉਂਕਿ ਤੂੰ ਆਪ ਹੀ ਚੂਜ਼ ਕਰ ਲਿਆ। ਫਿਰ ਪ੍ਰਕਿਰਤੀ ਕੀ ਕਰੇ? ਹੁਣ ਤੇਰੇ ਲਈ ਹੁਣ ਸਵਰਗ ਦਾ ਰਸਤਾ ਕਿੱਥੋਂ ਖੋਲ ਲੈ? ਬਾਣੀ ਤੇ ਕਹਿੰਦੀ ਆ ਕਿ ਤੂੰ ਇਹ ਵੇਖ ਕੇ ਦੂਜੇ ਦੇ ਵਿੱਚ ਵੀ ਰੱਬ ਹੈਗਾ। ਮਾਫ ਕਰਦੇ ਲੋਕਾਂ ਦੇ ਗੁਨਾਹ, ਮਾਫ ਕਰਦੇ, ਪਰਮਾਤਮਾ ਦਾ ਗੁਣ ਹੈ, ਮਾਫ ਕਰ ਦੇਣਾ। ਇਹ ਨਹੀਂ ਕਿ ਕਿਸੇ ਨੇ ਅੱਖ ਕੱਢੀ ਤੇ ਤੁਸੀਂ ਉਹਦੀ ਅੱਖ ਕੱਢ ਦੋ, ਫਿਰ ਤੇ ਸਾਰੀ ਦੁਨੀਆ ਨਹੀਂ ਹੋ ਜਾਏ। ਕੋਸ਼ਿਸ਼ ਕਰੋ ਮਾਫ ਕਰ, ਤੇ ਇਹੋ ਹੀ ਨਿਯਮ। ਮਾਫ ਕਰਨਾ ਬੜੀ ਵੱਡੀ ਗੱਲ ਹੈ, ਪਰਮਾਤਮਾ ਦਾ ਗੁਣ ਹੈਗਾ। ਜਿਹੜਾ ਬੰਦਾ ਮਾਫ ਕਰ ਦਿੰਦਾ ਹੈ ਦੂਜਿਆਂ ਦੇ ਗੁਨਾਹਾਂ ਨੂੰ, ਉਹ ਵੀ ਬੰਦਾ ਤਰ ਜਾਂਦਾ। ਉਹਦੇ ਅੰਦਰ ਬਹੁਤ ਫਿਰ ਗਹਿਰਾਈ ਆਉਂਦੀ। ਇਹ ਗੁਣ ਨੇ। ਤੁਸੀਂ ਥੋੜਾ ਜਿਹਾ ਜੀਵਨ ਥੋੜਾ ਜਿਹਾ ਚੱਲ ਕੇ ਤੇ ਦੇਖੋ, ਥੋੜਾ ਭਲਾ ਕਰਕੇ ਵੇਖੋ ਲੋਕਾਂ ਦਾ। ਲੋਕਾਂ ਦੇ ਪੈਸੇ ਖੋਣੇ ਬੰਦ ਕਰ ਦੋ, ਨਿੰਦਿਆ ਚੁਗਲੀ ਬੰਦ ਕਰ ਦੋ। ਹੁਣ ਕਈ ਵਾਰੀ ਆਪਾਂ ਜਿਹਨਾਂ ਤੋਂ ਨਫ਼ਰਤ ਕਰਦੇ ਹਾਂ,
ਜੋ ਗੁੱਸਾ ਕਰਦੇ ਆ, ਔਰ ਉਸ ਤੋਂ ਵੱਡਾ ਕੰਮ ਇੱਕ ਬੇਵਕੂਫੀ ਆਪਾਂ ਹੋਰ ਕਰਦੇ ਆ, ਫਿਰ ਲੋਕਾਂ ਦੇ ਸਾਹਮਣੇ ਆਪਾਂ ਉਹਨਾਂ ਦੀ ਕੀ ਕਰਦੇ ਆ, ਚੁਗਲੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਆ। ਬੰਦਾ ਏਦਾਂ ਹੀ ਕਰਦਾ। ਸੋ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਗੁਰੇਜ਼ ਕਰਨਾ ਚਾਹੀਦਾ। ਬਾਣੀ ਤਾਂ ਆਪਾਂ ਨੂੰ ਇਹ ਸਮਝਾਉਂਦੀ ਹੈ ਕਿ ਸਾਫ਼ ਸੁਥਰਾ ਜੀਵਨ ਬਤੀਤ ਕੀਤਾ ਜਾਵੇ। ਕਿਉਂਕਿ ਫਿਰ ਉਹ ਕਹਿੰਦੇ ਆ ਕਿ ਜੇ ਤੂੰ ਪਾਠ ਵੀ ਪੜ੍ਹਨਾ ਹੈ ਬਈ ਅਕਲ ਤੋਂ ਬਿਨਾਂ, ਵਿਚਾਰ ਤੋਂ ਬਿਨਾਂ ਨਹੀਂ ਕਰਨਾ। ਬਾਣੀ ਕਹਿ ਰਹੀ ਜੀ, ਮੈਂ ਥੋੜੀ ਕਹਿ ਰਿਹਾ ਜਾਂ ਨਿਜਰ ਸਾਹਿਬ ਥੋੜੀ ਕਹਿ ਰਹੇ। ਉਹ ਕਹਿੰਦੇ ਨਮਾਜ਼ ਦੀ ਗੱਲ ਨਹੀਂ ਚੱਲੀ, ਨਮਾਜ਼ ਵੀ ਕਰ ਰਹੇ ਆ, ਕਲਮੇ ਤੂੰ ਪੜ੍ਹਦਾ ਹੈ, ਫਿਰ ਤੂੰ ਪੜ੍ਹਨਾ ਤਾਂ ਹੈਗਾ ਹੀ, ਪਰ ਜਿੱਥੇ ਤੂੰ ਇਬਾਦਤ ਕਰ ਰਿਹਾ ਉਹ ਥੱਲੇ ਜਿਹੜਾ ਕੱਪੜਾ ਵਿਛਾਇਆ ਹੀ, ਉਹ ਪੰਜਾਂ ਦਾ ਥੱਲੇ ਚਾਹੀਦੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਕੱਪੜਾ ਥੱਲੇ ਵਿਛਾਉਣਾ। ਪਰ ਉਹ ਜੇ ਤੇਰੇ ਮਸਤਕ ਦੇ ਵਿੱਚ ਘੁੰਮ ਰਹੇ ਆ ਤੇ ਪੜ੍ਹ ਤੂੰ ਨਮਾਜ਼ ਰਹੇ ਆ, ਇਹਦਾ ਮਤਲਬ ਗੜਬੜ ਹੈ। ਕੁਝ ਚੀਜ਼ ਨਹੀਂ ਹੈ, ਕਿਉਂਕਿ ਤੂੰ ਫਾਰਮੈਲਿਟੀ ਕਰ ਰਿਹਾ, ਤੂੰ ਉੱਥੇ ਹੈਗਾ ਹੀ ਨਹੀਂ ਆ। ਤੂੰ ਤੇ ਕੁਝ ਅੰਦਰ ਆਪਣੇ ਅੰਦਰ ਕੁਝ ਹੋਰ ਕਰ ਰਿਹਾ। ਹਾਂ, ਮੂੰਹ ਤੇਰਾ ਜ਼ਰੂਰ ਬੋਲ ਰਿਹਾ, ਜ਼ਬਾਨ ਤੇਰੀ ਬੋਲ ਰਹੀ ਆ, ਪਰ ਅਸਲ ਤੇ ਜਿਹੜੀ ਚੀਜ਼ ਚੱਲ ਰਹੀ ਉਹ ਤੇਰੇ ਅੰਦਰ ਚੱਲ ਰਹੀ ਹੈ। ਉਹ ਇੰਪੋਰਟੈਂਟ ਹੈ। ਬਾਕੀ ਜਿਹੜੇ ਸਮਾਜ ਨੂੰ ਦਿਖਾ ਰਹੇ ਆ, ਲੋਕਾਂ ਨੂੰ ਸੁਣਾ ਰਹੇ ਆ, ਉਹ ਅਲੱਗ ਚੀਜ਼ ਹੈਗੀ ਆ। ਸਹੀ ਹੈ ਨਿਜਰ ਸਾਹਿਬ? ਬਿਲਕੁਲ। ਮਾਲਕ ਨੇ ਤਾਂ ਅੰਦਰਲੀ ਚੀਜ਼ ਦੇ ਉੱਤੇ ਜਿਹੜਾ ਹੈਗਾ ਡਿਸੀਜਨ ਦੇਣਾ ਹੈ ਉਹਨੇ। ਹਾਂ, ਤੇ ਮਨ ਤੁਹਾਡਾ ਸੁਥਰਾ ਚਾਹੀਦਾ, ਮਨ ਸ਼ਾਂਤ ਚਾਹੀਦਾ। ਇਸੇ ਲਈ ਆਪਾਂ ਧਿਆਨ ਸਿਮਰਨ ਕਰ ਰਹੇ ਹਾਂ ਕਿ ਜਿਹੜਾ ਮਨ ਆ, ਮਨ ਸਾਡਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿਚਾਰ ਛੱਡ ਕੇ ਤੇ ਬੰਦਗੀ ਕਰੇ, ਧਿਆਨ ਸਾਧਨਾ ਕਰੇ, ਭਗਤੀ ਕਰੇ। ਔਰ ਮਨ ਦੀ ਜਿਹੜੀ ਪਕੜ ਥੋੜੀ ਕਮਜ਼ੋਰ ਹੋਵੇ। ਔਰ ਤੁਸੀਂ ਵੈਸੇ ਵੀ ਸਾਧਨਾ ਕਰ ਰਹੇ, ਜੋ ਤੁਹਾਨੂੰ ਸਮਾਧੀ ਮਿਲ ਹੀ ਰਹੀ ਹੈ, ਨਿਰਵਿਚਾਰ ਸਮਾਧੀ, ਜਿਹੜੀ ਕਬੀਰ ਜੀ ਕਹਿ ਰਹੇ ਨੇ ਉਹੀ ਚੀਜ਼ ਤੁਹਾਨੂੰ ਪ੍ਰਾਪਤ ਹੋ ਰਹੀ ਹੈ। ਹੁਣ ਤੁਸੀਂ ਭਾਵੇਂ ਘੰਟੇ 'ਚ 2 ਮਿੰਟ 3 ਮਿੰਟ ਵੀ ਧਿਆਨ ਇਕਾਗਰ ਕਰਕੇ ਵੈਗਰੂ ਵੈਗਰੂ ਬੋਲ ਦਿੱਤਾ ਤੇ ਕੰਮ ਹੋ ਗਿਆ। ਬਸ ਰੰਗ ਚੜ੍ਹਦਾ ਹੀ ਜਾਣਾ, ਫਿਰ ਚੜ੍ਹਦਾ ਹੀ ਜਾਣਾ, ਇਹ ਨਹੀਂ ਉਤਰਨਾ। ਬਹੁਤ ਪਾਵਰਫੁਲ ਚੀਜ਼ ਹੈ। ਠੀਕ ਹੈ ਸਾਧ ਸੰਗਤ ਜੀ? ਹਾਂਜੀ ਵੀਰ ਜੀ, ਬਹੁਤ ਵਧੀਆ। ਬਾਕੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਲੱਭਣ ਜਾਓਗੇ ਨਾ ਤੇ ਕਿੱਥੇ ਵੀ ਨਹੀਂ ਹੈਗੇ, ਤੁਹਾਨੂੰ ਲੱਭਣੇ ਥੋੜੀ ਹੈ। ਇਹ ਸਾਡੇ ਵਿਚਾਰ ਨੇ। ਵਿਚਾਰਾਂ ਦੇ ਵਿੱਚ ਹੀ ਹੈ ਸਾਰਾ ਕੁਝ। ਵਿਚਾਰ ਗਏ ਤੇ ਇਹ ਵੀ ਗਏ। ਬਿਲਕੁਲ। ਕਿੱਥੇ ਨਹੀਂ ਹੈਗਾ ਉਹ ਪਾਣੀ, ਜਿੱਥੇ ਮਰਜੀ ਆਪ ਚੱਲ ਜਾਓ, ਕੇਵਲ ਵਿਚਾਰਾਂ ਦੀ ਹੀ ਗੱਲ ਹੋਈ ਹੈ। ਵਿਚਾਰ ਮਰੇ ਤੇ ਉਹ ਸਾਰਾ ਸਿਸਟਮ ਹੀ ਬੰਦ ਹੋ ਜਾਣਾ। ਵਿਚਾਰ ਮਰ ਗਏ ਤੇ ਖਤਮ ਕਰਨ, ਉਸ ਤੋਂ ਅੱਗੇ ਕੁਝ ਨਹੀਂ ਕਰ ਸਕਦੇ। ਵਿਚਾਰ ਮਾਰੇ ਇੱਕ ਜਗ੍ਹਾ ਹੁੰਦਾ, ਵਿਚਾਰ ਮਾਰੇ ਤਰੇ ਤਾਰੇ, ਉਲਟ ਜੋਨ ਨਾ ਆਵੇ। ਬਸ ਵਿਚਾਰ ਮਾਰ ਲੈ ਤੇ ਤਰ ਗਿਆ, ਤਾਰ ਵੀ ਦਊਗਾ। ਹਾਂ, ਵਿਚਾਰ ਮਾਰੇ ਤਰੇ ਤਾਰੇ, ਉਲਟ ਜੋਨ ਨਾ, ਤੁਕ ਤੇ ਮੇਰੇ ਗਵਾਜ ਗਈ ਵਾਲੀ, ਉਲਟ ਜੋਨ ਨਾ ਆਵੇ। ਵਿਚਾਰ ਮਾਰੇ ਤਰੇ ਤਾਰੇ, ਉਲਟ ਜੋਨ ਨਾ ਆਵੇ। ਤਰੇ ਤਾਰੇ, ਉਲਟ ਜੋਨ ਨਾ ਜੋਨ। ਹਾਂ, ਇਹ ਨਾ ਕੁੜੀ ਕਹਿੰਦੀ ਸੀ ਗੁਰਮੀਤ ਕੀ ਵੀਰ ਜੀ ਉਹ ਤੁਕ ਗਵਾਜ ਗਈ ਮੇਰੇ ਤੋਂ, ਤੇ ਮੈਂ ਇਹ ਤੁਕ ਮੈਨੂੰ ਨਾ ਗਰੁੱਪ 'ਚ ਕਹਿੰਦੇ ਭੇਜੀ ਸੀ। ਤੇ ਮੈਂ ਕਿਹਾ ਸੀ ਇੱਕ ਤੁਕ ਦੇ ਵਿੱਚ ਹੀ ਸਾਰਾ ਕੁਝ ਉਹਨਾਂ ਪਾਇਆ। ਕਿਹੜਾ ਦੀ ਬਾਣੀ ਹੈ? ਮੈਨੂੰ ਵੀ ਪਤਾ ਨਹੀਂ ਆ, ਦੇਖ ਕੇ ਦੱਸ ਦੂੰਗਾ। ਹਾਂ, ਠੀਕ ਹੈ। ਇਹ ਸਾਧ ਸੰਗਤ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਜੀ, ਮੈਨੂੰ ਆ ਗਿਆ ਯਾਦ। ਗੁਰੂ ਨਾਨਕ ਸਾਹਿਬ ਦੀ, ਗੁਰੂ ਨਾਨਕ ਸਾਹਿਬ ਦੀ ਹੈ। ਹਾਂ, ਲਾ ਕਰੋ ਗੱਲ। ਕਿੰਨੀ ਵੱਡੀ ਗੱਲ ਕਹਿਤੀ ਮੈਂ। ਵਿਚਾਰ ਮਾਰੇ ਤਰੇ ਤੇ ਤਾਰੇ। ਹਾਂ, ਪਹਿਲੀ ਗੱਲ ਤਾਂ ਕਹਿੰਦਾ ਆਪ ਵਿਚਾਰ ਮਾਰ ਲਓ, ਫਿਰ ਆਪ ਤਰਦਾ। ਜਿਹੜਾ ਆਪ ਤਰਿਆ ਫਿਰ ਦੂਜੇ ਨੂੰ ਤਰਨਾ ਵੀ ਸਿਖਾ ਦੇਗਾ। ਜਿਹੜਾ ਆਪ ਹੀ ਨਹੀਂ ਤਰਿਆ ਉਹਨੇ ਕਿੱਥੋਂ ਨੇ ਕਿਸੇ ਤਰਨਾ ਸਿਖਾਉਣਾ। ਜਿਹੜਾ ਕਹਿੰਦਾ ਉਲਟ ਜੋਨ ਨਾ ਆਵੇ, ਫਿਰ ਉਹ ਖਤਮ। ਜਿਹਦੇ ਵਿਚਾਰ ਮਾਰ ਕੇ ਉਹਦੀ ਨਮਾਜ਼ ਵੀ ਕਬੂਲ ਜੇ, ਉਹਦਾ ਪਾਠ ਵੀ ਕਬੂਲ ਜੇ। ਫਿਰ ਪਾਠ ਪੜੋ, ਜੋ ਮਰਜ਼ੀ ਪੜੋ, ਹਰ ਇੱਕ ਚੀਜ਼ ਤੁਹਾਡੀ ਕਬੂਲ ਹੋਵੇਗੀ। ਪਰ ਜੇ ਮਨ ਦੇ ਅੰਦਰ ਕੁਝ ਹੋਰ ਚੱਲ ਰਿਹਾ ਤੇ ਅਸੀਂ ਕੁਝ ਹੋਰ ਬੋਲ ਰਹੇ ਹਾਂ, ਫਿਰ ਪ੍ਰੋਬਲਮ। ਇਹ ਨਾ ਗੋਰਖੀ ਸਾਹਿਬ, ਇਹ 687 ਅੰਗ ਦੇ ਉੱਤੇ ਹੈ। ਮੈਂ ਕੱਢਿਆ 687 88 ਅੰਗ ਦੇ ਉੱਤੇ। ਤੇ ਧਨਾਸਰੀ ਰਾਗ ਦੇ ਵਿੱਚ ਧਨਾਸਰੀ ਮਹਲਾ ਪਹਿਲਾ, ਛੰਤ ਏਕ ਓਂਕਾਰ ਸਤਿਗੁਰ ਪ੍ਰਸਾਦ, ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਇਹਦੇ ਵਿੱਚ ਆਉਂਦਾ ਹੈ। ਉਹ ਕਹਿੰਦੇ ਤੀਰਥ ਤਾਂ ਨਾਮ ਆ ਪਾਏ, ਉਹ ਤਾਂ ਅੰਦਰ ਹੀ ਨਹਾਉਣਾ ਹੈ, ਬਾਹਰ ਥੋੜੀ ਨਾ ਨਹਾਏਗਾ। ਹਾਂ, ਬਹੁਤ ਨੁਕਤੇ ਦੀ ਗੱਲ ਕਰ ਗਏ ਮਿੱਤਰ ਸਾਹਿਬ। ਇਸ ਬਾਣੀ ਦੇ ਵਿੱਚ ਕੁਝ ਨਹੀਂ, ਇੱਕਦਮ ਛੋਟੀ ਜਿਹੀ ਲਾਈਨ ਦੇ ਵਿੱਚ ਸਾਰਾ ਕੰਪਲੀਟ ਕਰਤਾ ਸਿੱਖ ਧਰਮ ਦਾ ਮੁੱਢ। ਮਤਲਬ ਆਪ ਜਸਟ ਨਿਜਰ ਸਾਹਿਬ, ਜੇ ਕੋਈ ਚਾਹੁੰਦਾ ਨਾ ਬ੍ਰਹਮ ਗਿਆਨੀ ਬਣਨਾ, ਇਹ ਤੋਕੇ ਫੜ ਲਓ ਬਸ। ਬਸ ਸਾਰਾ ਕੁਝ ਆ ਗਿਆ ਜੋ
ਜੇ ਕੋਈ ਸੰਤ ਬਣਨਾ ਚਾਹੁੰਦਾ ਉਹ ਵੀ ਇਹਦੇ ਵਿੱਚ ਦੱਸਿਆ, ਜੇ ਕੋਈ ਮੁਕਤ ਹੋਣਾ ਚਾਹੁੰਦਾ ਉਹ ਵੀ ਦੱਸਿਆ, ਤੇ ਜੇ ਕੋਈ ਤੈਰਨਾ ਚਾਹੁੰਦਾ ਉਹ ਵੀ ਦੱਸਿਆ, ਜੇ ਦੂਜੇ ਨੂੰ ਤੈਰਨਾ ਸਿਖਾਉਣਾ ਚਾਹੁੰਦਾ ਉਹ ਵੀ ਦੱਸਿਆ। ਸਾਰਾ ਕੁਝ ਆ ਗਿਆ। ਜੋ ਸਿੱਖ ਧਰਮ ਦੀ ਫਿਲਾਸਫੀ ਇਸ ਲਾਈਨ ਦੇ ਵਿੱਚ ਹੈਗੀ ਜੀ। ਜਿਹੜਾ ਵੀ ਫੜ ਜੂਗਾ ਉਹੀ ਬੰਦਾ ਬ੍ਰਹਮ ਗਿਆ। ਲਓ ਜੀ, ਥੈਂਕ ਯੂ ਨਿਜਰ ਸਾਹਿਬ, ਤੁਕ ਬਹੁਤ ਵਧੀਆ। ਇਹ ਲੱਭਣੀ ਨਹੀਂ ਸੀ ਮੈਨੂੰ, ਮੇਰਾ ਮੋਬਾਈਲ ਖਰਾਬ ਹੋ ਗਿਆ ਤੇ ਮੇਰੇ ਮਨ ਚ ਹੀ ਉਹ ਗੁਰਮੀਤ ਮੇਰੀ ਬੜੀ ਜਾਨ ਖਾਵੇ, ਕਹਿੰਦੀ ਨਹੀਂ ਵੀਰ ਜੀ ਤੁਕ ਤੁਸੀਂ ਭੇਜੀ ਹੁਣ ਨਹੀਂ ਮੇਰੇ ਕੋਲ ਹੈਗੀ, ਮੇਰੇ ਤੋਂ ਡਿਲੀਟ ਹੋ ਗਈ। ਪਰ ਮੈਂ ਕਿਹਾ ਗੁਰਮੀਤ ਤੁਕ ਹੈ ਬੜੀ ਕੰਮ ਦੀ। ਤੇ ਫਿਰ ਉਹਨੇ ਵਿਚਾਰੀ ਮੈਨੂੰ ਕਹਿੰਦੀ ਲੱਗਦੀ ਬਾਣੀ ਦੀ ਤੁਕ ਨਹੀਂ, ਉਹਨੇ ਮਨ ਨੂੰ ਸਮਝਾਉਣਾ ਹੀ ਵਿਚਾਰੀ ਨੇ। ਮਨ ਤੇ ਕਹਿੰਦਾ ਤੁਕ ਲੱਭ ਕੇ ਲਿਆ, ਕਿਉਂਕਿ ਉਹ ਵਿਚਾਰ ਮਰੇ ਬਿਲਕੁਲ ਤਾਰੇ ਉਲਟ ਜੋੜ ਨਾ ਇੱਕ ਆਮ ਤੁਕ ਤੇ ਹੈਗੀ ਨੀ, ਉਹਦੇ ਦਿਮਾਗ 'ਚ ਚੜੀ ਪਈ ਸੀ ਬਿਲਕੁਲ ਕਿ ਕਥਾ ਤੇ ਸਾਰੀ ਵਿਚਾਰਾਂ ਤੇ ਚੱਲਦੀ ਆ, ਤੇ ਉਹ ਤੁਕ ਬੜੀ ਸਬੂਤ ਕਰਦੀ ਉਹ ਚੀਜ਼ ਨੂੰ। ਔਰ ਗੁਰੂ ਨਾਨਕ ਪਾਤਸ਼ਾਹ ਦੀ ਤੁਕ ਆਮ ਤੁਕ ਤੇ ਹੈ ਨੀ ਉਹ। ਠੀਕ ਹੈ, ਅੱਜ ਵੀ ਜਾ ਸਾਧ ਸੰਗਤ ਜੀ ਇੱਥੇ ਕਾਫੀ ਟਾਈਮ ਲੈ ਲਿਆ ਤੁਹਾਡਾ। ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਕਮਾਲ ਹੈ, ਬਹੁਤ ਸ਼ਾਨਦਾਰ ਗਿਆਨ। ਤੇ ਇਹਨੂੰ ਸੰਭੋ। ਤੇ ਕਬੀਰ ਜੀ ਜਿਹੜਾ ਗਿਆਨ ਕਰਾ ਰਹੇ ਨੇ ਉਹ ਬਿਲਕੁਲ ਬਿਲਕੁਲ ਲਿਹਾਜ਼ ਨਹੀਂ ਕਰ ਰਹੇ। ਪਲੀਜ਼ ਮੰਨੋ। ਬਹੁਤ, ਔਰ ਖਾਸ ਕਰਕੇ ਸਿੱਖਾਂ ਦੇ ਵਿੱਚ ਬਹੁਤ ਪ੍ਰੋਬਲਮ ਆ ਰਹੀ ਹੈ। ਬਹੁਤ ਜ਼ਿਆਦਾ ਇਹ ਗਲਤ, ਬਹੁਤ ਜ਼ਿਆਦਾ ਗਲਤ ਆਪਾਂ ਚੱਲ ਰਹੇ ਹਾਂ। ਪਲੀਜ਼ ਸਾਨੂੰ ਕੋਸ਼ਿਸ਼ ਇਹੋ ਕਰਨੀ ਚਾਹੀਦੀ ਹੈ ਕਿ ਬਾਣੀ ਦੇ ਅੰਦਰ ਜੋ ਨਿਰਦੇਸ਼ ਦਿੱਤੇ ਗਏ ਨੇ ਉਹਨਾਂ ਨੂੰ ਮੰਨੀਏ। ਉਹ ਇਹ ਨਹੀਂ ਕਹਿੰਦੇ ਕਿ ਤੂੰ ਨਮਾਜ਼ ਪੜ੍ਹਦਾ, ਤੂੰ ਕਲਮਾ ਪੜ੍ਹਦਾ, ਉਹ ਕਹਿੰਦਾ ਤੂੰ ਬੁੱਧੀ ਤੋਂ ਕੰਮ ਲਿਆ, ਵਿਚਾਰ ਕੀਤੀ। ਜਿਹੜਾ ਮੁਸੱਲਾ ਹੈਗਾ ਉਹ ਪੰਜਾਂ ਦਾ ਬਣਾਈ, ਕਿਉਂਕਿ ਫਾਇਦਾ ਨਹੀਂ ਹੈਗਾ ਤੇਰਾ ਪਾਠ ਪੜਿਆ, ਇਹਨੂੰ ਧੋਖਾ ਦੇ ਰਿਹਾ ਤੂੰ। ਬਿਲਕੁਲ। ਬਾਕੀ ਤੂੰ ਕਾਜੀ ਬਣਿਆ ਫਿਰਦਾ ਹੈ, ਤੂੰ ਆਪਣੇ ਆਪ ਨੂੰ ਬੜਾ ਧਾਰਮਿਕ ਇਨਸਾਨ ਸਮਝਦਾ ਹੈ, ਪਰ ਤੇਰੀ ਸਟੇਟਮੈਂਟ, ਤੇਰੀ ਜ਼ੁਬਾਨ ਤੇ ਤੇਰੇ ਅੰਦਰ ਜੋ ਹੈਗਾ ਨਾ ਮੁਸੱਲਾ ਗੜਬੜ ਹੈ। ਕੋਲ ਕੁਛ ਹੋ ਰਿਹਾ ਹੈ, ਅੰਦਰ ਤੇਰੇ ਕੁਛ ਹੋ ਰਿਹਾ, ਫਿਰ ਮੁਸ਼ਕਿਲ ਹੋ ਜਾਏਗੀ। ਫਿਰ ਤੂੰ ਬਾਬੇ ਵਾਲੀ ਗੱਲ ਚੇਤੇ ਅੱਜ ਕਰ ਲਿਆ ਕਰੋ। ਕਹਿੰਦਾ ਮੈਂ ਇਹਨੂੰ ਕਿੱਦਾਂ ਮਨਾ ਕਰਦਾ ਕਿ ਗੁੜ ਨਾ ਖਾ, ਮੈਂ ਤੇ ਖੁਦ ਖਾਂਦਾ। ਬਿਲਕੁਲ। ਮਤਲਬ ਉਹੋ ਹੀ ਜੇ ਕਹਿਣ ਤੋਂ ਭਾਵ ਕਿ ਕਾਜੀ ਨੂੰ ਕਹਿ ਰਹੇ ਕਿ ਜਿਹੜੇ ਦੂਜਿਆਂ ਨੂੰ ਤੂੰ ਕਹਿ ਰਿਹਾ ਕਿ ਆਹ ਚੀਜ਼ ਛੱਡੋ, ਆਹ ਚੀਜ਼ ਛੱਡੋ, ਪਰ ਤੂੰ ਤੇ ਛੱਡਿਆ ਨਹੀਂ, ਤੂੰ ਦੂਜਿਆਂ ਨੂੰ ਕੁਝ ਕਹਿ ਰਿਹਾ। ਠੀਕ ਹੈ ਨਿੱਜਰ ਸਾਹਿਬ।